ਹਾਂਜੀ ਸਰਦਾਰ ਕਰਨੈਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਜੀ ਮਾਫੀ ਚਾਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਕੋਈ ਨੈਟ ਦੀ ਪ੍ਰੋਬਲਮ ਆ ਰਹੀ ਸੀ ਕਿ ਇੱਕਦਮ ਚੱਲਦਾ ਚੱਲਦਾ ਜਿਹੜਾ ਸੀਗਾ ਉਹ ਸਿਸਟਮ ਬੰਦ ਹੋ ਗਿਆ। ਤਾਂ ਪਹਿਲਾਂ ਵੀ ਪ੍ਰੋਬਲਮ ਆਈ, ਇਸੇ ਕਰਕੇ ਅਸੀਂ ਥੋੜਾ ਜਿਹਾ ਅੱਜ ਲੇਟ ਹੋ ਰਹੇ ਹਾਂ, ਕਿਉਂਕਿ ਤੁਸੀਂ ਜਿਹੜਾ ਜੇ ਸਾਡੀ ਇੰਟਰੋ ਸੀਗੀ ਸਟਾਰਟਿੰਗ ਥੋੜੀ ਲੰਬੀ ਚੱਲ ਗਈ। ਉਹਦਾ ਰੀਜ਼ਨ ਵੀ ਇਹੀ ਸੀਗਾ ਕਿ ਨੈਟ ਦੀ ਕੋਈ ਪ੍ਰੋਬਲਮ ਕਰਕੇ ਸਾਰਾ ਸਿਸਟਮ ਜਿਹੜਾ ਸੀ ਬੰਦ ਹੋ ਗਿਆ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਭਾਜੀ ਹੁਣ ਅਸੀਂ ਅੱਜ ਆਪਣੇ ਜਿਹੜੇ ਪ੍ਰੋਗਰਾਮ ਹੈਗੇ ਉਹਦੀ ਅਸੀਂ ਸ਼ੁਰੂਆਤ ਕਰਦੇ ਹਾਂ। ਤਾਂ ਇਹ ਜੀ ਜਿਹੜੀ ਟੈਕਨੀਕਲ ਪ੍ਰੋਬਲਮਸ ਨੇ ਆਉਂਦੀਆਂ ਰਹਿੰਦੀਆਂ ਨੇ, ਪਹਿਲਾਂ ਵੀ ਥੋੜੇ ਦਿਨ ਪਹਿਲਾਂ ਆਈਆਂ ਸੀਗੀਆਂ। ਜਦੋਂ ਇੰਟਰਨੈਟ 'ਤੇ ਡਿਪੈਂਡ ਕਰਨਾ ਪੈਂਦਾ ਹੈ ਤੇ ਸ਼ਾਮ ਦੇ ਟਾਈਮ ਕਈ ਵਾਰ ਇਹ ਜਿਹੜੀਆਂ ਪ੍ਰੋਬਲਮਸ ਨੇ ਆ ਜਾਂਦੀਆਂ ਨੇ। ਵੈਸੇ ਵੀ ਲੋਕਡਾਊਨ ਕਰਕੇ ਸਾਰੇ ਯੂਜ਼ ਕਰ ਰਹੇ ਹੋਣੇ ਜੀ ਨਾ ਮੈਲਬਨ ਦੇ ਵਿੱਚ, ਇਹ ਵੀ ਹੋ ਸਕਦਾ। ਹਾਂਜੀ, ਇਸ ਟਾਈਮ ਜਿਹੜਾ ਸਭ ਤੋਂ ਵੱਧ ਇੰਟਰਨੈਟ ਦੀ ਯੂਸੇਜ ਹੀ ਹੋ ਰਹੀ ਹੈ। ਹਾਂਜੀ, ਘਰਾਂ ਤੋਂ ਕੰਮ ਹੋ ਰਹੇ ਹਨ, ਸਾਰੇ ਘਰਾਂ ਤੋਂ ਕੰਮ ਹੋ ਰਿਹਾ। ਬਿਲਕੁਲ, ਸਾਰੇ ਘਰਾਂ ਤੋਂ ਕੰਮ ਹੋ ਰਿਹਾ। ਤੇ ਥੋੜੇ ਦਿਨ ਪਹਿਲਾਂ ਭਾਜੀ ਮੈਨੂੰ ਲੱਗਦਾ ਇੱਕ ਨਿਊਜ਼ ਵੀ ਆਈ ਸੀਗੀ, ਅਪਡੇਟ ਵੀ ਆਇਆ ਸੀਗਾ ਕਿ ਇਹ ਜਿਹੜਾ ਅੱਜ ਜਿਹੜਾ ਲੋਕਡਾਊਨ ਹੋਇਆ ਹੈ ਜਾਂ ਇਹਦੇ ਵਿੱਚ ਜਿਹੜੇ ਲੋਕ ਘਰਾਂ ਦੇ ਵਿੱਚ ਇੰਟਰਨੈਟ ਦੀ ਵਰਤੋਂ ਕਰ ਰਹੇ ਆ, ਉਹਦੇ ਵਿੱਚ ਜਿਹੜਾ ਆਸਟ੍ਰੇਲੀਆ ਦਾ NBN ਜਿਹੜਾ ਕੁਝ ਦਿਨ ਪਹਿਲਾਂ ਸ਼ੁਰੂਆਤ ਹੋਈ ਸੀਗੀ ਕੁਝ ਸਾਲ ਪਹਿਲਾਂ, ਉਹ ਕਿੰਨਾ ਕੁ ਕੋਪ ਕਰ ਰਿਹਾ ਹੈ। ਕਿ ਜਿਹੜੇ ਲੋਕ ਜ਼ੂਮ ਮੀਟਿੰਗਸ ਚੱਲ ਰਹੀਆਂ ਨੇ ਜਾਂ ਫਿਰ ਜਿਹੜੇ ਫੇਸਬੁੱਕ ਲਾਈਵਸ ਚੱਲ ਰਹੇ ਨੇ ਤੇ ਹੋਰ ਵੀ ਜਿਹੜੀਆਂ ਮੀਟਿੰਗਾਂ ਨੇ, ਭਾਵੇਂ YouTube ਦੇ ਉੱਤੇ ਨੇ ਜਾਂ ਹੋਰ ਵੀ ਜਿਹੜੇ ਸੈਸ਼ਨਸ ਨੇ ਲੋਕਾਂ ਦੇ ਚੱਲ ਰਹੇ ਨੇ, ਭਾਵੇਂ ਜਾਂ ਯੂਨੀਵਰਸਿਟੀ ਦੇ ਜਿਹੜੇ ਸੈਸ਼ਨ ਚੱਲ ਰਹੇ ਨੇ, ਉਹ ਸਾਰੇ ਇੰਟਰਨੈਟ ਦੇ ਲੈ ਕੇ ਹੀ ਚੱਲ ਰਹੇ ਨੇ, ਇੰਟਰਨੈਟ ਦੇ ਉੱਤੇ ਬੇਸਡ ਹੀ ਚੱਲ ਰਹੇ ਨੇ। ਤਾਂ ਉਹਦੇ ਉੱਤੇ ਵੀ ਆਇਆ ਸੀਗਾ ਕਿ ਵੀ NBN ਕਿੰਨਾ ਵਧੀਆ ਇਹਦੇ ਨਾਲ ਕੋਪ ਕਰ ਰਿਹਾ ਸੀਗਾ। ਤਾਂ ਕਹਿੰਦਾ ਵੀ ਥੋੜਾ ਬਹੁਤ ਸਿਸਟਮ ਹਿੱਲਿਆ, ਬਟ ਡਿਪੈਂਡ ਕਰਦਾ ਕਿ ਕਈ ਟਾਈਮਸ ਦੇ ਉੱਤੇ ਜਿਹੜਾ ਪ੍ਰੈਸ਼ਰ ਆ ਉਹ ਜ਼ਿਆਦਾ ਪੈ ਜਾਂਦਾ। ਬਟ ਫਿਰ ਵੀ ਜੂਲੀਆ ਗਿਲਾਰਡ ਦੇ ਸਮੇਂ ਜਿਹੜਾ NBN ਸਟਾਰਟ ਹੋਇਆ ਸੀ, ਕਹਿੰਦੇ ਬਟ ਉਹਨੇ ਬਹੁਤ ਮਦਦ ਕੀਤੀ ਇਹਦੇ ਵਿੱਚ ਕਿ ਜੇ NBN ਨਾ ਹੁੰਦਾ ਤਾਂ ਫਿਰ ਪੁਰਾਣਾ ਹੀ ਉਹ ਜਿਹੜਾ ਸਿਸਟਮ ਸੀਗਾ ADSL ਵਾਲਾ ਚੱਲਦਾ, ਤਾਂ ਉਹਦੇ ਕਰਕੇ ਫਿਰ ਵੀ ਕਾਫੀ ਪ੍ਰੋਬਲਮ ਆਉਣੀਆਂ ਸੀਗੀਆਂ। ਬਟ ਹੁਣ ਜਿਵੇਂ NBN ਪਿਛਲੇ ਕੁਝ ਸਾਲਾਂ 'ਚ ਲੱਗ ਗਿਆ, ਤਾਂ ਉਹਦੇ ਕਰਕੇ ਕਾਫੀ ਜ਼ਿਆਦਾ ਇਹ ਪੀਰੀਅਡ ਦੇ ਵਿੱਚ ਜਿਹੜੀ ਆ ਲੋਕਾਂ ਨੂੰ ਸਹੂਲਤ ਹੈ ਉਹ ਹੋ ਰਹੀ ਹੈ। ਤਾਂ ਭਾਜੀ ਫਿਰ ਚਲੋ ਇੰਟਰਨੈਟ ਨੇ ਤਾਂ ਆਪਣਾ ਥੋੜਾ ਜਿਹਾ ਕੰਮ ਢਿੱਲਾ ਕੀਤਾ, ਬਟ ਤੁਸੀਂ ਸੁਣਾਓ ਜੀ, ਬਾਕੀ ਇੰਟਰਨੈਟ ਤੋਂ ਇਲਾਵਾ ਕੀ ਹਾਲ ਚਾਲ ਨੇ ਤੁਹਾਡੇ? ਠੀਕ ਹੈ ਸਿਡਨੀ ਦਾ ਮਾਹੌਲ ਚਾਲ, ਮੌਸਮ? ਹਾਂਜੀ ਹਾਂਜੀ, ਬਹੁਤ ਵਧੀਆ ਜੀ ਮੌਸਮ, ਠੰਡ ਚੱਲ ਰਹੀ, ਥੋੜਾ ਜਿਹਾ ਅੱਜ ਬੱਦਲ ਸੀਗਾ। ਪਰ ਜਿੱਦਾਂ ਇੰਡੀਆ ਦਾ ਤਾਂ ਆਪਣੇ ਸਿਡਨੀ ਦਾ ਤੇ ਮੌਸਮ ਜਿੱਦਾਂ ਇੰਡੀਆ ਨਾਲ ਮੈਚ ਕਰਦਾ ਰਹਿੰਦਾ ਪੰਜਾਬ ਦੇ ਨਾਲ, ਆਪੋਜੀਟ ਹੁੰਦਾ ਜੀ, ਉਹ ਤੋਂ ਆਪੋਜੀਟ ਹੁੰਦਾ। ਹੁਣ ਇੱਥੇ ਪੂਰੀ ਠੰਡ ਚੱਲ ਰਹੀ ਆ ਜੀ, ਬਹੁਤ ਵਧੀਆ ਮੌਸਮ ਹੈ ਜੀ, ਪਰ ਬਰਫ਼ ਨਹੀਂ ਪੈਂਦੀ, ਇਹ ਵਧੀਆ ਗੱਲ ਆ, ਕੋਈ ਏਦਾਂ ਦੀ ਕੋਈ ਪ੍ਰੋਬਲਮ ਨਹੀਂ। ਹਾਂਜੀ, ਆਸਟ੍ਰੇਲੀਆ ਮੌਸਮ ਦੇ ਅਗਰ ਆਪਾਂ ਦੇਖੀਏ ਸੰਦਰਭ ਦੇ ਵਿੱਚ ਬਹੁਤ ਵਧੀਆ ਇੱਕ ਮੁਲਕ ਮੰਨਿਆ ਜਾਂਦਾ ਹੈ ਕਿ ਨਾ ਇੱਥੇ ਬਹੁਤੀ ਠੰਡ ਤੇ ਨਾ ਬਹੁਤ ਜ਼ਿਆਦਾ ਗਰਮੀ। ਜਿਹੜੀ ਆਪਾਂ ਬਾਕੀ ਮੁਲਕਾਂ ਦੇ ਹਿਸਾਬ ਨਾਲ ਦੇਖਦੇ, ਜਿੱਦਾਂ ਹੁਣ ਕੈਨੇਡਾ ਦਾ ਲੈ ਲਈਏ, ਯੂਰਪ ਦਾ ਲੈ ਲਈਏ, ਉੱਥੇ ਸਰਦੀਆਂ ਦੇ ਵਿੱਚ ਬਰਫ਼ ਵਾਲੇ ਮਹੀਨੇ, ਕਈ ਮਹੀਨੇ ਜਿਹੜੇ ਨੇ ਬਰਫ਼ ਹੀ ਲੰਘ ਜਾਂਦੀ ਹੈ। ਕੈਨੇਡਾ ਵਿੱਚ ਵੀ ਲੋਕੀ ਸ਼ੁਰੂਆਤ ਵਿੱਚ, ਸਾਨੂੰ ਤਾਂ ਵਧੀਆ ਲੱਗਦਾ ਕਿਉਂਕਿ ਅਸੀਂ ਬਰਫ਼ ਦੇਖੀ ਨਹੀਂ, ਸਾਨੂੰ ਦੇਖਣ ਲਈ 300-400 ਕਿਲੋਮੀਟਰ ਜਾਣਾ ਪੈਂਦਾ। ਉਹਨਾਂ ਦੇ ਘਰਾਂ 'ਚ ਪੈਂਦੀ ਆ ਤਾਂ ਅਸੀਂ ਕਈ ਵਾਰ ਹੱਸਦੇ ਹੁੰਦੇ। ਮੈਂ ਕਹਿੰਦਾ ਯਾਰ ਤੁਹਾਡੇ ਤਾਂ ਨਜ਼ਾਰਾ ਬੜਾ ਹੈ ਨਾ, ਕਿੱਦਾਂ ਬਰਫ਼ ਪੈਂਦੀ ਆ, ਜਿੱਦਾਂ ਅਸੀਂ ਫਿਲਮਾਂ 'ਚ ਸੀਨ ਦੇਖਦੇ ਹਾਂ, ਤਾਕੀ ਥਾਣੀ ਬਾਹਰ ਬਰਫ਼ ਪੈਂਦੀ ਆ। ਤਾਂ ਕਹਿੰਦੇ ਭਰਾ ਵੀ ਇਹ ਥੋੜੇ ਦਿਨ ਹੀ ਚੰਗੀ ਲੱਗਦੀ ਆ, ਜਦੋਂ ਸਵੇਰੇ ਉੱਠ ਕੇ 6 ਵਜੇ 7 ਵਜੇ ਕੰਮ ਤੇ ਜਾਣ ਤੋਂ ਪਹਿਲਾਂ -35 ਡਿਗਰੀ ਦੇ ਵਿੱਚ ਜਦੋਂ ਕਾਰ ਸਾਫ਼ ਕਰਨੀ ਪੈਂਦੀ ਹੈ, ਕਾਰ ਦੇ ਉੱਪਰੋਂ ਬਰਫ਼ ਲਾਉਣੀ ਪੈਂਦੀ ਹੈ, ਡਰਾਈਵੇ ਤੇ ਲਾਉਣੀ ਪੈਂਦੀ ਹੈ, ਫਿਰ ਕਹਿੰਦੇ ਇੱਕ ਅੱਧਾ ਦਿਨ ਤਾਂ ਠੀਕ ਲੱਗਦੀ ਹੈ, ਬਟ ਫਿਰ ਕਹਿੰਦਾ ਬੱਸ ਹੋ ਜਾਂਦੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਸੋ ਜਿੱਦਣ ਸਨੀ ਦਿਨ ਹੁੰਦਾ ਜੀ, ਕਿੱਦਾਂ ਖੁਸ਼ ਹੁੰਦੇ ਆ ਯੂਰਪੀਅਨ ਜਿਹੜੇ ਗੋਰੇ ਇੰਗਲੈਂਡ ਦੇ ਜ਼ਿਆਦਾਤਰ ਇੱਥੇ ਆਏ ਹੋਏ ਆ, ਆਪਣੇ ਸਾਰੇ ਭਾਈਚਾਰੇ ਨੂੰ, ਪੰਜਾਬ ਵਾਲੇ ਨੂੰ, ਦੂਸਰੇ ਨੂੰ ਵੀ ਦੱਸ ਦਈਏ, ਉਹ ਇੰਨਾ ਲਾਈਕ ਕਰਦੇ। ਉਹ ਤਾਂ ਕਹਿੰਦੇ ਲੱਕੀ ਵੈਦਰ, ਲੱਕੀ ਕੰਟਰੀ, ਵੈਰੀ ਹਾਰਡ ਟੂ ਫਾਈਂਡ। ਕੁਦਰਤ ਦਾ ਮੈਂ ਕਹਿੰਦਾ ਜੀ ਤੇਰੇ ਚੋਜ ਵਡਾਣਾ, ਏਦਾਂ ਦਾ ਮੌਸਮ ਕਿਤੇ ਵੀ ਨਹੀਂ ਹੋਣਾ। ਤਾਂ ਥੈਂਕਸ ਗੋਡ ਜੀ। ਤੇ ਭਾਜੀ ਮੈਲਬਨ ਦਾ ਜਿਹੜਾ ਹਾਰਡ ਲੋਕਡਾਊਨ ਦਾ, ਉਹਦੇ ਬਾਰੇ ਦੱਸੋ ਜੀ। ਕਾਫੀ ਸਾਰੇ ਆਪਣਾ ਭਾਈਚਾਰਾ ਅੰਦਰ ਬੈਠੇ ਆ, ਕਈ ਤਰ੍ਹਾਂ ਜਿੱਦਾਂ ਆਪਣੇ ਤਾਂ ਬੰਦੇ ਭਾਜੀ ਜਿੱਦਾਂ 8 ਘੰਟੇ ਨੂੰ ਤਾਂ ਸਮਝਦੇ ਕੁਛ ਨਹੀਂ ਸੀ ਹੁੰਦੇ, 12-12 18-18 ਘੰਟੇ ਕੰਮ ਕਰਨ ਵਾਲੇ ਆ। ਜੇ ਇਹਨਾਂ ਨੂੰ ਏਦਾਂ ਘਰੋਂ ਕੰਮ ਕਰਨਾ ਪੈ ਗਿਆ, ਇਹ ਤਾਂ ਔਖਾ ਹੋ ਜਾਣਾ। ਪੰਜਾਬੀਆਂ ਦੇ ਤਾਂ ਕਿੱਥੇ ਹੱਥ ਪੈਰ ਜੀ ਰੁਕਦੇ, ਉਹ ਤਾਂ ਮਤਲਬ ਚਾਹੁੰਦੇ ਆ ਵੀ ਕਿੱਦਾਂ ਹਾਲ ਚਾਲ ਆ, ਤੇ ਉਹਨਾਂ ਨਾਲ ਥੋੜੇ ਸਾਂਝ ਪਾਈਏ। ਤੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆਪਣੇ ਵਿਚਾਰ ਵੀ ਪੇਸ਼ ਕਰਨ, ਤੇ ਥੋੜੀ ਐਕਸਾਈ ਰੱਖੋ। ਜਾਨ ਹੈ ਤਾਂ ਜਹਾਨ ਹੈ ਜੀ, ਕੋਈ ਗੱਲ ਨਹੀਂ। ਅੱਜ ਤਾਂ ਤੁਹਾਡੇ ਜੀ ਮੇਰੇ ਖਿਆਲ ਮੀਂਹ ਪੈ ਰਿਹਾ ਡਾਲਰਾਂ ਦਾ ਜੀ ਮੈਲਬਨ ਦੇ ਵਿੱਚ। ਤਾਂ ਗੌਰਮੈਂਟ ਨੇ, ਆਸਟ੍ਰੇਲੀਆ ਗਵਰਨਮੈਂਟ ਨੇ ਕਹਿਤਾ ਪਹਿਲਾਂ 6 ਬਿਲੀਅਨ ਪਹਿਲਾਂ ਦਿੱਤਾ ਸੀਗਾ, ਤੇ ਹੁਣ 5.5 ਬਿਲੀਅਨ ਦੇ ਨੇੜੇ ਉਹ ਅੱਜ ਵਿਛਾੜ ਉਹਨਾਂ ਨੇ ਬਰਖਾ ਕਰਤੀ ਡਾਲਰਾਂ ਦੀ। ਮਹਾਰਾਜ ਕੰਮ ਕਰਨ ਦੀ ਲੋੜ ਨਹੀਂ, ਐਸ਼ ਕਰੋ, ਐਕਸਾਈ ਕਰੋ, ਤੇ ਪੋਜ਼ਿਟਿਵ ਥੰਕੋ, ਬੀ ਪੋਜ਼ਿਟਿਵ, ਚੜ੍ਹਦੀ ਕਲਾ ਜੀ। ਹੁਣ ਤੁਸੀਂ ਦੱਸੋ।
ਨਹੀਂ ਇਦਾਂ ਇੰਨਾ ਸੌਖਾ ਵੀ ਨਹੀਂ ਜੀ ਉਹ ਦਿੰਦੇ ਪੈਸੇ। ਬੜੇ ਵਧੀਆ ਸਰਕਾਰ ਅੱਛਾ, ਦਾ ਇੱਕ ਅੱਛਾ ਇਨੀਸ਼ੀਏਟਿਵ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ, ਜੇ ਹਾਂਜੀ, ਉਹਨਾਂ ਨੇ ਸਰਕਾਰ ਲੋਕਡਾਊਨ ਵਧੀਆ। ਕੀਤਾ ਆ ਹਾਂਜੀ, ਜਾਂ ਹਾਂਜੀ, ਜਿਹੜੇ ਬਿਜ਼ਨਸ ਉਹਦੇ ਕਰਕੇ ਜਿਹੜੇ ਇੰਪੈਕਟ ਹੋ ਰਿਹਾ ਆ, ਇਫੈਕਟ ਹੋ ਰਿਹਾ ਬਿਜ਼ਨਸ ਉੱਤੇ, ਜਾਂ ਉਹ ਕਾਰੋਬਾਰ ਬੰਦ ਹੋ ਰਿਹਾ, ਤਾਂ ਕਿਤੇ ਨਾ ਕਿਤੇ ਸਰਕਾਰ ਉਹਨਾਂ ਬਿਜ਼ਨਸ ਨੂੰ ਸਪੋਰਟ ਕਰਨ ਦੇ ਲਈ ਜਿਹੜੇ ਪਾਲਿਸੀਜ਼ ਵੀ ਆ ਉਹ ਵੀ ਲੈ ਕੇ ਆਉਂਦੀ ਆ, ਤਾਂ ਜਿਹਦਾ ਜਿਹੜੇ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ। ਤਾਂ ਪਹਿਲਾਂ ਵੀ ਤੁਸੀਂ ਦੇਖਿਆ ਸੀ ਜਦੋਂ ਆਸਟ੍ਰੇਲੀਆ ਵਾਈਡ ਦੇ ਵਿੱਚ ਲੋਕਡਾਊਨ ਹੋਇਆ ਸੀਗਾ, ਉਦੋਂ ਤਾਂ ਸਕਾਟ ਮਾਰਿਸਨ ਨੇ, ਫੈਡਰਲ ਸਰਕਾਰ ਨੇ ਜਿਹੜੇ ਪਾਲਿਸੀ ਸੀਗੀਆਂ ਉਹ ਲਿਆ ਕੇ ਆਂਦੀਆਂ ਸੀਗੀਆਂ, ਉਹਦੇ ਨਾਲ ਕਾਫੀ ਲੋਕਾਂ ਨੂੰ ਫਾਇਦਾ ਮਿਲਿਆ। ਜਿਹਦਾ ਜੌਬ ਕੀਪਰ, ਜੌਬ ਸੀਕਰ, ਬਹੁਤ ਸਾਰੇ ਆਪਣੇ ਭਾਈਚਾਰੇ ਦੇ ਲੋਕ ਵੀ ਜਿਹੜੇ ਨੇ ਉਹਦਾ ਫਾਇਦਾ ਹਾਂਜੀ, ਹੁਣ ਤੱਕ ਚੱਕ ਰਹੇ ਨੇ। ਤਾਂ ਹੁਣ ਅਗਰ ਆਪਾਂ ਗੱਲ ਕਰੀਏ ਜੀ ਕਰੰਟਲੀ, ਸਭ ਤੋਂ ਪਹਿਲਾਂ ਤਾਂ ਆਪਾਂ ਜਾਣੀਏ ਕਿ ਜਿਹੜੇ ਵਿਕਟੋਰੀਆ ਦੇ ਵਿੱਚ ਹੁਣ ਤੱਕ ਤਾਂ ਜੀ ਰਿਕਾਰਡ ਕਹਿੰਦੇ ਨੇ ਹਰ ਵਾਰ, ਕਈ ਵਾਰ ਓਲੰਪਿਕਸ ਦੇ ਰਿਕਾਰਡ ਟੁੱਟਦੇ ਆ, ਪੁਰਾਣੇ ਰਿਕਾਰਡ ਖੇਡਾਂ ਦੇ ਟੁੱਟਦੇ ਨੇ, ਸਰਦੀ ਦਾ ਵੀ ਕਈ ਵਾਰ ਰਿਕਾਰਡ ਟੁੱਟਦੇ ਜੀ। ਸਭ ਤੋਂ ਪਹਿਲਾਂ ਹੋ ਗਈ ਗਰਮੀ ਦੇ ਰਿਕਾਰਡ ਟੁੱਟਦੇ, ਤੇ ਹੁਣ ਕਰੋਨਾ ਵਾਇਰਸ ਦੇ ਵੀ ਰਿਕਾਰਡ ਟੁੱਟਣ ਲੱਗ ਪਏ ਆ। ਇਹ ਨਾ ਹਰ ਤੋੜੋ ਰੋਜ਼ ਜੀ, ਇਹ ਰਿਕਾਰਡ ਨਹੀਂ ਤੋੜਨੇ ਚਾਹੀਦੇ, ਇਹ ਥੱਲੇ ਲਿਆਓ। ਨੰਬਰ, ਹੁਣ ਤੱਕ ਦਾ ਹਾਈਐਸਟ ਨੰਬਰ ਜਿਹੜਾ ਵਨ ਡੇ 24 ਇੱਕ ਦਿਨ ਦਾ ਜਿਹੜਾ ਹਾਈਐਸਟ ਨੰਬਰ ਹੈ ਉਹ 288 ਨੰਬਰ ਉਹ ਆਇਆ ਜੀ ਕੇਸਿਸ ਤੇ ਪੋਜ਼ਿਟਿਵ, ਜਿਹੜੇ ਪਿਛਲੇ 24 ਘੰਟੇ ਦੇ ਵਿੱਚ ਹੈ। ਬਹੁਤ ਹਾਈ ਨੰਬਰ ਹੈ, ਜਿਹਦੇ ਨਾਲ ਟੋਟਲ ਵਿਕਟੋਰੀਆ ਵਿੱਚ 3397 ਕੇਸ ਹੋ ਗਏ ਨੇ। ਤਾਂ ਕਾਫੀ ਇਹਦੇ ਬਾਰੇ ਚਲੋ ਟੈਸਟਿੰਗ ਭਾਜੀ ਬਹੁਤ ਜ਼ਿਆਦਾ ਅਗਰੈਸਿਵਲੀ ਚੱਲ ਰਹੀ ਹੈ, ਡੋਰ ਨੋਕਿੰਗ ਚੱਲ ਰਹੀ ਹੈ, ਘਰਾਂ 'ਚ ਜਾ ਕੇ ਲੋਕਾਂ ਨੂੰ ਟੈਸਟਿੰਗ ਲਈ ਕਿਹਾ ਜਾ ਰਿਹਾ ਆ, ਰਾਹ ਬੰਦ ਕੀਤੇ ਪਏ ਨੇ, ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਲਈ ਕਿਹਾ ਆ, ਬਟ ਫਿਰ ਵੀ ਚਲੋ ਕੰਮ ਕਾਜ ਵਾਲੇ ਜਿਹੜੇ ਲੋਕ ਨੇ ਉਹ ਟਰੈਵਲ ਕਰਦੇ ਹੀ ਆ। ਤਾਂ ਬਟ ਉਹਨਾਂ ਨੇ ਇਹੀ ਜੀ ਕਿਹਾ ਕਿ ਜਿਹੜੇ ਲੋਕਾਂ ਨੂੰ ਬਿਜ਼ਨਸ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਦੇ ਕਾਰੋਬਾਰ ਖੜ ਗਏ ਨੇ, ਜਿਵੇਂ ਰੈਸਟੋਰੈਂਟ ਹੋ ਗਏ ਜਾਂ ਹੋਰ ਵੀ ਜਿਨ੍ਹਾਂ ਦੀ ਸ਼ਾਪਿੰਗ ਸੈਂਟਰ ਦੁਕਾਨਾਂ ਸੀਗੀਆਂ ਜਿਹੜੀਆਂ ਮਸੀਂ ਖੁੱਲੀਆਂ ਸੀ ਭਾਜੀ ਕਈ ਮਹੀਨਿਆਂ ਬਾਅਦ, ਹਾਂਜੀ, ਤੇ ਉਹਨਾਂ ਨੂੰ ਜਦੋਂ ਦੁਬਾਰਾ ਬੰਦ ਕਰਨਾ ਪਿਆ ਤਾਂ ਉਹਨਾਂ ਨੇ ਨਾਲ ਸਪੋਰਟ ਪੈਕੇਜ ਵੀ ਲਾਇਆ, ਜੋ ਤੁਸੀਂ ਦੱਸਿਆ ਕਿ 6 ਬਿਲੀਅਨ ਆਲਰੇਡੀ ਸੀਗਾ ਤਾਂ 534 ਮਿਲੀਅਨ ਦਾ ਉਹਨਾਂ ਨੇ ਹੋਰ ਬਿਜ਼ਨਸ ਜਿਹੜਾ ਸਪੋਰਟ ਪੈਕੇਜ ਆ ਉਹਨੂੰ ਅਨਾਉਂਸ ਕੀਤਾ। ਤਾਂ ਹੁਣ ਅਗਰ ਮੈਂ ਤੁਹਾਨੂੰ ਬਰੀਫ ਵਿੱਚ ਅਗਰ ਦੱਸਾਂ ਕਿ ਵੀ ਇਹ ਜਿਹੜਾ ਸਪੋਰਟ ਬਿਜ਼ਨਸ ਪੈਕੇਜ ਹੈਗਾ ਇਹ ਕੀ ਹੋਊਗਾ, ਤਾਂ ਇਹਦੇ ਵਿੱਚ ਭਾਜੀ ਉਹਨਾਂ ਨੇ ਜਿਹੜੀ ਖਾਸ ਕਰਕੇ ਜਿਹੜੀਆਂ ਗੱਲਾਂ ਉਹ ਬਿਜ਼ਨਸ ਲਈ ਆ, ਉਹਨਾਂ ਨੇ ਕਿਹਾ ਕਿ ਜਿਹੜੇ ਬਿਜ਼ਨਸ ਪ੍ਰਭਾਵਿਤ ਨੇ, ਇਹਨੂੰ ਟਾਰਗੇਟ ਉਹਨਾਂ ਨੇ ਬਿਜ਼ਨਸ ਨੂੰ ਰੱਖਿਆ ਕਿ ਇੰਡੀਵਿਜੂਅਲ ਜਿਹੜੇ ਨੇ ਨੌਕਰੀਸ਼ੁਦਾ ਉਹਨਾਂ ਦੇ ਲਈ ਸ਼ਾਇਦ ਇੰਨਾ ਜ਼ਿਆਦਾ ਨਾ ਹੋਵੇ, ਬਟ ਮੇਨ ਬਿਜ਼ਨਸ ਨੂੰ ਮਿਲਣਾ, ਉਹ ਅੱਗੇ ਆਪਣੇ ਲੋਕਾਂ ਨੂੰ ਕਿੱਦਾਂ ਪਾਸ ਆਨ ਕਰਤੇ ਆ ਉਹ ਦੱਸੂਗਾ। ਕਿ ਉਹਨਾਂ ਦਾ ਮੇਨ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਬਿਜ਼ਨਸ ਇੰਪੈਕਟ ਹੋਏ ਨੇ ਉਹਨਾਂ ਨੂੰ ਸਪੋਰਟ ਪੈਕੇਜ, ਇਹਨੂੰ ਬਿਜ਼ਨਸ ਸਪੋਰਟ ਪੈਕੇਜ ਕਿਹਾ ਜਾ ਰਿਹਾ ਆ। ਠੀਕ, ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਬਿਜ਼ਨਸ ਮੁਸ਼ਕਿਲ ਦਾ ਦੌਰ ਨਿਕਲ ਰਿਹਾ ਜਿਨ੍ਹਾਂ ਦੇ ਲਈ, ਉਹਨਾਂ ਨੂੰ ਗ੍ਰਾਂਟਸ ਦਿੱਤੀਆਂ ਜਾਣਗੀਆਂ ਟਾਈਮ ਦੇ ਨਾਲ, ਜਿਹੜੀਆਂ ਜਿੱਦਾਂ ਵੀ ਉਹਨਾਂ ਦੇ ਬਿਜ਼ਨਸ ਦਾ ਸਟਰਕਚਰ ਹੈਗਾ ਆ। ਤਾਂ ਪਲੱਸ ਇੱਕ ਜਿਹੜੀ ਖਾਸ ਤੌਰ ਕਿ ਦੇਖੋ ਇਦਾਂ ਦੇ ਸਮੇਂ ਦੇ ਵਿੱਚ ਨਾ ਲੋਕਾਂ ਦੇ ਦਿਮਾਗੀ ਤੌਰ ਤੇ ਬਹੁਤ ਅਸਰ ਪੈਂਦਾ ਆ, ਮੈਂਟਲ ਹੈਲਥ ਦਾ ਇਹ ਬਿਲਕੁਲ, ਬਹੁਤ ਧਿਆਨ ਰੱਖਦੇ ਆ, ਹਾਂਜੀ, ਤੇ ਹਾਂਜੀ, ਸਾਡੇ ਤਾਂ ਉੱਥੇ ਕੋਈ ਸਮਝਦੇ ਨਹੀਂ। ਤਾਂ ਇੱਥੇ ਵੀ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਪ੍ਰੋਬਲਮ ਹੈ, ਬਟ ਉਹਨੂੰ ਸਮਝਦੀ ਨਹੀਂ ਕੁਝ। ਤਾਂ ਬਟ ਇਹਨਾਂ ਨੇ ਜੀ ਮੈਂਟਲ ਹੈਲਥ ਸਪੋਰਟ ਫਾਰ ਬਿਜ਼ਨਸਸ, ਇਹ ਇੱਕ ਪੈਕੇਜ ਰੱਖਿਆ ਆ ਕਿ ਵੀ ਜਿਹੜੀ ਉਹਨਾਂ ਨੂੰ ਮੈਂਟਲ ਹੈਲਥ ਤੌਰ ਤੇ ਕਿੱਦਾਂ ਸਪੋਰਟ ਦੇਣੀ ਆ, ਜਿਹਦੇ ਵਿੱਚ ਕਈ ਤਰ੍ਹਾਂ ਦੇ ਉਹ ਅਨਾਉਂਸਮੈਂਟਸ ਕਰਨਗੇ, ਜਿਹਨੂੰ ਵੀ ਉਸ ਤਰੀਕੇ ਦੇ ਨਾਲ ਠੀਕ, ਮਦਦ ਚਾਹੀਦੀ ਹੋਗੀ ਉਸ ਸਿਲਸਿਲੇ ਵਿੱਚ ਉਹ ਲੈ ਸਕਦੇ ਨੇ। ਤਾਂ ਨਾਲ ਹੀ ਉਹਨਾਂ ਨੇ ਬਿਜ਼ਨਸ ਜਿਹੜੇ ਟੂਰਿਜ਼ਮ ਦੇ ਤੌਰ ਦੇ ਉੱਤੇ ਜਿਹੜੇ ਇੰਪੈਕਟ ਹੋਏ ਨੇ, ਜਿਹੜੇ ਟੂਰਿਜ਼ਮ ਵਾਲੇ ਇਲਾਕਿਆਂ ਦੇ ਵਿੱਚ ਲੋਕ ਸੀਗੇ, ਜਿਵੇਂ ਕਿ ਹੁਣ ਹਾਂਜੀ, ਆਪਾਂ ਬਰਫ਼ ਦੀ ਗੱਲ ਕੀਤੀ ਆ, ਸਨੋ, ਹੁਣ ਆਪਣੇ ਅਗਰ ਆਪਾਂ ਈਸਟ ਕੋਸਟ ਲੈ ਲਈਏ, ਜਿੱਧਰਲੇ ਪਾਸੇ ਆਪਾਂ ਆ, ਵਿਕਟੋਰੀਆ, ਨਿਊ ਸਾਊਥ ਹਾਂਜੀ, ਵੇਲਸ, ਇਹਨਾਂ ਦਿਨਾਂ ਦੇ ਵਿੱਚ ਲੋਕ ਜਿਹੜੇ ਨੇ ਸਨੋ ਤੇ ਜਾਂਦੇ ਨੇ। ਮਾਊਂਟ ਬੁੱਲਰ ਹੋ ਗਿਆ, ਸਾਡੇ ਇਧਰ ਵਿਕਟੋਰੀਆ ਦੇ ਵਿੱਚ ਫਾਲਸ ਕ੍ਰਿਕ ਹੋ ਗਿਆ, ਮਾਊਂਟ ਬੋਵੋ, ਤਾਂ ਤੁਹਾਡੇ ਵਾਲੇ ਪਾਸੇ ਵੀ ਉਧਰ ਇਲਾਕੇ ਪੈਂਦੇ ਨੇ, ਇਹ ਲਗਭਗ ਬਾਰਡਰ ਤੇ ਹੀ ਪੈਂਦੇ ਇਲਾਕੇ। ਤਾਂ ਨਿਊ ਹਾਂਜੀ, ਸਾਊਥ ਵੇਲ ਤੇ ਬਹੁਤ ਦੁਨੀਆ ਆਉਂਦੀ ਆ। ਤਾਂ ਉਹ ਸਾਰਾ ਟੂਰਿਜ਼ਮ ਜਿਹੜਾ ਇਸ ਸਾਲ ਮਾਰਿਆ ਗਿਆ, ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਖੋਲਤਾ ਸੀਗਾ ਕਿ ਸਨੋ ਤੇ ਲੋਕੀ ਜਾ ਸਕਦੇ ਨੇ, ਬਟ ਫਿਰ ਦੁਬਾਰਾ ਬੰਦ ਹੋਣ ਕਰਕੇ ਜਿਹੜਾ ਸੀ ਉਹ ਵੀ ਕੈਂਸਲ ਹੋ ਗਏ ਪ੍ਰੋਗਰਾਮ। ਤੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਬਿਜ਼ਨਸ ਦਾ ਨੁਕਸਾਨ ਹੋਇਆ ਜਾਂ ਟੂਰਿਜ਼ਮ ਦੇ ਕਰਕੇ ਜਿਹੜਾ ਇੰਪੈਕਟ ਹੋਇਆ, ਉਹਨਾਂ ਨੂੰ ਸਪੋਰਟ ਕਰਨ ਦੇ ਲਈ ਵੀ ਉਹਨਾਂ ਨੇ ਜਿਹੜਾ ਆ ਪੈਕੇਜ ਭਾਜੀ ਅਨਾਉਂਸ ਕੀਤਾ ਹੈ, ਜੋ ਕਿ ਵਧੀਆ ਗੱਲ ਹੈ। ਕਿ ਅਸੀਂ ਇਹੀ ਐਪਰੀਸ਼ੀਏਟ ਕਰਦੇ ਹਾਂ, ਆਪਣੇ ਪਿਛਲੇ ਪ੍ਰੋਗਰਾਮਾਂ 'ਚ ਵੀ ਕੀਤਾ ਸੀਗਾ ਕਿ ਜੇ ਕੋਈ ਇੱਦਾਂ ਦੀ ਸਰਕਾਰ ਫੈਸਲਾ ਲੈਂਦੀ ਹੈ ਜਿਹਦਾ ਆਮ ਲੋਕਾਂ ਦੇ ਉੱਤੇ ਫਰਕ ਪੈਂਦਾ ਆ ਫਾਈਨੈਂਸ਼ੀਅਲੀ, ਤਾਂ ਸਰਕਾਰ ਕਿਤੇ ਨਾ ਕਿਤੇ ਉਹਨੂੰ ਥੋੜ੍ਹੀ ਬਹੁਤ ਮਦਦ ਵੀ ਜਿਹੜੀ ਹੈ ਉਹ ਕਰਦੀ ਹੈ, ਤਾਂ ਕਿ ਉਹਨਾਂ ਨੂੰ ਵੈਰੀ ਗੁੱਡ, ਮੈਂਟਲੀ ਤੇ ਫਾਈਨੈਂਸ਼ੀਅਲੀ ਥੋੜ੍ਹਾ ਬਹੁਤ ਸਪੋਰਟ ਕੀਤਾ ਜਾ ਸਕੇ, ਤਾਂ ਕਿ ਉਹ ਉਨਾ ਪ੍ਰਭਾਵਿਤ ਨਾ ਹੋਵੇ ਜਿੰਨਾ ਬਿਨਾਂ ਸਪੋਰਟ ਤੋਂ ਹੋ ਸਕਦਾ ਆ। ਠੀਕ, ਤੇ ਭਾਜੀ ਨਾਲ ਹੀ ਆਪਾਂ ਅਗਰ ਗੱਲ ਕਰੀਏ ਤਾਂ ਕੈਨਬਰਾ ਤੋਂ ਵੀ ਥੋੜਾ ਜਿਹਾ ਅਪਡੇਟ ਆਇਆ ਕਿ ਵੀ ਕੈਨਬਰਾ ਹਾਂਜੀ, ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਨੇ ਅੱਜ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਜਿਹੜੇ ਲੋਕ
ਦੂਜੇ ਮੁਲਕਾਂ 'ਚ ਫਸੇ ਹੋਏ ਸੀਗੇ, ਆ ਰਹੇ ਬੜੇ ਤੰਗ ਹਾਂਜੀ ਸੀਗੇ, ਮੁਸ਼ਕਿਲ ਸੀਗੇ, ਉਹਨਾਂ ਦੇ ਲਈ ਕੋਈ ਬਾਹਲੇ ਸੁਖਾਵੀ ਗੱਲ ਨਹੀਂ ਹੈ, ਕਿਉਂਕਿ ਫਲਾਈਟਾਂ ਆ ਰਹੀਆਂ ਸੀਗੀਆਂ। ਤਾਂ ਉਹਦੇ ਬਾਰੇ ਥੋੜਾ ਜਿਹਾ ਅਪਡੇਟ ਦੱਸੋ ਕਿ ਵੀ ਕੀ ਪ੍ਰਧਾਨ ਮੰਤਰੀ ਜੀ ਨੇ ਕਿਹਾ ਆ। ਹਾਂਜੀ, ਪ੍ਰਧਾਨ ਮੰਤਰੀ ਮਿਸਟਰ ਮੋਰਿਸਨ ਸਾਹਿਬ ਨੇ ਇਹੀ ਕਿਹਾ। ਵੈਸੇ ਉਹ ਇੰਨੀ ਗੱਲ ਉਹ ਮਾੜੀ ਖਬਰ ਵੀ ਨਹੀਂ ਕਹਿ ਸਕਦੇ, ਜਿੱਦਾਂ ਪ੍ਰੀਕਾਸ਼ਨ ਲਈ ਆ। ਜ਼ਿਆਦਾਤਰ ਜਿੱਦਾਂ ਵੇਖਣ ਵਿੱਚ ਆਇਆ ਵੀ ਬਾਹਰੋਂ ਜ਼ਿਆਦਾ ਆਇਆ ਸੀਗਾ ਜੀ। ਹੁਣ ਕਰੋਨਾ ਜਿਹੜਾ ਬਾਹਰੋਂ ਆਉਣ ਦੇ ਕਰਕੇ, ਜਿੱਦਾਂ ਹੋਟਲ ਦੇ ਵਿੱਚ ਉਹ ਲਿੰਕ ਕੀਤਾ ਨਾ ਤੁਹਾਡਾ ਉੱਥੇ ਮੈਲਬਨ ਦੇ ਵਿੱਚ ਵੀ, ਹਾਂਜੀ ਬਾਇਆ ਸਿਕਿਉਰਿਟੀ ਗਾਰਡ ਚਲ ਗਿਆ, ਫਿਰ ਪਾਰਟੀ ਹਾਂਜੀ ਚਲ ਗਿਆ, ਲੋਕਾਂ ਦੀ ਅਣਗਹਿਲੀ ਕਰਕੇ, ਲਾਪਰਵਾਹੀ ਕਰਕੇ। ਹੂੰ ਉਹ ਹੁਣ ਹੋਰ ਚਾਹੁੰਦੇ ਆ ਵੀ ਜਿਹੜਾ ਉਹਨਾਂ ਦਾ ਪਹਿਲਾ ਕੈਪ ਸੀਗਾ ਨਾ ਬਾਹਰੋਂ ਇੰਟਰਨੈਸ਼ਨਲ ਫਲਾਈਟ ਆਉਣ ਦਾ, ਉਹ ਹਾਫ ਹਾਂਜੀ ਕਰ ਦਿੱਤਾ ਜੀ। ਫਲਾਈਟਾਂ ਜਿਹੜੀਆਂ ਠੀਕ ਹੈ ਆਉਣੀਆਂ ਸੀ ਹੋਰ ਅੱਧੀਆਂ ਆਉਣਗੀਆਂ। ਉਹਦੇ ਪਿੱਛੇ ਬੜਾ ਵੱਡਾ ਹੀ ਗੱਲਾਂ ਆ ਜੀ। ਜਿੱਦਾਂ ਹੁਣ ਆਪਾਂ ਖਬਰ ਤਾਂ ਕਹਿ ਦਿੰਦੇ ਆ ਉਹ, ਪਰ ਉਹਦੇ ਵਿੱਚ ਬੜੇ ਵੱਡੇ ਮੀਨਿੰਗ ਆ ਪੰਜਾਬੀ ਦੇ ਵਿੱਚ ਵੀ ਹੋਰ ਵੀ ਸਾਰੇ। ਵੀ ਜੇ ਥੋੜੇ ਬੰਦੇ ਆਉਣਗੇ, ਉਹਨਾਂ ਨੂੰ ਜਿੰਨੇ ਵੀ ਉਹ ਟ੍ਰੀਟ ਕਰੂਗੇ ਚੰਗੀ ਤਰ੍ਹਾਂ, ਤੇ ਉਹਨਾਂ ਨੂੰ ਹੋਟਲ ਦੇ ਵਿੱਚ ਪ੍ਰੋਵਾਈਡ ਕਰਾਉਣ ਲਈ, ਉਹਨਾਂ ਦੀ ਚੈੱਕਅਪ ਵਾਸਤੇ ਉਹ ਕੁਆਰੰਟਾਈਨ ਵਧੀਆ ਹੋ ਜਾਊਗਾ ਜੀ। ਥੋੜਾ ਜਿਹਦਾ ਰਸ਼ ਨਹੀਂ ਪਊਗਾ। ਇੱਕ ਤਾਂ ਉਹ ਹਾਫ ਕਰ ਦਿੱਤਾ ਜੀ, ਹੋਰ ਥੋੜਾ ਠੀਕ ਹੈ ਜੀ। ਸਾਰਿਆਂ ਲਈ, ਲੋਕਲ ਜਿਹੜੇ ਆ, ਜਿਹੜੇ ਇੰਟਰਨਲ ਜਾਂ ਔਨ ਸ਼ੋਰ, ਉਹਨਾਂ ਲਈ ਉਹ ਠੀਕ ਗੱਲ ਵੀ ਆ। ਤੇ ਉਹਨਾਂ ਨੂੰ ਥੋੜਾ ਔਖਾ ਹੋਣਾ ਜਿਹੜੇ ਕੁਝ ਟੈਂਪਰੇਰੀ ਰੈਜ਼ੀਡੈਂਟ ਜਾਂ ਜਿਹੜੇ ਵਰਕ ਪਰਮਿਟ ਤੇ ਆ, ਜਾਂ ਜਿਹੜੇ ਰੈਜ਼ੀਡੈਂਟ ਸਿਟੀਜ਼ਨ ਬਾਹਰ ਕਿਤੇ ਲੌਂਗ ਗਏ ਹੁੰਦੇ ਜੌਬਾਂ ਤੇ, ਉਹਨਾਂ ਲਈ ਥੋੜਾ ਔਖਾ। ਪਰ ਉਹਨਾਂ ਨੇ ਇਹ ਵੀ ਨਾਲ ਕਰ ਦਿੱਤਾ ਜੀ, ਇਹ ਥੋੜਾ ਟਫ ਹੋ ਗਿਆ ਬਈ। ਜਿਹੜਾ ਉਹਨਾਂ ਨੇ ਇਹ ਕਰਤਾ ਵੀ ਜਦੋਂ ਉਹ ਆਉਣਗੇ, ਔਨ ਸੈਲਫ ਜਿਹੜਾ ਹੋਟਲ ਦਾ ਸਾਰਾ ਖਰਚਾ ਉਹਨਾਂ ਨੂੰ ਹੀ ਸ਼ਾਇਦ ਕਰਨਾ ਪਿਆ ਕਰੂਗਾ। ਪਹਿਲਾਂ ਉਹ ਗਵਰਨਮੈਂਟ ਪ੍ਰੋਵਾਈਡ ਕਰਾਉਂਦੀ ਸੀ। ਹੌਲੀ ਹੌਲੀ ਜਿਹੜਾ ਗਵਰਨਮੈਂਟ ਦੇ ਉੱਤੇ ਜਿੱਦਾਂ ਬਰਡਨ ਵਧੀ ਵੀ ਜਾ ਰਿਹਾ ਨਾ ਜੀ। ਹੁਣ ਜਿੱਦਾਂ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਉਹਨਾਂ ਨੇ ਇਹ ਵੀ ਕਿਹਾ ਵੀ ਮੋਰਿਸਨ ਸਾਹਿਬ ਨੇ ਵੀ ਤੁਸੀਂ ਜਿਹੜੀਆਂ ਬਾਕੀ ਸਟੇਟਾਂ ਥੋੜਾ ਥੋੜਾ ਆਪਣਾ ਭਾਰ ਵੀ ਝੱਲਣ ਆਪਣੇ ਮੋਢਿਆਂ ਤੇ, ਥੋੜਾ ਜ਼ਿੰਮੇਵਾਰੀਆਂ ਵੀ ਰੱਖਣ ਥੋੜਾ ਜਿਹਾ ਨਾ। ਹਰੇਕ ਸਿਟੀਜ਼ਨ ਦਾ ਮੈਂ ਤਾਂ ਕਹਿੰਦਾ ਫਰਜ਼ ਬਣਦਾ ਜੀ, ਕਿਉਂਕਿ ਇਹ ਇੱਕ ਵਾਰ ਚੱਲ ਰਹੀ ਕਰੋਨਾ ਦੇ ਨਾਲ। ਸਮਝ ਲਓ ਸਾਰੇ ਕਿਤੇ ਦੁਸ਼ਮਣ ਹੈਗਾ। ਉਦੋਂ ਜਿਹੜਾ ਜਾਲਾ ਤੋੜਨ ਦੇ ਲਈ, ਉਹਦਾ ਨੈਟ ਤੋੜਨ ਵਾਸਤੇ ਸਾਰੇ ਪ੍ਰੀਕਾਸ਼ਨ ਤੇ ਇਹ ਸਾਰਾ ਕੁਝ ਨਾਲ ਸਹਿਯੋਗ ਹਰੇਕ ਬੰਦੇ ਨੂੰ ਕਰਨਾ ਹੀ ਪੈਣਾ ਜੀ। ਸੋ ਇਹ ਜੋ ਦੋ ਤਿੰਨ ਗੱਲਾਂ ਇਹ ਹੋ ਗਈਆਂ ਆ ਵੀ ਜਿੱਦਾਂ ਇਹਦੇ ਕਰਕੇ ਥੋੜਾ ਉਹ ਲੱਗਦਾ ਟਫ ਆ। ਪਰ ਜੇ ਹੈਲਥ ਵਾਸਤੇ ਦੇਖਦੇ ਆ, ਰੀਜਨ ਵਾਸਤੇ ਦੇਖਦੇ ਆ, ਉਹ ਸਹੀ ਵੀ ਆ। ਜਿੱਦਾਂ WHO ਨੇ, ਗੁਰਵਿੰਦਰ ਸਿੰਘ ਜੀ, ਇੱਕ ਹੋਰ ਨਿਊਜ਼ ਵੀ ਸੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਵੀ, ਉਹ ਦੁਬਾਰਾ ਹੁਣ ਡਿਮਾਂਡ ਕਰਨ ਲੱਗੇ ਜੀ ਚਾਈਨਾ ਤੋਂ ਵੀ। ਦੁਬਾਰਾ ਉਹਨਾਂ ਦੇ ਕੰਨ ਫੇਰ ਖਿੱਚੇ ਆ ਵੀ ਤੁਸੀਂ ਥੋੜਾ ਜਿਹਾ ਇਹਦੀ ਦੁਬਾਰਾ ਇਨਵੈਸਟੀਗੇਸ਼ਨ ਕਰਕੇ ਦੇਖੋ ਵੀ ਕਿੱਦਾਂ ਇਹ ਸ਼ੁਰੂ ਹੋਇਆ ਸੀ ਤੇ ਤੁਸੀਂ ਕਿੱਦਾਂ ਰੋਕਿਆ ਸੀ। ਸੋ ਉਹਨਾਂ ਅੱਖਾਂ ਨੂੰ ਅੱਜ ਸਵੇਰੇ ਹਾਂਜੀ ਉਹਨਾਂ ਦਾ ਚੱਲ ਰਿਹਾ ਸੀ ਲਾਈਵ, ਤੇ ਉਹ ਸਾਰਾ ਡਿਸਕਸ਼ਨ, ਲੋਕਾਂ ਦੇ ਵਿਚਾਰ ਬੜੇ ਆ ਰਹੇ ਸੀ ਵੀ ਇਹਨਾਂ ਨੇ ਪੈਸੇ ਹੀ ਪਤਾ ਨਹੀਂ WHO ਇਕੱਠੇ ਕਰਦੀ ਆ, ਵਰਲਡ ਹੈਲਥ ਆਰਗੇਨਾਈਜੇਸ਼ਨ। ਉਹਨਾਂ ਨੇ ਪਹਿਲਾਂ ਕਿਹਾ ਨੂੰ ਦੱਸਿਆ, ਜਿੱਦਾਂ ਹੁਣ ਮੈਲਬੌਰਨ ਦੇ ਵਿੱਚ ਮਾਸਕ ਪਾਉਣੀ ਵੀ ਮੈਂ ਦੇਖਿਆ ਜੀ, ਉਹ ਕਹਿੰਦੇ ਵੀ ਕੰਪਲਸਰੀ ਜਿਹੀ ਕਰ ਦਿੱਤੀ ਆ। ਕਿਉਂਕਿ ਇਹਦਾ ਪ੍ਰੀਕਾਸ਼ਨ ਜਿੰਨਾ ਵੀ ਧਿਆਨ ਸਾਵਧਾਨੀਆਂ ਵਰਤਣ ਨੂੰ ਥੋੜ੍ਹੀਆਂ, ਜੇ ਬਾਹਰ ਜਾਣਾ ਤਾਂ ਮਾਸਕ ਪਾਉਣੀ ਪੈਣੀ। ਸ਼ਾਇਦ ਤੁਹਾਨੂੰ ਉਹ ਜ਼ਿਆਦਾ ਪਤਾ ਹੋਣਾ ਜੀ। ਜੀ ਮਾਸਕ ਦਾ ਵੀ ਅਪਡੇਟ ਕਰ ਦਈਏ। ਮਾਸਕ ਜੀ ਕੰਪਲਸਰੀ ਨਹੀਂ ਕੀਤੇ ਆ। ਡੈਨੀਅਲ ਐਂਡਰੂ ਪ੍ਰੀਮੀਅਰ ਹੈ, ਉਹਨੇ ਸਲਾਹ ਦਿੱਤੀ ਆ, ਲੋਕਾਂ ਨੂੰ ਰეკਮੈਂਡ ਕੀਤਾ ਆ ਕਿ ਬਈ ਜੇ ਤੁਸੀਂ ਮੈਲਬਨ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਨਹੀਂ ਰੱਖ ਸਕਦੇ, ਜਿਹੜੀ 1.5 ਮੀਟਰ ਹੈਗੀ ਆ, ਤਾਂ ਤੁਸੀਂ ਸਿਰਫ ਲੋਕਾਂ ਦੇ ਨਾਲ, ਜਿਵੇਂ ਤੁਸੀਂ ਟੈਕਸੀ 'ਚ ਬੈਠਦੇ ਹੋ, ਊਬਰ 'ਚ ਬੈਠਦੇ ਹੋ, ਜਾਂ ਫਿਰ ਤੁਸੀਂ ਪਬਲਿਕ ਟਰਾਂਸਪੋਰਟ 'ਚ ਜਾਂਦੇ ਹੋ, ਤਾਂ ਤੁਸੀਂ ਮਾਸਕ ਫਿਰ ਪਾ ਕੇ ਰੱਖੋ। ਮਤਲਬ ਉਹ ਕਹਿੰਦੇ ਵੀ ਇੱਕ ਨਾਲ ਉਹਨਾਂ ਬਾਰ-ਬਾਰ ਨਾਲ ਇਹ ਵੀ ਕਿਹਾ ਕਿ ਵੀ ਅਸੀਂ 3 ਮਿਲੀਅਨ ਮਾਸਕ ਜਿਹੜਾ ਹੋਰ ਪ੍ਰੋਵਾਈਡ ਕਰ ਰਹੇ ਹਾਂ, ਆਰਡਰ ਕਰ ਰਹੇ, ਜਿਨ੍ਹਾਂ 'ਚੋਂ 1 ਮਿਲੀਅਨ ਹੋਊਗਾ ਜਿਹੜਾ ਕਿ ਵਨ ਟਾਈਮ ਯੂਜ਼ ਮਾਸਕ, 2 ਮਿਲੀਅਨ ਜਿਹੜਾ ਆ ਉਹ ਰੀਯੂਜ਼ੇਬਲ ਮਾਸਕ। ਤਾਂ ਉਹ ਕਹਿੰਦੇ ਵੀ ਉਹ ਅਸੀਂ ਇੰਨਾ ਸਟਾਕ ਵੀ ਪ੍ਰੋਵਾਈਡ ਕਰ ਰਹੇ ਤਾਂ ਕਿ ਇਹ ਹੋਰ ਨਾ, ਜਦੋਂ ਮਾੜਾ ਜਿਹਾ ਕਹਿੰਦੇ ਨਾ ਸਰਕਾਰੀ ਤੌਰ ਤੇ ਕਹਿ ਦਿੰਦੇ, ਅਗਲੇ ਦਿਨ ਰਸ਼ ਪੈ ਜਾਂਦਾ ਜੀ, ਸਾਰੇ ਮਾਸਕ ਲੈਣ ਤੁਰ ਪੈਂਦੇ ਨੇ। ਬਟ ਉਹਨਾਂ ਨੇ ਰეკਮੈਂਡ ਕੀਤਾ ਆ ਕਿ ਤੁਸੀਂ ਜਦੋਂ ਸ਼ਾਪਿੰਗ ਸੈਂਟਰ ਜਾਂਦੇ ਹੋ, ਜਿੱਥੇ ਤੁਹਾਡਾ ਲੋਕਾਂ ਦੇ ਨਾਲ ਤੁਸੀਂ ਵਾਹ ਵਾਸਤਾ ਪੈਂਦਾ, ਬਟ ਤੁਸੀਂ ਇੰਨੀ ਡਿਸਟੈਂਸ ਨਹੀਂ ਰੱਖ ਸਕਦੇ, ਤਾਂ ਤੁਸੀਂ ਨਾਲ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਕੋਈ ਵੀ ਆਪਣਾ ਕੱਪੜਾ ਲੈ ਕੇ ਮੂੰਹ ਢੱਕ ਲਓ। ਘਰ ਦੇ ਵਾਲੇ ਮਾਸਕ, ਜਿਵੇਂ ਆਪਾਂ ਹੁੰਦੇ, ਆਪਾਂ ਤਾਂ ਪੰਜਾਬ ਦੇ ਵਿੱਚ ਬੀਬੀਆਂ ਚੁੰਨੀਆਂ ਲੈ ਲੈਂਦੀਆਂ ਨੇ, ਜਾਂ ਆਪਾਂ ਕਹਿ ਦਈਏ ਕਿ ਆਪਾਂ ਪਰਨਾ ਜਿਹਾ ਲੈ ਕੇ ਹੈ ਨਾ, ਜਾਂ ਹਜੂਰੀਆ ਲੈ ਕੇ ਆਪਾਂ ਮੂੰਹ ਨੂੰ ਢੱਕ ਲੈਂਦੇ ਹਾਂ, ਜਾਂ ਰੁਮਾਲ ਬੰਨ ਲੈਂਦੇ ਹਾਂ। ਉਹ ਕਹਿੰਦੇ ਕੁਛ ਵੀ ਬਣ ਕੇ ਜਾਵੋ, ਹੋਮਮੇਡ ਮਾਸਕ ਹੈ। ਤੇ ਨਾਲ ਆਉਣ ਵਾਲੇ ਕਹਿੰਦੇ ਦਿਨਾਂ ਦੇ ਵਿੱਚ ਅਸੀਂ ਕੁਝ ਵੀਡੀਓਜ਼ ਜਾਂ ਕੁਝ ਜਾਣਕਾਰੀ ਵੀ ਪ੍ਰੋਵਾਈਡ ਕਰਾਂਗੇ, ਜਿਹਦੇ ਵਿੱਚ ਮਾਸਕ ਬਣਾਉਣ ਦਾ, ਕਿਵੇਂ ਤੁਸੀਂ ਹੋਮਮੇਡ ਮਾਸਕ ਕਿਹੜੇ ਯੂਜ਼ ਕਰ ਸਕਦੇ ਹੋ, ਉਹਦੇ ਬਾਰੇ ਵੀ ਅਪਡੇਟ ਦੇਣਗੇ। ਤਾਂ ਚਲੋ ਇਹ ਤਾਂ ਹੈਗਾ ਭਾਜੀ, ਬਟ ਆਹ ਦੱਸੀ ਹੈ
ਜਿਹੜੇ ਤੁਸੀਂ ਫਲਾਈਟਾਂ ਦੀ ਦੱਸੀ ਹੈ, ਇਹਦਾ ਹੁਣ ਕਿਉਂਕਿ ਆਪਾਂ ਵੀ ਜਾਣਦੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਲਗਾਤਾਰ ਟਵਿੱਟਰ ਦੇ ਉੱਤੇ ਵੀ ਤਾਂ ਆਨਲਾਈਨ ਵੀ ਬਹੁਤ ਰਿਕੁਐਸਟ ਕਰ ਰਹੇ, ਕਿਉਂਕਿ ਬਹੁਤ ਵੱਡੇ ਨੰਬਰ ਦੇ ਵਿੱਚ ਲੋਕ ਜਿਹੜੇ ਨੇ ਬਾਹਰ ਫਸੇ ਹੋਏ ਨੇ, ਜਿਹੜੇ ਆ ਨਹੀਂ ਪਾ ਰਹੇ ਪਿਛਲੇ 3-4 ਮਹੀਨਿਆਂ ਤੋਂ, ਤੇ ਉਹ ਹਰ ਵਕਤ ਕੋਸ਼ਿਸ਼ ਕਰ ਰਹੇ ਆਉਣ ਦਾ। ਹੁਣ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ, ਇਸ ਟਾਈਮ ਜਿਹੜੇ ਚਾਰਟਰਡ ਫਲਾਈਟਾਂ ਚੱਲ ਰਹੀਆਂ ਨੇ ਉਹ ਬਹੁਤ ਐਕਸਪੈਂਸਿਵ ਹੋਈਆਂ ਪਈਆਂ ਨੇ। 2,500 ਰੁਪਏ 3,000 ਦੀ ਟਿਕਟ ਜਿਹੜੀ ਆ ਉਹ ਹੋਈ ਪਈ ਆ ਇੱਕ ਜਾਣੇ ਦੀ। ਜੇ ਕਿਤੇ 3-4 ਜਾਣੇ ਹੈਗੇ ਨੇ ਫੈਮਿਲੀ ਮੈਂਬਰ ਤਾਂ ਉਹਨਾਂ ਦਾ 10-15,000 ਤੱਕ ਗਿਆ ਬੜੇ ਆਰਾਮ ਦੇ ਨਾਲ। ਤਾਂ ਬਟ ਜੇ ਨਾਲ ਆਉਂਦੇ ਉਹਨਾਂ ਨੂੰ ਕੁਆਰੰਟੀਨ ਦਾ ਵੀ ਖਰਚਾ ਪੈ ਗਿਆ ਹੋਟਲ ਵਾਲੇ ਦਾ, ਤਾਂ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲੀ ਬਰਡਨ ਜਿਹੜਾ ਆ ਇੱਕ ਬੰਦੇ ਦੇ ਉੱਤੇ ਬਹੁਤ ਜ਼ਿਆਦਾ ਪਊਗਾ ਕਿ ਆਉਣ ਦਾ। ਵੀ ਹੁਣ ਇਹ ਉਹਨਾਂ ਲੋਕਾਂ ਨੇ ਦੇਖਣਾ ਕਿ ਵੀ ਕਿਵੇਂ ਉਹ ਇਸ ਚੀਜ਼ ਨੂੰ ਮੈਨੇਜ ਕਰਨਗੇ। ਬਟ ਇਹ ਇੱਕ ਤਰ੍ਹਾਂ ਨਾਲ ਜਿਹੜੇ ਲੋਕ ਫਸੇ ਹੋਏ ਨੇ ਉਹ ਆਲਰੇਡੀ ਤੰਗ ਨੇ ਕਾਫੀ ਲੋਕ, ਕਿਉਂਕਿ ਬੱਚਿਆਂ ਦੇ ਸਕੂਲ ਹੁੰਦੇ ਨੇ, ਕਾਰੋਬਾਰ ਕਈਆਂ ਦੇ ਹੁੰਦੇ ਨੇ, ਕੰਮ ਕਾਜ, ਤੇ ਉਹਦੇ ਕਰਕੇ ਉਹਨਾਂ ਦਾ ਆਲਰੇਡੀ ਫਾਈਨੈਂਸ਼ੀਅਲ ਬਰਡਨ ਉਹਨਾਂ ਤੇ ਪੈ ਰਿਹਾ ਹੋਣਾ, ਕਿਉਂਕਿ ਕੰਮ ਨਹੀਂ ਕਰ ਪਾ ਰਹੇ ਤੇ ਨਾਲੇ ਉਹ ਔਨ ਸ਼ੋਰ ਨਹੀਂ ਹੈਗੇ। ਤਾਂ ਉਹਦੇ ਕਰਕੇ ਉਹਨਾਂ ਨੂੰ ਜਿਹੜਾ ਉਹ ਜੌਬ ਕੀਪਰ, ਜੌਬ ਸੀਕਰ, ਆਈ ਡੋਂਟ ਨੋ ਕਿ ਉਹਦੀ ਕੀ ਉਹਨੂੰ ਐਕਸੈਸ ਕਰ ਪਾ ਰਹੇ ਹੋਣਗੇ ਕਿ ਨਹੀਂ ਕਰ ਪਾ ਰਹੇ ਹੋਣਗੇ। ਬਟ ਡੈਫੀਨੇਟਲੀ ਇੱਕ ਫਾਈਨੈਂਸ਼ੀਅਲ ਬਰਡਨ ਭਾਜੀ ਕਾਫੀ ਵੱਡਾ ਜਿਹੜਾ ਆ ਆਸਟ੍ਰੇਲੀਅਨ ਸਿਟੀਜ਼ਨ ਜਿਹੜੇ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਤੇ ਪਾਏਗਾ, ਤਾਂ ਔਰ ਇਹ ਕਾਫੀ ਲੰਬੇ ਸਮੇਂ ਤੱਕ ਪਏਗਾ। ਕਿਉਂਕਿ ਮੈਂ ਕੁਝ ਪਰਿਵਾਰਾਂ ਨੂੰ ਜਾਣਦਾ ਜਿਹੜੇ ਹੁਣ ਰੀਸੈਂਟਲੀ ਆਏ ਨੇ, ਮਤਲਬ ਉਹਨਾਂ ਨੇ ਕਈਆਂ ਨੇ 2-3 ਵਾਰ ਟਿਕਟਾਂ ਲਈਆਂ ਤਾਂ 15-15, 20-20 ਹਜ਼ਾਰ ਤੋਂ ਵੱਧ ਉਹ ਜਿਹੜਾ ਉਹਨਾਂ ਦਾ ਖਰਚਾ ਸਿਰਫ ਵਾਪਸ ਆਉਣ ਤੇ ਹੋਇਆ। ਤਾਂ ਡੈਫੀਨੇਟਲੀ ਹਾਂਜੀ ਉਹੀ ਹੈ ਨਾ ਜੀ ਵੀ ਜਿਹੜਾ ਮਤਲਬ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਅੱਜ ਤੁਹਾਡੀ ਆਹ ਡਿਸਕਸ਼ਨ ਕਰਨ ਦੇ ਨਾਲ ਪਤਾ ਲੱਗਿਆ ਮੈਨੂੰ ਕਾਫੀ ਖਬਰਾਂ ਚੱਲ ਰਹੀਆਂ ਹੁੰਦੀਆਂ ਜੀ ਅੱਜ ਕੱਲ੍ਹ ਸਾਰੇ ਕਿਤੇ। ਤੁਸੀਂ ਮੇਨ ਹੈੱਡ ਆਫਿਸ ਦੇ ਵਿੱਚ ਬੈਠੇ ਆ ਤੇ ਮੈਲਬੌਰਨ ਦੇ ਵਿੱਚ ਬੈਠੇ ਆ, ਤੁਹਾਤੋਂ ਕਲੀਅਰ ਹੋਇਆ ਵੀ ਮਾਸਕ ਜਿਹੜੀ ਆ ਪਾਉਣੀ ਕੰਪਲਸਰੀ ਨਹੀਂ, ਪਰ ਪਰਹੇਜ਼ ਵਾਸਤੇ ਪਾਉਣੀ ਚੰਗੀ ਗੱਲ ਆ। ਕਿਉਂਕਿ ਪੰਜਾਬ ਦੇ ਵਿੱਚ ਖਬਰਾਂ ਆ ਰਹੀਆਂ ਸੀ ਵੀ ਟਰੱਕ ਡਰਾਈਵਰਾਂ ਨੂੰ ਜਾਣ ਕੇ ਫਾਈਨ ਕਰੀ ਜਾਂਦੇ ਪੁਲਿਸ ਵਾਲੇ, ਤੇ ਮਾਸਕ ਪਾਉਣੀ ਕੰਪਲਸਰੀ ਆ। ਸੋ ਇਹ ਪੰਜਾਬ 'ਚ ਕੰਪਲਸਰੀ ਹੈ ਜੀ, ਪੰਜਾਬ 'ਚ ਕੰਪਲਸਰੀ ਹੈ, ਇੰਡੀਆ ਵਿੱਚ ਉਹਨਾਂ ਨੇ ਕੰਪਲਸਰੀ ਕੀਤਾ ਆ। ਹਾਂਜੀ ਸੋ ਇਸ ਕਰਕੇ ਤੁਸੀਂ ਥੈਂਕ ਯੂ, ਤੁਹਾਡਾ ਕਲੀਅਰ ਕਰ ਦਿੱਤਾ ਜੀ। ਅੱਗੋਂ ਇੱਕ ਹੋਰ ਤੁਹਾਡੇ ਖਬਰ ਇੱਕ ਆ ਰਹੀ ਆ ਜੀ ਵੀ ਇੱਕ ਬਹੁਤ ਵੱਡਾ ਤੇ ਅੱਜ ਤੱਕ ਤਾਂ ਸਭ ਤੋਂ ਐਕਸਪੈਂਸਿਵ ਤੇ ਰਿਚ ਜਿਹੜਾ ਆ ਉਹ ਬਰਥਡੇ ਮਨਾਇਆ ਗਿਆ ਜੀ ਮੈਲਬੌਰਨ ਦੇ ਵਿੱਚ। ਇਹ ਕੀ ਹੋ ਰਿਹਾ ਜੀ ਉਧਰੋਂ ਲੋਕਡਾਊਨ? ਇਹ ਬਰਥਡੇ ਭਾਜੀ ਬਰਥਡੇ ਮਨਾਇਆ ਨਹੀਂ ਗਿਆ, ਬਰਥਡੇ ਹੋ ਗਿਆ ਹੈ ਐਕਸਪੈਂਸਿਵ। ਅੱਜ ਜਦੋਂ ਪੁਲਿਸ ਨੇ ਆਪਣਾ ਜੀ ਇੱਕ ਡਾਟਾ ਪਬਲਿਸ਼ ਕੀਤਾ ਆ, ਉਹਨਾਂ ਨੇ ਪਬਲਿਕ ਕੀਤਾ ਜਾਰੀ ਕਿ ਪਿਛਲੇ 24 ਘੰਟਿਆਂ ਵਿੱਚ ਉਹਨਾਂ ਨੇ ਕਿੰਨੇ ਕੁ ਲੋਕਾਂ ਨੂੰ ਕੀ ਕੁਝ ਕੀਤਾ ਉਹਨਾਂ ਨੇ ਆਪਣਾ 24 ਘੰਟਿਆਂ ਦਾ। ਉਹ 'ਚ ਉਹਨਾਂ ਨੇ ਦੱਸਿਆ ਜੀ ਕਿ 976 ਜਗ੍ਹਾ ਤੇ ਉਹਨਾਂ ਨੇ ਛਾਪੇਮਾਰੀ ਕੀਤੀ, ਜਾਂ ਸਪੌਟਸ ਤੇ, ਘਰਾਂ ਤੇ, ਬਿਜ਼ਨਸ ਤੇ ਗਏ ਨੇ ਉੱਥੇ ਲੋਕਾਂ ਨੂੰ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੋਈ ਲੋਕ ਇਕੱਠੇ ਹੋਏ ਨੇ 976 ਘਰਾਂ ਦੇ ਵਿੱਚ। ਤੇ ਨਾਲ ਹੀ ਉਹਨਾਂ ਨੇ ਕਰੀਬਨ 5,500 ਦੇ ਕਰੀਬ ਜਿਹੜੀਆਂ ਕਾਰਾਂ ਨੇ ਉਹ ਚੈੱਕ ਕੀਤੀਆਂ ਨੇ 24 ਘੰਟਿਆਂ ਦੇ ਵਿੱਚ, ਯਾਨੀ ਕਿ ਲੱਗੇ ਹੋਏ ਨੇ, ਜਿਹਦੇ ਵਿੱਚੋਂ ਜੀ ਉਹਨਾਂ ਨੇ ਕੁਝ ਫਾਈਨ ਦਿੱਤੇ ਨੇ। ਇੱਕ ਸਾਡੇ ਤੇ ਡੈਂਡੀਨੋਗ ਏਰੀਆ ਆ ਮੈਲਬੌਰਨ ਦੇ ਸਾਊਥ ਈਸਟ ਦੇ ਵਿੱਚ, ਉੱਥੇ ਜੀ ਇੱਕ ਹੀ ਘਰ ਦੇ ਵਿੱਚ ਕਾਫੀ ਵੱਡੀ ਕਹਿੰਦੇ ਬਰਥਡੇ ਪਾਰਟੀ ਚੱਲ ਰਹੀ ਸੀਗੀ। ਤਾਂ ਪੁਲਿਸ ਨੇ ਜਾ ਕੇ ਜਦੋਂ ਉੱਥੇ ਛਾਪਾਮਾਰੀ ਕੀਤੀ ਹੈ ਤਾਂ ਉੱਥੋਂ ਜੀ ਬੜੇ ਵੱਡੇ KFC ਦੇ ਆਰਡਰ ਤੇ ਹੋਰ ਕਈ ਕੁਝ ਤੇ ਮਤਲਬ ਇੱਕ ਕਾਫੀ ਵੱਡਾ ਉੱਥੇ ਪਾਰਟੀ ਜਿਹੜੀ ਚੱਲ ਰਹੀ ਸੀਗੀ, ਜਿਹਦੇ ਵਿੱਚ ਉਹਨਾਂ ਨੇ $20,000 ਦਾ ਫਾਈਨ ਦਿੱਤਾ ਆ। ਯਾਨੀ ਕਿ ਤੁਸੀਂ ਗੱਲ ਕਰ ਰਹੇ ਜੀ ਕੱਲ ਦੀ ਵੀ ਹਾਰਡ ਲੌਕਿੰਗ ਦੇ ਵਿੱਚ। ਹਾਂਜੀ ਹਾਰਡ ਲੌਕਿੰਗ ਦੇ ਵਿੱਚ, ਤਾਂ ਹੀ ਉੱਥੇ ਪਹਿਲੇ ਦਿਨ ਦੀ ਪਾਰਟੀ ਮਨਾ ਰਹੇ ਆ। ਬਿਲਕੁਲ ਹਾਰਡ ਲੌਕਿੰਗ ਦੇ ਵਿੱਚੋਂ ਕਿਤੇ ਬਰਥਡੇ ਪਾਰਟੀ ਮਨਾ ਰਹੇ ਆ ਜੀ। ਉਸ ਤੋਂ ਬਾਅਦ ਨਾਲ ਹੀ ਇਹ ਟੋਟਲ ਫਾਈਨ ਜਿਹੜਾ ਜੀ ਉਹਨਾਂ ਨੇ 16 ਫਾਈਨ ਹੋਰ ਦਿੱਤੇ ਨੇ, ਜਿਹਦੇ ਵਿੱਚ ਟੋਟਲ ਅਮਾਊਂਟ ਜਿਹੜੀ ਬਣਦੀ ਹੈ ਜੀ $26,000 ਦੀ ਬਣਦੀ ਆ। ਤੇ ਨਾਲ ਜਿਹੜੇ ਚੀਫ ਕਮਿਸ਼ਨਰ ਨੇ ਉਹ ਕਹਿੰਦੇ ਆ ਕਿ ਇਹ ਫਾਈਨ ਇਹ ਪਰਿਵਾਰ ਬੜੇ ਲੰਬੇ ਸਮੇਂ ਤੱਕ ਯਾਦ ਰੱਖੂਗਾ। ਸ਼ਾਇਦ ਉਹਨਾਂ ਦੀ ਸਭ ਤੋਂ ਐਕਸਪੈਂਸਿਵ ਜਿਹੜੀ ਪਾਰਟੀ ਹੋਈ ਹੋਵੇ, ਇੰਨੇ ਬੰਦਿਆਂ ਦੇ ਖਾਣ ਪੀਣ ਤੋਂ ਇਲਾਵਾ ਟੋਟਲ ਬਜਟ ਜਿਹੜਾ ਪਾਰਟੀ ਦਾ ਕਾਫੀ ਐਕਸਪੈਂਸਿਵ ਚਲਾ ਗਿਆ। ਇਹ ਇੱਕ ਐਗਜ਼ਾਮਪਲ ਹੈ ਭਾਜੀ ਕਿ ਵੀ ਮਤਲਬ ਅਗਰ ਉਹ 20,000 ਦਾ ਫਾਈਨ ਉਹਨਾਂ ਨੇ ਦਿੱਤਾ ਆ ਤਾਂ ਇਹਦੇ ਵਿੱਚ ਡੈਫੀਨੇਟਲੀ ਬਹੁਤ ਵੱਡਾ ਨੰਬਰ ਹੋਊਗਾ। ਮਤਲਬ ਆਪਾਂ ਨਹੀਂ ਇਹ ਕਹਿੰਦੇ ਕਿ ਵੀ 20-25 ਬੰਦੇ ਹੋਣਗੇ, ਡੈਫੀਨੇਟਲੀ ਕਾਫੀ ਲੋਕਾਂ ਦਾ ਨੰਬਰ ਹੋਣਾ, ਬਹੁਤ ਜ਼ਿਆਦਾ। ਫੇਰ ਲੋਕੀ ਕਿਉਂ ਨਹੀਂ ਜਿਹੜੀ ਓਬੇ ਕਰਦੇ ਜਿਹੜੇ ਰੂਲ ਆ ਉਹਨਾਂ ਨੂੰ ਕਿਉਂ ਉਹਦੀ ਉਲੰਘਣਾ ਕਰਦੇ, ਮੰਨਦੇ ਕਿਉਂ ਨਹੀਂ ਰੂਲ? ਪਤਾ ਨਹੀਂ, ਹੈਰਾਨੀ ਦੀ ਗੱਲ ਹੈ। ਹਾਂਜੀ ਉਹ ਕਹਿੰਦੇ ਜੀ ਉਹਨਾਂ ਨੇ ਪਿਕਅਪ ਇੱਥੋਂ ਕੀਤਾ ਜੀ ਕਿ ਜਿਹੜੀ ਪਾਰਟੀ ਦੇ ਕੁਝ ਬੰਦੇ ਸੀਗੇ ਉਹ KFC ਤੋਂ ਬੜਾ ਵੱਡਾ ਆਰਡਰ ਲੈ ਕੇ ਗਏ ਆ, ਕਿਉਂਕਿ ਉੱਥੋਂ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਏਡਾ ਵੱਡਾ ਆਰਡਰ ਲੈ ਕੇ ਕਿੱਥੋਂ ਚੱਲੇ ਨੇ, ਕਾਹਤੋਂ ਚੱਲੇ ਨੇ, ਕੀ ਚੱਕਰ ਹੈ। ਨੋਰਮਲੀ ਬੰਦੇ ਇੱਕ ਅੱਧਾ ਆਰਡਰ ਲੈਂਦੇ ਨੇ,
ਤਾਂ ਉੱਥੋਂ ਫਿਰ ਉਹਨਾਂ ਨੇ ਲੱਭ ਕੇ ਤੇ ਜੀ ਬੰਦਿਆਂ ਨੂੰ $26,000 ਦਾ ਫਾਈਨ ਦਿੱਤਾ। ਹੁਣ ਦੇਖੋ ਇਹ ਕਾਫੀ ਘਟਨਾਵਾਂ ਹੋਈਆਂ ਨੇ, ਜਿਹੜਾ ਪੁਲਿਸ ਨੇ ਵੇਰਾ ਦਿੱਤਾ ਹੈ ਕਿ ਗਲੈਨ ਵੇਵਲੀ ਹੋਟਲ ਦੇ ਵਿੱਚ 4 ਫਾਈਨ ਦਿੱਤੇ ਨੇ, ਉੱਥੇ 4 ਬੰਦੇ ਸੀਗੇ, ਠੀਕ ਹੈ ਜੀ, ਉਹ ਆਪਣੇ ਘਰੋਂ ਨਿਕਲ ਕੇ ਆ ਕੇ ਉੱਥੇ ਬੈਠੇ ਸੀਗੇ, ਉਹਨਾਂ ਨੂੰ ਫਾਈਨ ਦਿੱਤਾ ਜੀ ਬਾਹਰ ਦਾ। ਉਹਦੇ ਨਾਲ ਜੀ ਇੱਕ ਦੇਖੋ ਇਹਨਾਂ ਨੇ ਖਾਸ ਤੌਰ ਕੇ ਪ੍ਰੀਮੀਅਰ ਨੇ ਪਹਿਲੇ ਦਿਨ ਕਿਹਾ ਸੀਗਾ ਕਿ ਲੋਕ ਜਿਹੜੇ ਨੇ ਜੀ ਆਪਣੇ ਹੌਲੀਡੇ ਹੋਮ 'ਚ ਵੀ ਨਹੀਂ ਜਾ ਸਕਦੇ, ਜਿਹੜਾ ਤੁਹਾਡਾ ਇਸ ਟਾਈਮ ਪ੍ਰਿੰਸੀਪਲ ਪਲੇਸ ਆਫ ਲਿਵਿੰਗ ਹੈਗੀ, ਯਾਨੀ ਕਿ ਜਿੱਥੇ ਤੁਸੀਂ ਰਹਿੰਦੇ ਹੋ ਤੁਸੀਂ ਉੱਥੇ ਹੀ ਰਹੋਗੇ, ਡਜ਼ਨਟ ਮੈਟਰ ਤੁਹਾਡਾ ਕੋਈ ਵੱਡਾ ਹੌਲੀਡੇ ਹੋਮ ਹੈ, ਫਾਰਮ ਹਾਊਸ ਹੈ, ਤੁਸੀਂ ਨਹੀਂ ਜਾ ਸਕਦੇ। ਤਾਂ ਜੀ ਕੀ ਹੋਇਆ ਜੀ, ਕੱਲ ਰਾਤੀ ਇੱਕ ਕਪਲ ਰਾਤੀ 1:30 ਵਜੇ ਤੁਰ ਪਿਆ ਜੀ ਆਪਣੇ ਹੌਲੀਡੇ ਹੋਮ ਵੱਲ ਨੂੰ, ਇੱਥੋਂ ਜੀ ਸਾਡੇ ਆਈਲੈਂਡ, ਹਾਂਜੀ ਰਾਤ ਨੂੰ ਠੰਡ ਵੀ ਕਾਫੀ ਹੋਣੀ ਆ ਜੀ ਹੁਣ ਤਾਂ ਮੈਲਬਨ 'ਚ ਭਾਜੀ, ਠੰਡ ਪੂਰੀ ਰਾਤ ਨੂੰ ਤਾਂ ਟੈਂਪਰੇਚਰ 2-3 ਡਿਗਰੀ ਤੱਕ 1 ਤੱਕ ਚਲ ਜਾਂਦਾ, ਪਰ ਉਹਨਾਂ ਨੇ ਸੋਚਿਆ ਹੋਣਾ ਜੀ ਰਾਤ ਨੂੰ ਕਹਿੰਦੇ ਦੇਖਣਾ ਤਾਂ ਅਸੀਂ ਨਿਕਲ ਜਾਈਏ ਕਿਸੇ ਤਰ੍ਹਾਂ, ਕਿਉਂਕਿ ਸਾਡੇ ਇੱਥੇ ਆਈਲੈਂਡ ਪੈਂਦਾ ਜੀ ਨੇੜੇ ਫਿਲਿਪ ਆਈਲੈਂਡ, ਉਹ ਫਿਲਿਪ ਆਈਲੈਂਡ ਵੱਲ ਨੂੰ ਜਾ ਰਿਹਾ ਸੀਗਾ ਤੇ ਰਾਹ 'ਚ ਪੁਲਿਸ ਨੇ ਉਹਨਾਂ ਨੂੰ ਰੋਕਿਆ ਤੇ ਪੁਲਿਸ ਨੇ ਉਹਨਾਂ ਨੂੰ ਵਾਪਸ ਮੋੜਦਾ, ਕਹਿੰਦੇ ਭਾਈ ਤੁਸੀਂ ਜਾ ਨਹੀਂ ਸਕਦੇ, ਵਾਪਸ ਜਾਵੋ। ਤਾਂ ਉਹ ਮੁੜ ਤਾਂ ਗਏ, ਬਟ ਉਹਨਾਂ ਨੇ ਕੀ ਕੀਤਾ ਜੀ, ਦੂਜਾ ਰਾਹ ਲੈ ਲਿਆ। ਉਹ ਕਹਿੰਦੇ ਵੀ ਘਰ ਤਾਂ ਨਹੀਂ ਜਾਣਾ, ਹੁਣ ਤਾਂ ਜਾਣਾ ਤਾਂ ਅਸੀਂ ਹੌਲੀਡੇ ਹੋਮ ਹੀ ਆ, ਹੁਣ 6 ਹਫ਼ਤੇ ਉੱਥੇ ਲਾਉਣੇ ਆ। ਮਗਰ ਅਨਫੋਰਚੂਨੇਟਲੀ ਪੁਲਿਸ ਦੇ ਨਾਕੇ ਤਕੜੇ ਸੀਗੇ, ਉਹ ਦੁਬਾਰਾ ਫੇਰ ਫੜੇ ਗਏ। ਪਹਿਲੀ ਵਾਰ ਤਾਂ ਵਾਰਨਿੰਗ ਦੇਤੀ, ਬਟ ਦੂਜੀ ਵਾਰ ਫਿਰ ਉਹਨਾਂ ਨੇ ਨਾਲ ਰਗੜਤਾ, ਉਹਨਾਂ ਨੂੰ ਫਾਈਨ ਦਿੱਤਾ। ਔਰ ਇਹ ਵੀ ਨਾਲ ਪੁਲਿਸ ਨੇ ਕਿਹਾ ਕਿ ਵੀ ਨਾਲ ਪੈਸੇਂਜਰ ਵੀ ਜਿੰਨੇ ਕਾਰ 'ਚ ਹੋਣਗੇ ਉਨੇ ਜਾਣਿਆਂ ਨੂੰ ਫਾਈਨ ਦਿੱਤਾ ਜਾਊਗਾ। ਤਾਂ ਕਾਫੀ ਉਹਨਾਂ ਨੇ ਫਾਈਨ ਹਾਂਜੀ ਸਾਰਿਆਂ ਨੂੰ ਉਹਨਾਂ ਨੇ ਕਿਹਾ ਕਿ ਜਿੰਨੇ ਕਾਰ 'ਚ ਹੋਣਗੇ ਉਹਨਾਂ ਨੂੰ ਪੈਸੇਂਜਰਸ ਨੂੰ ਵੀ ਫਾਈਨ ਦਿੱਤਾ ਜਾਊਗਾ। ਇਹਦੇ ਨਾਲ ਉਹਨਾਂ ਨੇ ਕਾਫੀ ਹੈ ਜੀ, ਕਾਫੀ ਲੋਕ ਕਿਤੇ 10 ਜਣੇ ਬੈਠੇ ਇਕੱਠੇ ਦਾਰੂ ਪੀਣ ਡਏ ਸੀਗੇ, ਕਿਤੇ 5 ਜਾਣੇ, ਇੱਦਾਂ ਦੇ ਕਈ ਉਹਨਾਂ ਨੇ ਡਿਟੇਲਾਂ ਦਿੱਤੀਆਂ ਨੇ, ਕਿਤੇ 7 ਜਾਣੇ ਸੀਗੇ, ਇੱਦਾਂ ਦੇ ਕਾਫੀ ਜਿਹੜੇ ਮਾਮਲੇ ਆ ਉਹਦੇ ਵਿੱਚ ਉਹਨਾਂ ਨੇ ਫਾਈਨ ਦਿੱਤੇ ਆ। ਤਾਂ ਬਟ ਉਹ ਬਰਥਡੇ ਪਾਰਟੀ ਵਾਲਿਆਂ ਦਾ ਤਾਂ ਕਰੋਨਾ ਬਣ ਗਿਆ ਜੀ ਇਸ ਟਾਈਮ, ਉਹ ਤਾਂ ਸੋਚਦੇ ਹੋਣੇ ਹੁਣ ਜਾਂ ਤਾਂ ਜਿਹੜੇ ਬਰਥਡੇ 'ਚ ਆਏ ਹੋਣਗੇ ਉਹਨਾਂ ਤੋਂ ਇਕੱਠੇ। ਮੈਂ ਕਹਿੰਦਾ ਹੈਰਾਨ ਆ ਜੀ, ਲੋਕੀ ਡਰਦੇ ਹੀ ਨਹੀਂ ਹੈਗੇ, ਇਸ ਕਰਕੇ ਜਿਹੜੇ ਮਾੜੀ ਜਿਹੀ ਵੀ ਲਾਪਰਵਾਹੀ ਆ ਨਾ, ਇਹਦੇ ਕਰਕੇ ਜਿਹੜੀ ਸੈਕੰਡ ਵੇਵ ਆਉਂਦੀ, ਜਿੱਦਾਂ ਹੁਣ ਪੰਜਾਬ 'ਚ ਵੀ ਆ ਜੀ, ਇੱਧਰ ਵੀ ਆ, ਇਹ ਆਂਦੀ ਤਾਂ ਆ ਜਦੋਂ ਮਾੜੀ ਜਿਹੀ ਵੀ ਲਾਪਰਵਾਹੀ ਹੁੰਦੀ ਆ, ਇੱਕ ਜਣੇ ਤੋਂ ਹੀ ਉਹ ਸਾਰਿਆਂ ਨੂੰ ਹੁੰਦੀ ਪਈ ਆ। ਇਹ ਹਰ ਵੇਲੇ ਹੀ ਧਿਆਨ ਰੱਖਣਾ ਪੈਣਾ, ਜਿੰਨਾ ਚਿਰ ਕੋਈ ਦਵਾਈ ਨਹੀਂ ਬਣਦੀ ਜੀ, ਜਿੰਨਾ ਚਿਰ ਕੋਈ ਇਹਦੀ ਵੈਕਸੀਨ ਨਹੀਂ ਬਣਦਾ, ਹਰ ਵੇਲੇ ਹੀ ਧਿਆਨ ਰੱਖਣਾ ਪੈਣਾ ਜੀ। ਮਾੜੀ ਜਿਹੀ ਗੱਲ ਤੋਂ ਵੀ ਅਸੀਂ ਦਰਸ਼ਕਾਂ ਨੂੰ, ਆਪਣਿਆਂ ਨੂੰ, ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਹਰ ਵਕਤ ਹੱਥ ਜਿਹੜੇ ਸਾਫ਼ ਕਰਕੇ ਧੋ ਕੇ ਚੰਗੀ ਤਰ੍ਹਾਂ ਬਾਹਰ ਜਾਣਾ। ਜਿੱਦਾਂ ਤੁਸੀਂ ਕਹਿ ਰਹੇ ਮਾਸਕ ਜੇ ਹੈਗੀ ਤਾਂ ਵਰਤ ਲਓ ਤਾਂ ਚੰਗੀ ਗੱਲ ਆ। ਤੇ ਬਸ ਉਹ ਸਾਰੀਆਂ ਗੱਲਾਂ ਦਾ ਜਿਹੜੀ ਐਪ ਆ ਨਾ, ਪ੍ਰਧਾਨ ਮੰਤਰੀ ਸਾਹਿਬ ਵੀ ਇਹੀ ਕਹਿ ਰਹੇ ਸੀ, ਜਿਹੜੀ ਕੋਵਿਡ ਐਪ ਆ ਆਪਣੀ ਸੇਫ ਜਿਹੜੀ ਆ, ਉਹ ਜ਼ਰੂਰ ਡਾਊਨਲੋਡ ਕਰ ਲਓ ਮੋਬਾਈਲ ਫੋਨਾਂ ਦੇ ਵਿੱਚ, ਉਹ ਜ਼ਰੂਰ ਕਰੋ ਜੀ। ਬਿਲਕੁਲ। ਤਾਂ ਨਾਲ ਹੀ ਭਾਜੀ ਕਿ ਤੁਹਾਡੇ ਸਿਡਨੀ ਦੇ ਵਿੱਚ ਵੀ ਕੱਲ ਦੀ ਇੱਕ ਨਿਊਜ਼ ਆ ਰਹੀ ਹੈ ਕਿ ਉੱਧਰ ਵੀ ਇੱਕ ਨਾਈਟ ਕਲੱਬ ਦੇ ਵਿੱਚ ਬੁੱਧਵਾਰ ਨੂੰ ਕਾਫੀ ਲੰਬੀ ਲਾਈਨ ਲੱਗੀ, ਜਿਹਨੂੰ ਪੁਲਿਸ ਨੇ ਆ ਕੇ ਤੋੜਿਆ। ਬੜੀ ਲੰਬੀ ਲਾਈਨ ਲੱਗੀ ਹੋਈ ਸੀਗੀ, ਜਿੱਥੋਂ ਫਿਰ ਬਾਅਦ 'ਚ ਪਤਾ ਲੱਗਾ ਕਿ ਇੱਕ ਬੰਦਾ ਕਿਸੇ ਨਾਈਟ ਕਲੱਬ 'ਚ, ਇਹ ਇੰਸ਼ੋਰ ਨਹੀਂ ਕਿ ਉਹ, ਬਟ ਕਿਸੇ ਹੋਰ ਨਾਈਟ ਕਲੱਬ 'ਚ ਕਿਤੇ ਗਿਆ ਸੀ ਸ਼ਾਇਦ, ਉਹਨੂੰ ਇੱਕ ਪੋਜ਼ੀਟਿਵ ਉੱਥੋਂ ਆਇਆ ਆ। ਬਟ ਉਹ ਲੋਕੀ ਹਟਦੇ ਨਹੀਂ ਹੈ, ਮਤਲਬ ਡਿਸਪਾਈਟ ਕਿ ਕਿਹੜਾ ਸ਼ਹਿਰ ਹੈ, ਕਿੱਥੇ ਹੈ, ਕਿਹੜਾ ਮੁਲਕ ਹੈ, ਹਰ ਪਾਸੇ ਜਿਹੜਾ ਲੋਕੀ ਕਿਤੇ ਨਾ ਕਿਤੇ ਲੰਘਣਾ ਜਿਹੜੀ ਤਰੀਕਾ ਲੱਭ ਹੀ ਲੈਂਦੇ ਨੇ ਕੋਈ ਨਾ ਕੋਈ ਪਾਰਟੀ ਕਰਨ ਦਾ। ਜਾਂ ਤਾਂ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਬਾਰ-ਬਾਰ, ਜਿਹੜੀ ਅਸੀਂ ਕਹਿ ਰਹੇ ਹਾਂ ਕਿ ਇਹ ਚੀਜ਼ਾਂ ਤੋਂ ਬਚੋ ਤਾਂ ਆਪਣਾ ਧਿਆਨ ਰੱਖੋ, ਕਿਉਂਕਿ ਹੁਣ ਜਿਹੜਾ ਮੁਸ਼ਕਲ ਆਈ ਕਿ ਇੱਦਾਂ ਨਾ ਹੋਵੇ ਕਿ ਕੁਛ ਬੰਦਿਆਂ ਦੀ ਅਣਗਹਿਲੀ ਕਰਕੇ ਇਹ ਜਿਹੜਾ ਲੋਕਡਾਊਨ ਆ ਜਾਂ ਜੋ ਵੀ ਇਹ ਸਿਸਟਮ ਹੈਗਾ ਥੋੜਾ ਹੋਰ ਲੰਬਾ ਚੱਲ ਜਾਵੇ। ਤਾਂ ਉਹਨਾਂ ਨੇ ਇਹੀ ਕਿਹਾ ਕਿ ਜਿੰਨੀ ਛੇਤੀ ਲੋਕੀ ਪਾਲਣਾ ਕਰਨੀ ਸ਼ੁਰੂ ਕਰਨਗੇ ਤਾਂ ਉਨੀ ਛੇਤੀ ਇਹਨੂੰ ਕੰਟਰੋਲ 'ਚ ਲਿਆ ਕੇ ਤੇ ਉਨੀ ਜਲਦੀ ਜਿਹੜਾ ਲੋਕਡਾਊਨ ਵੀ ਖੁੱਲੇਗਾ ਤਾਂ ਲੋਕੀ ਆਪਣੀ ਨੋਰਮਲ ਲਾਈਫ 'ਤੇ ਵਾਪਸ ਜਾ ਸਕਦੇ ਨੇ। ਤੇ ਭਾਜੀ ਆਪਾਂ ਹੁਣ ਅਗਰ ਇਸ ਤੋਂ ਬਾਅਦ ਇੱਕ ਭਾਜੀ ਹੋਰ ਆ ਰਹੀ ਸੀ ਨਿਊਜ਼, ਪੰਜਾਬੀ ਨਾਲ ਸੰਬੰਧਿਤ, ਆਪਾਂ ਪੰਜਾਬੀ ਭਾਈਚਾਰਾ ਹੀ ਆ। ਪੰਜਾਬ ਦੇ ਵਿੱਚ CBSE ਨੇ ਸਿਲੇਬਸ ਜਿਹੜਾ ਆ ਉਹਦੇ ਬਾਰੇ ਕੋਈ ਨਿਊਜ਼ ਦਿੱਤੀ ਆ, ਉਹ ਕੋਈ ਚੇਂਜ ਕੀਤਾ ਸਾਰਾ ਹੀ। ਇਹ ਮਤਲਬ ਸਾਰੇ ਪਾਸਿਓਂ, ਕਿਉਂਕਿ ਜਿੱਧਰ ਵੀ ਦੇਖੋ ਪੰਜਾਬ ਦੀ, ਜਿੱਧਰੋਂ ਵੀ ਛੋਟੀਆਂ ਭਾਸ਼ਾਵਾਂ ਨੂੰ ਵੱਡੀਆਂ ਵਾਲੇ, ਜਾਂ ਕਿਉਂ ਇਹ ਚੇਂਜ ਕਰੀ ਜਾ ਰਹੇ ਜੀ, ਉਹਦੇ ਬਾਰੇ ਤੁਸੀਂ ਦੱਸੋ ਜੀ ਵੀ CBSE ਨੇ ਉਹ ਸਿਲੇਬਸ ਦੇ ਵਿੱਚ ਚੇਂਜ ਕਿਹੜੀ ਲਿਆਂਦੀ ਹੈ? ਭਾਜੀ ਦੇਖੋ CBSE ਜਿਹੜੀ ਹੈ ਸੈਂਟਰਲ ਬੋਰਡ ਆਫ ਐਜੂਕੇਸ਼ਨ ਹੈ, ਜਿਹਦੇ ਤਹਿਤ ਸਾਰੇ ਜਿਹੜੇ ਸਕੂਲ ਨੇ ਵੱਡਾ ਜਿਹੜਾ ਸਿਲੇਬਸ ਆ ਉਹਨੂੰ ਮੰਨਦੇ ਆ, ਤੇ ਅਸੀਂ ਸਾਰੇ ਵੀ ਉੱਥੇ ਹੀ ਪੜ੍ਹੇ ਆ, ਤੇ ਇੰਗਲਿਸ਼ ਮੀਡੀਅਮ ਸਕੂਲ ਕਿਹਾ ਜਾਂਦਾ ਜਾਂ ਵੱਡੇ ਵੱਡੇ ਜਿਹੜੇ ਸਕੂਲ ਨੇ ਉਹਦਾ ਸਿਲੇਬਸ ਮੰਨਦੇ ਆ। ਤਾਂ ਉਹਨਾਂ ਨੇ ਜੀ ਹੁਣ ਕਰੋਨਾ ਦਾ ਬਹਾਨਾ ਲਾ ਕੇ ਤਾਂ ਉਹਨਾਂ ਨੇ ਜਿਹੜਾ ਸਿਲੇਬਸ ਆ ਉਹ ਇਹ ਆਇਆ ਸੀਗਾ ਕਿ ਜਿਹੜਾ ਸਿਲੇਬਸ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਆ, ਜਿਹਦੇ ਕਰਕੇ ਉਹਨਾਂ ਦੇ ਪੜ੍ਹਾਈ ਦਾ ਬੋਝ ਬਹੁਤ ਜ਼ਿਆਦਾ ਆ, ਤਾਂ ਸਿਲੇਬਸ ਨੂੰ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ, ਕਿ ਇਹਨੂੰ ਥੋੜਾ ਘਟਾਇਆ ਜਾਵੇ, 30% ਤੱਕ ਉਹਨਾਂ ਨੇ ਕਿਹਾ ਇਹਨੂੰ ਘਟਾਇਆ ਜਾਵੇ ਤਾਂ ਕਿ ਸਟੂਡੈਂਟਸ ਤੇ ਬੋਝ ਨਾ ਪਵੇ।
ਤਾਂ ਠੀਕ। ਹੁਣ ਜਿਹੜੀ ਭਾਰਤ ਵਿੱਚ ਇਸ ਟਾਈਮ ਸਰਕਾਰ ਹੈਗੀ ਆ, ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਕਿਹੜੇ ਪਾਸੇ ਨੂੰ ਜਾ ਰਹੀ ਹੈ। ਉਹ ਗੱਲ ਕਰਦੇ ਨੇ ਇੱਕ ਰਾਸ਼ਟਰ ਦੀ, ਇੱਕ ਭਾਸ਼ਾ ਦੀ, ਹਰੇਕ ਚੀਜ਼ ਦੀ ਪਿਛਲੇ ਕਈ ਸਾਲਾਂ ਤੋਂ ਕਰਦੇ ਨੇ, ਬਟ ਹੁਣ ਉਹਨੂੰ ਇੰਪਲੀਮੈਂਟੇਸ਼ਨ ਨਾਲ ਵੱਧ ਰਹੇ ਨੇ, ਤਾਂ ਉਹਨਾਂ ਦੇ ਐਕਸ਼ਨਸ ਦੱਸਦੇ ਨੇ। ਤਾਂ ਉਹਨਾਂ ਨੇ ਇਹਦੇ ਵਿੱਚ ਵੀ ਏਦਾਂ ਲੱਗ ਰਿਹਾ ਕਿ ਉਹਨਾਂ ਨੇ ਚਲਾਕੀ ਬਹੁਤ ਤਕੜੀ ਖੇਡੀ ਹੈ ਕਿ ਜਿਹੜਾ ਸਿਲੇਬਸ ਹਟਾਇਆ ਗਿਆ ਕਿ ਬੱਚਿਆਂ ਨੂੰ ਕੀ ਪੜ੍ਹਾਉਣਾ ਆ। ਅਗਰ ਮੈਂ ਬਰੀਫ ਵਿੱਚ ਜਾਵਾਂ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੈਂ ਕਰਦਾ 11ਵੀਂ ਕਲਾਸ ਦੀ ਕਲਾਸ ਇਹਨਾਂ ਨੇ ਜੀ ਚੇਂਜ ਕੀਤਾ, 9ਵੀਂ 10ਵੀਂ 11ਵੀਂ ਤੇ 12ਵੀਂ 4 ਕਲਾਸਾਂ ਦਾ ਇਹਨਾਂ ਨੇ ਸਿਲੇਬਸ ਜਿਹੜਾ ਚੇਂਜ ਕੀਤਾ ਆ। 11ਵੀਂ ਕਲਾਸ ਦੇ ਵਿੱਚ ਉਹਨਾਂ ਨੇ ਜੀ ਹਿਸਟਰੀ, ਇਤਿਹਾਸ, ਪੋਲੀਟੀਕਲ ਸਾਇੰਸ, ਇਕਨੋਮਿਕਸ, ਇਹਨਾਂ ਤਿੰਨਾਂ ਤਰ੍ਹਾਂ ਦੇ ਜਿਹੜੇ 3 ਸਬਜੈਕਟਸ ਨੇ, ਤਿੰਨਾਂ ਦੇ ਵਿੱਚ ਉਹਨਾਂ ਨੇ ਵੱਖਰੇ ਵੱਖਰੇ ਕਈ ਤਰ੍ਹਾਂ ਦੀਆਂ ਕਟੌਤੀਆਂ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਜੀ ਇੱਕ ਸਬਜੈਕਟਸ ਹੈਗੇ ਨੇ ਸਿਟੀਜ਼ਨਸ਼ਿਪ, ਨਾਗਰਿਕਤਾ ਕੀ ਹੁੰਦੀ ਆ, ਉਹਨੂੰ ਲੈ ਕੇ, ਕਿਉਂਕਿ ਨਾਗਰਿਕਤਾ ਨੂੰ ਲੈ ਕੇ ਪਿਛਲੇ, ਤੈਨੂੰ ਯਾਦ ਹੋਵੇ, ਪਿਛਲੇ 2-3 ਸਾਲਾਂ ਤੋਂ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ। ਉਹਦੇ ਰਿਗਾਰਡਿੰਗ ਇਹਨਾਂ ਨੇ ਜੋ, ਕਿਉਂਕਿ ਲੋਕਾਂ ਨੂੰ ਆਪਣੇ ਹੱਕ ਦਾ ਪਤਾ ਉੱਥੋਂ ਹੀ ਲੱਗਦਾ ਜਦੋਂ ਉਹਨਾਂ ਨੂੰ ਸਕੂਲਾਂ 'ਚ ਪੜ੍ਹਾਇਆ ਜਾਂਦਾ ਆ, ਉਹ ਉਹਨਾਂ ਨੇ ਪੜ੍ਹਾਉਣਾ ਬੰਦ ਕਰ ਦਿੱਤਾ ਆ। ਨੈਸ਼ਨਲਿਜ਼ਮ ਦਾ ਤਾਂ ਬਹੁਤ ਤਕੜਾ ਵਿਵਾਦ ਪੈ ਰਿਹਾ ਇਸ ਟਾਈਮ, ਉਹਦੀ ਡੈਫੀਨੇਸ਼ਨਾਂ ਵੀ ਚੇਂਜ ਕੀਤੀਆਂ ਜਾਣੀਆਂ ਨੇ, ਬਟ ਸਕੂਲੀ ਕਿਤਾਬਾਂ ਦੇ ਵਿੱਚ ਜੋ ਬੱਚਿਆਂ ਨੂੰ ਪੜ੍ਹਾਉਂਦੇ ਆ ਰਹੇ ਨੇ ਉਹਨੂੰ ਜਿਹੜਾ ਚੇਂਜ ਖਤਮ ਕਰ ਰਹੇ ਨੇ। ਪਲੱਸ ਫੈਡਰਲਿਜ਼ਮ, ਯਾਨੀ ਕਿ ਜਿਹੜਾ ਫੈਡਰਲ ਹੈ, ਸੈਂਟਰ ਜਾਂ ਪੂਰੇ ਇੱਕ ਸਟਰਕਚਰ ਹੈ, ਉਹਨੂੰ ਸਬਜੈਕਟ ਨੂੰ ਟੋਟਲੀ, ਇਹ ਮੈਂ ਦੱਸ ਰਿਹਾ, ਜਿਹੜੇ ਸਬਜੈਕਟ ਰਿਮੂਵ ਕਰ ਦਿੱਤੇ ਨੇ ਕਈ ਸਬਜੈਕਟ। ਫਿਰ ਸੈਕੂਲਰਿਜ਼ਮ ਭਾਜੀ ਸਭ ਤੋਂ ਵੱਡਾ, ਕਿਉਂਕਿ ਇਹ ਜਿਹੜੇ ਇਸ ਟਾਈਮ ਜਿਹੜੀ ਸਰਕਾਰ ਹੈਗੀ ਆ ਜਾਂ ਜਿਹੜੀ ਪਾਰਟੀ ਦੀ ਸਰਕਾਰ ਹੈਗੀ ਆ, ਉਹ ਸੈਕੂਲਰਿਜ਼ਮ ਦੇ ਵਿੱਚ ਬਿਲੀਵ ਨਹੀਂ ਕਰਦੀ। ਉਹ ਸਿਰਫ ਇੱਕ ਦੇ ਵਿੱਚ, ਇੱਕ ਧਰਮ ਨੂੰ ਰੱਖਣ ਦੇ ਵਿੱਚ ਬਿਲੀਵ ਕਰਦੇ ਨੇ, ਤਾਂ ਉਹ ਉਹਦੇ ਵੱਲ ਨੂੰ ਵੱਧ ਰਹੇ ਨੇ। ਸੈਕੂਲਰਿਜ਼ਮ ਨੂੰ ਲੈ ਕੇ ਉਹ ਬਹੁਤ ਵੱਡਾ ਅਟੈਕ ਉਹ ਕਰਦੇ ਨੇ, ਤਾਂ ਸੈਕੂਲਰਿਜ਼ਮ ਵਾਲਾ ਸਬਜੈਕਟ ਜਿਹੜਾ ਪੂਰਾ ਹਟਾਤਾ ਹੈ। ਡੈਮੋਕ੍ਰੈਟਿਕ ਰਾਈਟਸ ਭਾਜੀ ਇਹ ਵੀ ਹਟਾਤਾ ਆ। ਹੁਣ ਅਗਰ ਆਪਾਂ ਗੱਲ ਕਰੀਏ, ਉਹਦੇ ਵਿੱਚ ਇੱਕ ਡਿਫਰੈਂਟ ਪੋਲੀਟੀਕਲ ਸਾਇੰਸ ਦੇ ਵਿੱਚ ਜਿਹੜਾ ਹੈਗੇ ਸੀ ਕੁਝ ਸਬਜੈਕਟ ਸੀਗੇ, ਚੈਪਟਰ ਸੀਗੇ, ਮੈਂ ਉਹਨਾਂ ਦਾ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੂੰਗਾ, ਜਿਹਦੇ ਵਿੱਚ ਸੀਗਾ ਜੀ ਲੋਕਲ ਗਵਰਨਮੈਂਟਸ। ਕਿਉਂਕਿ ਇਹ ਜਿਹੜੀ ਗੱਲ ਕਰਦੀ ਹੈ ਜਿਹੜੀ ਸਰਕਾਰ ਹੈ, ਪਿਛਲੇ ਦਿਨ ਵਿੱਚ ਤੁਸੀਂ ਦੇਖਿਆ ਹੋਣਾ ਅਮਿਤ ਸ਼ਾਹ ਨੇ ਬਹੁਤ ਸਾਰੇ ਬਿਆਨ ਦਿੱਤੇ ਸੀਗੇ ਕਿ ਇੱਕ ਰਾਸ਼ਟਰ ਇੱਕ ਇਲੈਕਸ਼ਨ। ਉਹਨਾਂ ਨੇ ਬਹੁਤ ਚੀਜ਼ ਨੂੰ ਕਿਹਾ ਸੀਗਾ ਕਿ ਇਹਨੂੰ ਇੱਕ ਚੀਜ਼ ਕਰ ਦਿੱਤਾ ਜਾਵੇ, ਜਿੱਦਾਂ ਉਹਨਾਂ ਨੇ ਹਿੰਦੀ ਨੂੰ ਪੂਰੇ ਮੁਲਕ ਵਿੱਚ ਲਾਗੂ ਕਰ ਲਈ, ਇੱਕ ਭਾਸ਼ਾ, ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਇਲੈਕਸ਼ਨ, ਬੜਾ ਕੁਝ ਉਹਨਾਂ ਨੇ ਮੁਲਕ ਦਾ ਜਿਹੜਾ ਰੀਜਨ ਸੀਗੇ ਨਾ, ਉਹਨਾਂ ਦੀ ਬਿਊਟੀ ਸੀਗੀ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਸੀਗੀ। ਇਹਦੇ ਵਿੱਚ ਜੀ ਜਿਹੜਾ ਸਬਜੈਕਟ ਆ, ਜਿਹਦੇ ਵਿੱਚ ਇਹ ਲੋਕਲ ਸਰਕਾਰਾਂ ਬਾਰੇ ਪੜ੍ਹਾਇਆ ਜਾਂਦਾ ਸੀਗਾ, ਜਿਹਦੇ ਵਿੱਚ ਇਹ ਸੀਗਾ ਕਿ ਸਥਾਨਿਕ ਸਰਕਾਰਾਂ ਨਾਲ ਸੰਬੰਧ, ਯਾਨੀ ਕਿ ਰਿਲੇਸ਼ਨ ਵਿਦ ਲੋਕਲ ਗਵਰਨਮੈਂਟਸ ਦਾ ਜਿਹੜਾ ਚੈਪਟਰ ਸੀਗਾ, ਉਹਨੂੰ ਰਿਮੂਵ ਕਰ ਦਿੱਤਾ ਗਿਆ ਆ। ਜਿਹਦੇ ਵਿੱਚ ਇਹ ਸੀਗਾ ਵਾਈ ਵੀ ਨੀਡ ਲੋਕਲ ਗਵਰਨਮੈਂਟ। ਇੱਕ, ਕਿਉਂਕਿ ਮੈਂ ਆਪ ਪੋਲੀਟੀਕਲ ਸਾਇੰਸ ਦਾ ਸਟੂਡੈਂਟ ਰਿਹਾ ਆ, ਅਸੀਂ ਸਾਰਾ ਕੁਝ ਪੜ੍ਹਿਆ ਹੋਇਆ, ਕਾਲਜ ਵਿੱਚ ਵੀ ਅਸੀਂ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਰਹੇ ਹਾਂ, ਤਾਂ ਅਸੀਂ ਪੜ੍ਹਿਆ ਹੋਇਆ। ਜਦ ਕਿ ਸਥਾਨਿਕ ਸਰਕਾਰਾਂ ਦੀ ਲੋੜ, ਇਹ ਸਬਜੈਕਟ ਕੱਢ ਦਿੱਤਾ ਗਿਆ ਆ, ਉਹ ਖਤਮ ਕਰ ਦੇਣੀ ਹੈ ਜੀ ਉਹਨਾਂ ਨੇ, ਪਤਾ ਹੀ ਆ, ਪੜ੍ਹਾਈ ਕਰ ਰਹੇ ਜੀ ਇਦਾਂ ਹੀ। ਗਰੋਥ ਆਫ ਲੋਕਲ ਗਵਰਨਮੈਂਟ, ਜਿੱਦਾਂ ਭਾਰਤ ਵਿੱਚ ਸਥਾਨਕ ਸਰਕਾਰਾਂ ਦਾ ਵਿਕਾਸ, ਇਹ ਸਬਜੈਕਟ ਵੀ ਵਿੱਚ ਜਿਹੜਾ ਆ ਇਹ ਕੱਢ ਦਿੱਤਾ ਗਿਆ ਹੈ। ਬਹੁਤ ਵੱਡੀ ਹੈਗੀ ਹੈ ਕਿ ਬੱਚਾ ਨੂੰ ਬਹੁਤ ਡੂੰਘੀ ਚਾਲ ਆ ਜੀ। ਸਟੇਟ ਜਾਂ ਇੱਕ ਜਿਹੜੀ ਰੀਜਨ ਦੀ, ਆਪਾਂ ਕਹਿੰਦੇ ਨਾ ਕਿ ਰੀਜਨਲ ਪਾਰਟੀਆਂ ਦੀ ਆਪਣੀ ਬਿਊਟੀ ਹੁੰਦੀ ਸੀ। ਰੀਜਨਲ ਪਾਰਟੀਆਂ ਨੂੰ ਤਾਂ ਬੜੇ ਤਰੀਕੇ ਦੇ ਨਾਲ ਪਹਿਲਾਂ ਖਤਮ ਕਰਕੇ ਸਿਰਫ ਸੈਂਟਰ ਪਾਰਟੀਆਂ ਬਿਠਾ ਦਿੱਤਾ ਗਿਆ, ਕਿਉਂਕਿ ਹਰੇਕ ਇਲਾਕੇ ਦੀ ਆਪਣੀ ਰੀਜਨਲ ਪਾਰਟੀ ਲੋਕਲ ਮੁੱਦਿਆਂ ਨੂੰ ਲੈ ਕੇ ਚੱਲਦੀ ਹੁੰਦੀ ਸੀਗੀ। ਤਾਂ ਨਾਲ ਹੀ ਭਾਜੀ ਮੈਂ ਗੱਲ ਕਰਾਂ 12ਵੀਂ ਦੀ ਕਲਾਸ ਦੇ ਵਿੱਚ, ਉਹਦੇ ਵਿੱਚ ਜੀ ਇਹਨਾਂ ਨੇ ਭਾਰਤ ਵਿੱਚ ਸਮਾਜਿਕ ਅਤੇ ਨਵ ਸਮਾਜਿਕ ਲਹਿਰ, ਇਹ ਸੋਸ਼ਲ ਸਾਇੰਸ ਦੇ ਜਿਹੜੇ ਸਬਜੈਕਟ ਸੀਗੇ, ਉਹਦੇ ਵਿੱਚ ਉਹਨਾਂ ਨੇ ਕੱਢਿਆ ਕਿ ਭਾਰਤ ਵਿੱਚ ਸਮਾਜਿਕ ਅਤੇ ਨਵ ਸਮਾਜਿਕ ਲਹਿਰ, ਇਹ ਕੱਢ ਦਿੱਤਾ ਹੈ ਸਬਜੈਕਟ। ਭਾਰਤ ਅਤੇ ਇਸ ਦੇ ਗਵਾਂਢੀ ਮੁਲਕ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਤੇ ਮਿਆਂਮਾਰ, ਇਹ ਇੱਕ ਸਬਜੈਕਟ ਸੀਗਾ ਜਿਹਦੇ ਵਿੱਚ ਤੁਹਾਡੇ ਪੜੋਸੀ ਮੁਲਕ ਜਿਹੜੇ ਨੇ ਗਵਾਂਢੀ, ਉਹਨਾਂ ਦੇ ਬਾਰੇ ਦੱਸਿਆ ਜਾਂਦਾ ਸੀ, ਉਹਨਾਂ ਦੇ ਨਾਲ ਬਿਜ਼ਨਸ ਜਿਹੜੇ ਸੀਗੇ ਉਹਦੇ ਬਾਰੇ ਦੱਸਿਆ ਜਾਂਦਾ ਸੀ, ਤਾਂ ਬਿਊਟੀ ਜਿਹੜੀ ਸੀਗੀ ਉਹ ਬਾਰੇ ਦੱਸਿਆ ਜਾਂਦਾ ਸੀਗਾ। ਇਹਨਾਂ ਨੇ, ਕਿਉਂਕਿ ਇਹਨਾਂ ਦਾ ਹਰੇਕ ਦੇ ਨਾਲ ਰੱਪੜ ਪਿਆ ਆ, ਉਹ ਵੀ ਕੱਢ ਦਿੱਤਾ। ਤਾਂ ਬਣਦੀ ਨਹੀਂ ਕਿਸੇ ਨਾਲ, ਬਣਦੀ ਨਹੀਂ ਉਧਰ ਗਵਾਂਢੀਆਂ ਨਾਲ, ਨਾ ਕਿਸੇ ਗਵਾਂਢੀ ਨਾਲ ਵੀ ਨਹੀਂ ਬਣਦੀ ਹੁਣ। ਹਾਂਜੀ। ਤਾਂ ਉਸ ਤੋਂ ਬਾਅਦ ਭਾਜੀ 9ਵੀਂ ਦੀ ਕਲਾਸ ਦੇ ਵਿੱਚ, ਇਹਦੇ ਵਿੱਚ 9ਵੀਂ ਦੀ ਕਲਾਸ ਵਿੱਚ ਇੱਕ ਸਬਜੈਕਟ ਸੀਗਾ ਜਮਹੂਰੀ ਅਧਿਕਾਰ, ਯਾਨੀ ਕਿ ਤੁਹਾਡੇ ਡੈਮੋਕ੍ਰੈਟਿਕ ਰਾਈਟਸ। ਤਾਂ ਉਹ ਭਾਜੀ ਸਬਜੈਕਟ ਹੀ ਕੱਢ ਦਿੱਤਾ ਵਿੱਚ ਉਹਦੀ। ਇਹ ਮੈਂ ਨਹੀਂ ਕਹਿ ਰਿਹਾ ਕਿ ਇਹਨਾਂ ਵਿੱਚ ਸੋਧ ਕੀਤੀ ਹੈ, ਇਹ ਸਬਜੈਕਟ ਹੀ ਕੱਢ ਦਿੱਤਾ। ਫਿਰ ਉਸ ਤੋਂ ਬਾਅਦ ਦੇਖੋ ਜੀ ਵੱਡਾ ਸਬਜੈਕਟ ਇੱਕ ਭਾਰਤੀ ਸੰਵਿਧਾਨ ਦੀ ਸੰਰਚਨਾ, ਯਾਨੀ ਕਿ
ਜਿਹੜੀ ਇੰਡੀਅਨ ਕਨਸਟੀਟਿਊਸ਼ਨ ਦੀ ਜਿਹੜੀ ਬਣਿਆ ਆ ਉਹਨੂੰ ਲੈ ਕੇ ਜਿਹੜਾ ਸਬਜੈਕਟ ਸੀ, ਕਿਉਂਕਿ ਜਿਹੜੀ ਇਸ ਟਾਈਮ ਪਾਰਟੀ ਦਾ ਜਿਹੜਾ ਬੈਕਗਰਾਉਂਡ ਹੈ ਇਹ ਵੀ ਆਪਾਂ ਚਲੋ ਸਿੱਖ ਦਾ ਵੀ ਇਹਦੇ ਵਿੱਚ ਕਈ ਤਰ੍ਹਾਂ ਦੇ ਬਿਲੀਵ ਨਹੀਂ ਕਰਦੇ, ਆਪਣੇ ਵੀ ਕਈ ਤਰ੍ਹਾਂ ਦੇ ਵਿਵਾਦ ਹੈਗੇ ਨੇ, ਬਟ ਇਹ ਵੀ ਜਿਹੜੇ ਨੇ ਇਹ ਉਹਨੂੰ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ, ਔਰ ਬਹੁਤ ਸਾਰੇ ਇਹਦੀ ਪਾਰਟੀ ਦਾ ਜਿਹੜਾ ਬੈਕਗਰਾਉਂਡ ਜੁੜਦਾ ਆ ਉਹ ਆ ਕੇ ਕਹਿੰਦੇ ਨੇ ਕਿ ਇਹਨੂੰ ਹਟਾ ਕੇ ਮਨੁਸਮ੍ਰਿਤੀ ਲਾਈ ਜਾਵੇ। ਬਹੁਤ ਓਪਨਲੀ ਕਿਹਾ ਜਾ ਰਿਹਾ, ਮੈਂ ਉਹ ਨਹੀਂ ਕਹਿ ਰਹੀ ਗੱਲਾਂ ਜਿਹੜੀਆਂ ਰੂਮਰਸ ਨੇ, ਇਹ ਔਨ ਟਰੈਕ ਔਨ ਮੀਡੀਆ ਵੱਡੇ ਵੱਡੇ ਜਿਹੜੇ ਨੈਸ਼ਨਲ ਚੈਨਲ ਨੇ ਉਹਨਾਂ ਤੇ ਆ ਕੇ ਉਹਨਾਂ ਨੇ ਕਿਹਾ ਹੋਇਆ ਹੈ ਕਿ ਇਹ ਚੀਜ਼ ਉਹ ਕਰਨਾ ਚਾਹੁੰਦੇ ਨੇ ਕਿ ਜਿਹੜਾ ਕੋਰਸ ਨੂੰ ਚੇਂਜ ਕਰਕੇ। ਇਹ ਤਾਂ ਤੁਸੀਂ ਟੋਟਲੀ ਕਲੀਅਰ ਕਰਤਾ ਜੀ, ਤੁਸੀਂ ਤਾਂ ਅੱਜ ਬਿਲਕੁਲ ਇਹ ਤਾਂ ਪਹਿਲਾਂ ਚੱਲਦੀ ਤਾਂ ਹੁੰਦੀ ਆ ਜੀ, ਮਨੁਸਮ੍ਰਿਤੀ ਤਾਂ ਚੱਲਦੀ ਪਈ ਪਹਿਲਾਂ, ਪਰ ਤੁਸੀਂ ਸਿਲੇਬਸ 'ਚ ਲਾਤੀ ਆ ਕੰਪਲਸਰੀ। ਜਿਹੜੀ ਉਹਨਾਂ ਨੇ ਚਲੋ ਮਨੁਸਮ੍ਰਿਤੀ ਨਹੀਂ ਲਾਈ, ਬਟ ਉਹਨਾਂ ਨੇ ਆਹ ਚੀਜ਼ ਹਟਾਤੀ ਹੈ ਕਿ ਜਿਹਦੇ ਵਿੱਚ ਕਹਿੰਦਾ ਭਾਰਤੀ ਸੰਵਿਧਾਨ ਦੀ ਸੰਰਚਨਾ, ਯਾਰ ਜੇ ਉਹਨਾਂ ਨੇ ਜੋ ਕਨਸਟੀਟਿਊਸ਼ਨ ਪੜ੍ਹਾਇਆ ਜਾਂਦਾ, ਜੋ ਕਰੰਟਲੀ ਹੈਗਾ ਲੋਕਾਂ ਨੂੰ ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਉਹਨਾਂ ਨੇ ਉਹ ਹਟਾਤਾ। ਯਾਨੀ ਕਿ ਉਹ ਕਿਉਂਕਿ ਬਾਬਾ ਭੀਮ ਰਾਓ ਅੰਬੇਡਕਰ ਨੇ ਇਹ ਕਨਸਟੀਟਿਊਸ਼ਨ ਬਣਾਇਆ ਸੀਗਾ ਜਾਂ ਉਹਨਾਂ ਦੀ ਇੱਕ ਇਹਦੇ ਵਿੱਚ ਬਹੁਤ ਵੱਡੀ ਸ਼ਮੂਲੀਅਤ ਰਹੀ ਹੈ, ਤਾਂ ਉਹ ਇਹਨੂੰ ਨਹੀਂ ਮੰਨਦੇ। ਜਿਹੜੀ ਇੱਕ ਬਹੁਤ ਵੱਡੀ ਆਪਣੀ ਜਿਹੜੀ ਮੈਜੋਰਟੀ ਹੈਗੀ ਇੰਡੀਆ ਦੀ, ਉਹ ਇਹਦੇ ਖਿਲਾਫ ਹੀ ਉਹਨਾਂ ਦਾ ਰਿਹਾ ਸ਼ੁਰੂ ਤੋਂ। ਤਾਂ ਪਲੱਸ ਅਖੀਰ ਦੇ ਵਿੱਚ ਮੈਂ ਗੱਲ ਕਰਾਂਗਾ 9ਵੀਂ ਜਮਾਤ ਦਾ, 10ਵੀਂ ਜਮਾਤ ਦਾ। 10ਵੀਂ ਜਮਾਤ ਦੇ ਵਿੱਚ ਇੱਕ ਸਬਜੈਕਟ ਸੀਗਾ ਜੀ ਲੋਕਤੰਤਰ ਅਤੇ ਅਨੇਕਤਾ, ਜਿਹਨੂੰ ਪ੍ਰਧਾਨ ਮੰਤਰੀ ਨੇ ਬਾਹਰ ਜਾ ਕੇ ਵੀ ਕਹਿੰਦੇ ਹੁੰਦੇ ਅਨੇਕਤਾ ਮੇਂ ਏਕਤਾ, ਕਿ ਇੰਡੀਆ ਇਜ਼ ਏ ਬਿਊਟੀ, ਇਜ਼ ਏ ਇੰਡੀਆ ਦੀ ਖੂਬਸੂਰਤੀ ਹੈਗੀ ਹੈ ਕਿ ਇਹ ਨੇਸ਼ਨ ਜਿਹੜਾ ਆ ਇਹ ਅਨੇਕਤਾ ਦੇ ਵਿੱਚ ਏਕਤਾ ਆ। ਇਹਦੇ ਵਿੱਚ ਬੜੇ ਵੱਖਰੇ ਵੱਖਰੇ ਫੁੱਲ ਨੇ, ਬੜੇ ਵੱਖਰੇ ਵੱਖਰੇ ਤਰ੍ਹਾਂ ਦੇ ਲੋਕ ਨੇ, ਬੜੇ ਬੜੇ ਵੱਖਰੇ ਪਹਿਨਾਵੇ ਵਾਲੇ ਲੋਕ ਨੇ, ਫੂਡ ਨੇ। ਜਿੱਦਾਂ ਆਪਾਂ ਥੋੜੇ ਦਿਨ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਤੁਸੀਂ ਪੰਜਾਬ ਤੋਂ ਬਾਹਰ ਨਿਕਲ ਜਾਓ, ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਅਸੀਂ ਪੰਜਾਬ 'ਚ ਘੱਟ ਰਹੇ ਹਾਂ, ਮੈਂ ਬਾਹਰ ਜ਼ਿਆਦਾ ਰਿਹਾ ਆ, ਤਾਂ ਅਸੀਂ ਭਾਜੀ ਸਲੂਰ, ਅਗਰ ਪਤਾ ਹੋਵੇ ਕੋਇੰਬਟੂਰ ਤਮਿਲਨਾਡੂ, ਅਸੀਂ ਉੱਥੇ ਰਹੇ ਹਾਂ 5 ਸਾਲ। ਕਿ ਅਸੀਂ ਪੰਜਾਬ ਆਉਂਦੇ ਤੁਹਾਡੀ ਪੰਜਾਬੀ ਦੇ ਦੰਦੇ ਜੇ ਕਈ ਵਾਰੀ ਫਸਦੇ ਜੇ ਰਹਿੰਦੇ ਵਿੱਚ, ਕਦੀ ਹਿੰਦੀ ਕਦੀ ਮਰਾਠੀ ਕਦੀ, ਫੇਰ ਕੋਈ ਗੱਲ ਨਹੀਂ। ਹਾਂਜੀ, ਕਿਉਂਕਿ ਅਸੀਂ ਸਾਰੇ ਡੈਡੀ 에ਅਰਫੋਰਸ 'ਚ ਸੀਗੇ, ਤਾਂ ਉਹਦੇ ਕਰਕੇ ਅਸੀਂ ਸਾਰੇ ਦੁਨੀਆ ਦਾ ਜਿਹੜਾ ਆਪਾਂ ਭਾਰਤ ਦਾ ਜਿਹੜਾ ਭ੍ਰਮਣ ਕੀਤਾ ਹੋਇਆ, ਅਸੀਂ ਸਾਰੇ ਪਾਸੇ ਰਹੇ ਹਾਂ ਜੀ। ਕਦੀ ਫਿਰ ਆਪਣੇ ਉੱਤੇ ਗੱਲ ਕਰਾਂਗੇ। ਹੁਣ ਆਸਟ੍ਰੇਲੀਅਨ ਹੋਈ ਜਾਂਦੀ ਨਾ, ਆਸਟ੍ਰੇਲੀਅਨ ਪੰਜਾਬੀ। ਹਾਂਜੀ, ਮੈਂ ਦੱਸ ਰਿਹਾ ਸੀ ਕਿ ਜੇ ਅਸੀਂ ਕੋਇੰਬਟੂਰ ਰਹਿੰਦੇ ਹੁੰਦੇ ਸੀਗੇ, ਕੋਇੰਬਟੂਰ ਦੇ ਕੋਲ ਜਿਹੜਾ ਵੱਡਾ ਸ਼ਹਿਰ ਪੈਂਦਾ ਕੋਇੰਬਟੂਰ, ਉਹਦੇ ਤਮਿਲਨਾਡੂ ਦੇ ਕੋਲ, ਉੱਥੋਂ ਕੋਇੰਬਟੂਰ ਤੋਂ ਟ੍ਰੇਨ ਫੜਦੇ ਸੀਗੇ ਤਾਂ ਅਸੀਂ ਆਉਂਦੇ ਹੁੰਦੇ ਸੀਗੇ ਪੰਜਾਬ ਹਰ ਸਾਲ, ਜਾਂ ਸਾਲ 'ਚ ਦੂਜੇ ਕੁ ਸਾਲ ਹੈ ਨਾ, ਜੂਨ ਜੁਲਾਈ ਦੀ ਛੁੱਟੀਆਂ 'ਚ। ਤਾਂ ਸਾਨੂੰ ਜੀ 4 ਰਾਤਾਂ ਲੱਗਦੀਆਂ ਸੀ, 3 ਰਾਤਾਂ 4 ਰਾਤਾਂ ਲੱਗਦੀਆਂ ਸੀਗੀਆਂ। ਤਾਂ ਤੁਸੀਂ ਦੇਖੋ ਜੀ ਜਿਹੜੀ ਆਪਣੀ ਟ੍ਰੇਨ ਸੀਗੀ ਉਹ ਤਿਰੂਵਨੰਤਪੁਰਮ ਤੋਂ ਤੁਰ ਕੇ ਤਾਂ ਉਹ ਜੰਮੂ ਕਸ਼ਮੀਰ ਤੱਕ ਆਉਂਦੀ ਹੁੰਦੀ ਸੀਗੀ, ਜੰਮੂ ਤੱਕ। ਤਾਂ ਉਹਨੂੰ ਹਿਮਸਾਗਰ ਐਕਸਪ੍ਰੈਸ ਕਹਿੰਦੇ ਸੀ ਉਸ ਟਾਈਮ। ਭਾਜੀ ਇੰਨੇ ਰੰਗ ਦੇਖਦੇ ਸੀ ਨਾ ਤੁਹਾਨੂੰ ਉਹ ਮੁਲਕ ਦੇ, ਕਿ ਸਾਨੂੰ ਪਤਾ ਸੀ ਅਗਲਾ ਸਟੇਸ਼ਨ ਆ ਰਿਹਾ, ਉੱਥੇ ਸਾਨੂੰ ਪਤਾ ਨਹੀਂ ਕਿਹੜਾ ਫੂਡ ਮਿਲਣਾ ਅਗਲੇ ਤੇ। ਕਦੀ ਆ ਕੇ ਤੁਹਾਨੂੰ ਵਿਜੇਵਾੜਾ ਆ ਗਿਆ, ਕਦੀ ਤੁਹਾਨੂੰ ਆ ਕੇ ਆਗਰਾ ਆ ਗਿਆ, ਉਹਦਾ ਪੇਠਾ, ਕਿਤੇ ਪੂਰੀਆਂ ਵਾਲਾ, ਕਿਤੇ ਮਤਲਬ ਤੁਹਾਨੂੰ ਇੰਨੇ ਤਰ੍ਹਾਂ ਦੇ ਫੂਡ ਮਿਲਦੇ ਨਾ ਰਾਹ ਦੇ ਵਿੱਚ, ਇੰਨੇ ਤਰ੍ਹਾਂ ਦੇ ਲੋਕ ਮਿਲਦੇ ਨੇ। ਤਾਂ ਤੁਸੀਂ ਦੇਖਦੇ ਹੋ ਕਿ 2-3 ਘੰਟਿਆਂ ਬਾਅਦ, 4-5 ਘੰਟਿਆਂ ਬਾਅਦ ਟੋਟਲੀ ਬੰਦੇ ਬਦਲ ਜਾਂਦੇ ਨੇ, ਭਾਸ਼ਾ ਬਦਲ ਜਾਂਦੀ ਹੈ। ਹਾਂਜੀ, ਐਵਰੀਥਿੰਗ ਚੇਂਜ। ਹੁਣ ਇਹ ਆਪਾਂ ਗੱਲ ਕਰ ਰਹੇ ਹਾਂ ਕਿ ਲੋਕਤੰਤਰੀ ਚ ਅਨੇਕਤਾ, ਉਹ ਹੁਣ ਉਹਦੇ ਰਿਗਾਰਡਿੰਗ ਜੋ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਉਹ ਖਤਮ ਕਰ ਦਿੱਤਾ ਆ ਉਹ। ਤਾਂ ਉਹਦੇ ਵਿੱਚ ਬਾਅਦ ਲਿਖਿਆ ਜੀ ਕਿ ਲੋਕਤੰਤਰ ਨੂੰ ਚੁਣੌਤੀਆਂ, ਇਹ ਇੱਕ ਸਬਜੈਕਟ ਹੈ ਜੀ 9ਵੀਂ 10ਵੀਂ ਕਲਾਸ ਦੇ ਵਿੱਚ, ਲੋਕਤੰਤਰ ਨੂੰ ਚੁਣੌਤੀਆਂ ਜਾਂ ਲੋਕਤੰਤਰ ਦੇ ਵਿੱਚ ਚੁਣੌਤੀਆਂ, ਜਿੱਥੇ ਬੱਚਿਆਂ ਨੂੰ ਇਹਦੇ ਬਾਰੇ ਪੜ੍ਹਾਇਆ ਜਾਂਦਾ ਕਿ ਇਸ ਟਾਈਮ ਜਿਹੜੀ ਇੰਡੀਆ ਦੇ ਵਿੱਚ ਲੋਕਤੰਤਰ ਨੂੰ ਲੈ ਕੇ ਕੀ ਚੁਣੌਤੀਆਂ ਨੇ ਤਾਂ ਜਾਂ ਰਹੀਆਂ ਨੇ। ਉਹ ਸਬਜੈਕਟ ਰਿਮੂਵ ਕਰ ਦਿੱਤਾ। ਹੁਣ ਤੁਸੀਂ ਇਹ ਸੋਚ ਲਓ ਕਿ ਜਦੋਂ ਇਦਾਂ ਦੀਆਂ ਚੀਜ਼ਾਂ ਰਿਮੂਵ ਹੋ ਗਈਆਂ ਤਾਂ ਬੱਚਿਆਂ ਦਾ ਮਾਨਸਿਕ ਤੌਰ ਦੇ ਉੱਤੇ ਕਿੱਦਾਂ ਦਾ ਵਿਕਾਸ ਹੋਊਗਾ, ਤਾਂ ਉਹ ਕੀ ਬਣਨਗੇ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਟਾਈਮ ਦੱਸੂਗਾ ਕਿ ਇਹਨੂੰ ਟੈਂਪਰੇਰੀਲੀ ਰਿਮੂਵ ਕੀਤਾ ਹੈ ਕਿ ਪਰਮਾਨੈਂਟਲੀ ਰਿਮੂਵ ਕੀਤਾ ਹੈ। ਕਿਉਂਕਿ ਕਈ ਵਾਰ ਚੀਜ਼ਾਂ ਹੁੰਦੀਆਂ ਨੇ ਕਿ ਮੌਕਾ ਲੱਗੇ ਤਾਂ ਕਹਿੰਦੇ ਝਟਕ ਦੋ, ਤਾਂ ਬਾਅਦ ਵਿੱਚ ਦੇਖੀ ਜਾਊਗਾ। ਝਟਕਾਉਣ ਲੱਗੇ ਤਾਂ ਟਾਈਮ ਨਹੀਂ ਲੱਗਦਾ, ਬਟ ਪਾਉਣ ਲੱਗੇ ਫਿਰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ। ਹੁਣ ਇਹ ਚੀਜ਼ ਟਾਈਮ ਦੱਸੂਗਾ ਕਿ ਬਾਕੀ ਸਾਡੇ ਲੋਕ ਵੀ ਵੈਸੇ ਸ਼ਾਰਟ ਟਰਮ ਵਾਲਾ, ਮੈਂ ਹੱਸਦਾ ਹੁੰਦਾ ਕਿ ਸ਼ਾਰਟ ਟਰਮ ਮੈਮਰੀ ਵਾਲੇ ਬੰਦੇ ਹੁੰਦੇ ਨੇ ਜ਼ਿਆਦਾਤਰ, ਸਾਨੂੰ ਬਹੁਤ ਜਲਦੀ ਭੁੱਲ ਜਾਂਦਾ ਹੈ ਕਿ ਕੁਝ ਮਹੀਨੇ ਪਹਿਲਾਂ ਕੀ ਹੋਇਆ ਸੀਗਾ। ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਯਾਦ ਵੀ ਨਾ ਰਵੇ, ਜੇ ਕੋਈ ਇਹਦੇ ਰਿਗਾਰਡਿੰਗ ਕੋਈ ਮੂਵਮੈਂਟ ਨਾ ਸ਼ੁਰੂ ਹੋਈ ਤਾਂ ਉਹ ਸ਼ਾਇਦ ਇਹਨੂੰ ਪਰਮਾਨੈਂਟ ਵੀ ਰੱਖ ਸਕਦੇ ਨੇ, ਕਿਉਂਕਿ ਸਾਨੂੰ ਜੋ ਇੰਟੈਂਸ਼ਨਸ ਨੇ ਸਰਕਾਰ ਦੀਆਂ ਉਹਦੇ ਹਿਸਾਬ ਨਾਲ ਨਜ਼ਰ ਆਉਂਦਾ ਕਿ ਇਹ ਸ਼ਾਇਦ ਇੱਕ ਸਾਜ਼ਿਸ਼ ਹੋ ਸਕਦੀ ਹੈ। ਬਾਕੀ ਸਮਾਂ ਦੱਸੂਗਾ ਕਿ ਕੀ ਬਣਦਾ ਹੈ, ਬਟ ਡੈਫੀਨੇਟਲੀ ਦਿਸ ਇਜ਼ ਗੋਇੰ ਟੂ ਮੇਕ ਅ ਬਿਗ ਇੰਪੈਕਟ ਔਨ ਜਿਹੜੇ ਬੱਚੇ ਨੇ ਉੱਥੇ ਦੇ ਪੜ੍ਹਨਗੇ, ਜਿਹੜੇ
ਉਹ ਕਿਹੜੀ ਸੋਚ ਨਾਲ ਵੱਡੇ ਹੋਣਗੇ ਜੀ। ਠੀਕ, ਇਹ ਤਾਂ ਜੀ ਉਹ ਇੱਕ ਵਾਰੀ ਜਦੋਂ ਲਾਗੂ ਹੋ ਗਿਆ ਜੀ ਤੇ ਮੁੜ ਕੇ ਫੇਰ ਹਟਣਾ। ਇਹ ਸਟੇਟ ਜਿਹੜੀਆਂ ਪ੍ਰਾਂਤਾਂ ਦੀਆਂ ਆਪਣੀਆਂ ਸਰਕਾਰਾਂ ਆ, ਪੰਜਾਬ ਗੌਰਮੈਂਟ ਨੇ ਇਹਦੇ ਬਾਰੇ ਹਲੇ ਕੁਝ ਵੀ ਨਹੀਂ ਕਰਨਾ। ਉਹ ਤਾਂ ਆਪ ਕਹਿ ਰਹੇ ਇਦਾਂ ਦਾ ਕੰਮ ਲਈ ਵੀ ਪੰਜਾਬੀ, ਉਹ ਆਪ ਨਹੀਂ ਪੰਜਾਬੀ 'ਚ ਗੱਲ ਕਰਦਾ ਉੱਥੇ ਦਾ ਚੀਫ ਮਿਨਿਸਟਰ, ਪੰਜਾਬੀ ਉਹਨੇ ਕੀ ਲਾਗੂ ਕਰਾਉਣੀ ਹੈ। ਇਹਨਾਂ ਨੂੰ ਪੂਰਾ ਜਿੰਨੇ ਪੰਜਾਬੀ ਅਖਬਾਰਾਂ ਵਾਲੇ ਆ, ਪੰਜਾਬੀ ਮੀਡੀਆ, ਸਾਰਿਆਂ ਨੂੰ ਉਧਰ ਧਿਆਨ ਦੇਣਾ ਚਾਹੀਦਾ। ਜਿਹੜਾ ਤੁਸੀਂ ਪੰਜਾਬ ਦਾ ਕਲਚਰ ਕਿੱਦਾਂ ਰੱਖਣਾ, ਪੰਜਾਬੀਆਂ ਦੀ ਹੋਂਦ ਨੂੰ ਕਿੱਦਾਂ ਰੱਖਣਾ ਆ, ਜੇ ਤੁਹਾਡਾ ਇਹੀ ਖਤਮ ਹੋਣ ਲੱਗ ਪਿਆ ਤੇ ਇੱਕੋ ਹੀ ਫੂਡ ਚੱਲੂ ਫੇਰ ਤਾਂ। ਜਦੋਂ ਤੁਸੀਂ ਕਹਿੰਦੇ ਫੂਡ ਵੀ ਸਾਰੇ ਖਤਮ ਕਰ ਦੇਣੇ, ਟ੍ਰੇਨ 'ਚ ਮਿਲਦੇ ਸੀ ਨਹੀਂ ਉਹ ਤਾਂ ਨਹੀਂ ਮੈਂ ਕਿਹਾ ਫੂਡ ਦੇਖਿਆ ਜੀ। ਨਹੀਂ ਫਿਰ ਜਦ ਤੁਸੀਂ ਨਹੀਂ ਮੈਂ ਦੱਸਦਾ, ਜਦੋਂ ਨਹੀਂ ਪੜਾਉਣਾ ਹੀ ਇਦਾਂ ਦਾ ਆ ਵੀ ਉਹ ਜਦ ਦੇਖ ਰਿਹਾ ਆ ਵੀ ਚੁਣੌਤੀਆਂ ਆ ਰਹੀਆਂ ਵੱਖਰੀਆਂ ਅੱਗੇ ਵੱਖਰੀਆਂ, ਇਹ ਲਿਖਦੇ ਨਾ ਅਨੇਕਤਾ ਵਿੱਚ ਅਨੇਕਤਾ, ਵੀ ਵੱਖਰੀਆਂ ਜਾਤਾਂ, ਵੱਖਰੇ ਧਰਮ, ਵੱਖਰੇ ਪ੍ਰਾਂਤ, ਕਿੰਨੀਆਂ ਸਾਰੀਆਂ ਬੋਲੀਆਂ ਆ ਉੱਥੇ, ਬਹੁਤ ਹਰੇਕ ਪ੍ਰਾਂਤ ਦੀਆਂ ਆਪਣੀਆਂ। ਉਹ ਹੁਣ ਹੌਲੀ ਇਦਾਂ ਦਾ ਸਿਸਟਮ ਆ ਜਿਹੜਾ ਸਿਲੇਬਸ ਤੁਸੀਂ ਕਰ ਰਹੇ ਆ, ਇਹ ਮਤਲਬ ਉਹਨਾਂ ਨੂੰ ਖਾ ਜਾਣਗੇ ਛੋਟੀਆਂ ਬੋਲੀਆਂ ਨੂੰ। ਇਹੀ ਆ ਛੋਟੇ। ਹਾਂ ਬਿਲਕੁਲ, ਪਲਾਨ ਤਾਂ ਦੇਖੋ ਇਹੀ ਆ ਉਹਨਾਂ ਦਾ, ਪੜਾਇਆ ਜਾਊਗਾ ਨਾ ਇਹ। ਬਟ ਹਾਂ ਕੋਸ਼ਿਸ਼ ਕਰਨੇ ਕਿ ਪੰਜਾਬ, ਕਿਉਂਕਿ ਆਪਣੇ ਆਪ ਨੂੰ ਖਵਾਉਣ ਦੇ ਵਿੱਚ ਪੰਜਾਬ ਸਭ ਤੋਂ ਮੋਹਰੇ ਹੋਇਆ ਪਿਆ ਕਿ ਬਈ ਕਹਿੰਦਾ ਵੀ ਜਿੱਦਾਂ ਹੁਣ ਅਗਰ ਬਚੇ ਹੋਏ ਨੇ ਜੀ, ਸਾਊਥ ਇੰਡੀਆ ਬਹੁਤ ਤਕੜਾ ਇਹਦੇ ਲਈ ਖੜਾ ਆ ਸਟੈਂਡ। ਉਹ ਹਿੰਦੀ ਨੂੰ ਵੜਨ ਨਹੀਂ ਦਿੰਦੇ, ਉਹ ਕਹਿੰਦੇ ਹਿੰਦੀ ਸਾਡੀ ਭਾਸ਼ਾ ਨਹੀਂ, ਸਾਨੂੰ ਫਿਲਮਾਂ 'ਚ ਵੀ ਮਿਲ ਜੂਗਾ। ਉਹਨਾਂ ਦੀ ਇੰਡਸਟਰੀ ਇੰਨੀ ਤਕੜੀ ਸਟੈਂਡ ਹੋਈ ਪਈ ਆ। ਉਹ ਲੋਕ ਤੁਹਾਨੂੰ ਇੱਥੇ ਮੈਲਬਨ 'ਚ ਵੀ, ਬਾਹਰ ਦੁਨੀਆ 'ਚ ਮਿਲ ਜਾਣਗੇ, ਪੜ੍ਹੇ ਲਿਖੇ ਲੋਕ ਨੇ, IT ਨਾਲ ਜੁੜੇ ਹੋਏ ਨੇ, ਤਾਂ ਉਹ ਤੁਹਾਨੂੰ ਕੰਮ ਕਰਦੇ ਮਿਲ ਜਾਣਗੇ। ਉਹ ਆਪਣੀ ਭਾਸ਼ਾ ਬੋਲਦੇ ਜਾਂ ਅੰਗਰੇਜ਼ੀ ਬੋਲਦੇ ਨੇ, ਆਪਣੀ ਲੋਕਲ ਭਾਸ਼ਾ। ਹਿੰਦੀ ਨੂੰ ਉਹ ਸਮਝਦੇ ਨਹੀਂ ਕੁਛ। ਬਟ ਪੰਜਾਬ ਜਿਹੜਾ ਇਹਨਾਂ ਸਾਰੀ ਚੀਜ਼ਾਂ ਨੂੰ ਅਪਣਾਉਣ ਦੇ ਵਿੱਚ ਜਾਂ ਸਰਕਾਰੀ ਤੌਰ ਦੇ ਉੱਤੇ ਵੀ ਕਾਫੀ ਅੱਗੇ ਹੁੰਦਾ ਆ, ਕਿਉਂਕਿ ਲੋਕ ਵੀ ਕੋਈ ਵੱਡਾ ਮੂਵਮੈਂਟ ਲੈ ਕੇ ਉੱਥੇ ਨਹੀਂ ਆਉਂਦੇ। ਬਟ ਡੈਫੀਨੇਟਲੀ ਇਹ ਤਾਂ ਆਪਾਂ ਪੂਰੇ ਮੁਲਕ ਦੀ ਗੱਲ ਕਰ ਰਹੇ ਕਿ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਜੀ ਓਵਰਨਾਈਟ ਨਹੀਂ ਹੋ ਸਕਦੀ, ਇਹਨੂੰ ਬਹੁਤ ਟਾਈਮ ਲੱਗੂਗਾ। ਕਿਉਂਕਿ ਇਹ ਜਿਹੜਾ ਇੰਡੀਆ ਦਾ, ਭਾਰਤ ਦਾ ਇਤਿਹਾਸ ਹੈ, ਜਿਹੜੀਆਂ ਭਾਸ਼ਾਵਾਂ ਨੇ, ਕਲਚਰ ਹੈ, ਇਹ ਸਦੀਆਂ ਪੁਰਾਣਾ ਹੈ। ਇਹ ਸੈਂਕੜੇ ਹਜ਼ਾਰਾਂ ਸਾਲ ਪੁਰਾਣਾ ਹੈ, ਲੋਕਾਂ ਦੇ ਵਿੱਚ ਅੰਦਰ ਬੜਿਆ ਹੋਇਆ। ਬਟ ਡੈਫੀਨੇਟਲੀ ਜਦੋਂ ਤੁਸੀਂ ਬੱਚੇ ਬਦਲ ਦੋਗੇ, ਪੜਾਉਂਗੇ, ਜੋ ਬੱਚੇ ਨੂੰ ਪੜਾਉਂਗੇ ਹੁਣ ਤਾਂ ਉਹੀ ਦੇਖਣਾ ਨਾ ਜੋ। ਹਾਂ ਬਿਲਕੁਲ, ਆਉਣ ਵਾਲੇ ਆਪਾਂ ਇਹ ਕਹਿ ਸਕਦੇ ਹਾਂ ਕਿ ਅੱਜ ਨਹੀਂ, ਬਟ ਹੋ ਸਕਦਾ ਆਉਣ ਵਾਲੇ 25 30 50 ਸਾਲ ਜਾਂ 100 ਸਾਲ ਨੂੰ ਜਿਹੜਾ ਆ ਹੌਲੀ ਫਰਕ ਜਿਹੜਾ ਅਨਡੈਮੋਕ੍ਰੈਟਿਕ ਹੋ ਗਿਆ ਨਾ। ਡੈਮੋਕ੍ਰੇਸੀ ਥੋੜੋ ਅਨਡੈਮੋਕ੍ਰੇਟ ਵੇ ਸਾਰਾ ਚੱਲ ਰਿਹਾ ਜੀ। ਤਾਂ ਵੈਸੇ ਮੈਂ ਦੱਸ ਰਿਹਾ, ਮੈਂ ਜਿਹੜਾ 50-100 ਸਾਲ ਕਹਿ ਰਿਹਾ ਨਾ, ਇੱਥੇ ਤੱਕ ਤਾਂ ਪਹੁੰਚਦੇ ਨੂੰ ਸਾਊਥ ਇੰਡੀਆ ਨੂੰ ਲੱਗੂਗਾ। ਪੰਜਾਬ ਨੂੰ ਇੰਨਾ ਟਾਈਮ ਨਹੀਂ ਲੱਗਦਾ। ਪੰਜਾਬ ਤਾਂ ਆਲਰੇਡੀ ਮੈਂ ਕਹਿੰਦਾ ਚੱਕੀ ਫਿਰਦੇ ਆ। ਉਹ ਤਾਂ ਇੱਕ ਜਨਰੇਸ਼ਨ ਜੀ, ਹਾਂਜੀ ਉਹ ਤਾਂ ਆਪਾਂ ਸ਼ਹਿਰਾਂ ਦੇ ਵਿੱਚ ਪਹਿਲਾਂ ਹੀ ਹਮਕੋ ਤੁਮਕੋ ਪਹਿਲਾਂ ਹੀ ਜਿਹੜਾ ਮੀਡੀਆ ਨੇ ਕੰਮ ਕੀਤਾ ਹੈ ਸਾਰਾ ਕੁਝ ਪਿੰਡਾਂ 'ਚ ਹੋ ਗਿਆ। ਜਿਹੜਾ ਪਿੰਡਾਂ ਤੋਂ ਸ਼ਹਿਰਾਂ 'ਚ ਬੰਦਾ ਜਾਂਦਾ ਆ, ਉਹ ਤਾਂ ਪਹਿਲਾਂ ਹੀ ਹਿੰਦੀ ਬੋਲਣ ਨੂੰ ਉਹ ਸਮਝਦੇ ਅਸੀਂ ਐਡਵਾਂਸ ਹੋ ਗਏ ਆ। ਪੰਜਾਬੀ ਤੋਂ ਪਹਿਲਾਂ ਹੀ ਨਹੀਂ ਬੋਲਦੇ। ਦੁੱਖ ਵਾਲੀ ਗੱਲ ਤਾਂ ਇਹ ਆ ਵੀ ਜਿੱਦਾਂ ਦਾ ਮੀਡੀਆ, ਜੋ ਸਰਕਾਰਾਂ, ਸੈਂਟਰ ਸਰਕਾਰਾਂ ਜਿੱਦਾਂ ਹੈਗੀਆਂ, ਉਦਾਂ ਜ਼ਿਆਦਾ ਹੁੰਦਾ। ਜਿੱਦਾਂ ਤੁਸੀਂ ਜੋਬਾਂ ਦੀ ਆਪਾਂ ਪਿੱਛੇ ਗੱਲ ਕਰਦੇ ਸੀ ਕਿ ਜੇ ਪੰਜਾਬ ਵਾਲਿਆਂ ਨੂੰ, ਪੰਜਾਬ ਡੋਮਿਸਾਈਲ ਵਾਲਿਆਂ ਨੂੰ ਜੋਬ ਨਹੀਂ ਪਹਿਲਾਂ ਮਿਲਣੀ ਤੇ ਬਾਹਰ ਵਾਲਿਆਂ ਨੂੰ ਮਿਲੀ ਜਾਣੀ, ਉਹ ਤਾਂ ਫਿਰ ਪੰਜਾਬ, ਤੁਹਾਡੀ ਛੋਟੀਆਂ ਪ੍ਰਾਂਤਾਂ ਆਲਰੇਡੀ ਖਤਮ। ਤੇ ਇਹਦੇ ਬਾਰੇ ਪਤਾ ਨਹੀਂ ਕੀ ਉੱਥੇ ਦੇ ਹੁਣ ਸੋਚਣਗੇ ਜੀ ਬੰਦੇ। ਉਹਨਾਂ ਨੂੰ ਚਾਹੀਦਾ ਇੱਕ ਭਾਜੀ ਇਹਦੇ ਨਾਲ ਮਿਲਦੀ ਇੱਕ ਹੋਰ ਖਬਰ ਆ, ਜਿਹੜੀ ਕਿ ਤੁਸੀਂ ਕਹਿ ਰਹੇ ਸੀਗੇ ਕੋਈ ਉਹ ਜਿਹੜੀ ਰਿਪੋਰਟ ਆ ਰਹੀ ਸੀ, ਕੋਈ CBI ਨੇ ਕੁਛ ਕੀਤਾ ਜੀ। ਆਪਾਂ ਪਹਿਲਾਂ ਜੀ ਮਹਾਰਾਜ, ਉਹ ਤਾਂ ਤੁਸੀਂ ਪ੍ਰੈਡਿਕਸ਼ਨ ਦਿੱਤੀ ਸੀਗੀ ਥੋੜੇ ਦਿਨ ਪਹਿਲਾਂ, ਜਦੋਂ ਅਸੀਂ ਗੱਲ ਕੀਤੀ ਸੀਗੀ, ਜਦੋਂ ਜਿਹੜੇ ਡੇਰਾ ਬਾਬਾ ਆਪਣਾ ਡੇਰੇ ਵਾਲਾ ਗੁਰਮੀਤ ਰਾਮ ਰਹੀਮ ਜਿਹੜਾ ਆ, ਜਦੋਂ ਉਹਦੇ ਬੰਦਿਆਂ ਨੂੰ ਇਹਦੇ ਵਿੱਚ ਨਾਮਜ਼ਦ ਕੀਤਾ ਆ ਬੇਅਦਬੀ ਵਾਲੇ ਇਸ਼ੂ ਦੇ ਵਿੱਚ, ਤਾਂ ਉਹਦੇ 3 ਬੰਦੇ ਉਹਦੇ ਨਾਮਜ਼ਦ ਕੀਤੇ ਸੀ, ਟੋਟਲ 11 ਜਾਣੇ। ਜਿਹੜੀ ਸਿੱਟ ਹੈਗੀ ਆ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈਗੀ ਆ, ਉਹਨੇ ਤੁਸੀਂ ਉਦਾਂ ਹੀ ਪ੍ਰੈਡਿਕਟ ਕਰ ਦਿੱਤਾ ਜੀ, ਕਹਿੰਦੇ ਭਾਈ ਜੇ ਇਹ ਨਾਮ ਪੈ ਗਏ ਆ ਤਾਂ ਉਹਨਾਂ ਨੂੰ ਕਢਾਉਣੇ ਵੀ ਆਉਂਦੇ ਆ। ਬਿਲਕੁਲ ਮੈਂ ਤੁਹਾਨੂੰ ਦੱਸਿਆ ਸੀ, ਤੁਹਾਡੀ ਭਵਿੱਖਬਾਣੀ ਹੁਣ ਸਾਫ਼ ਨਜ਼ਰ ਆ ਰਹੀ ਆ। ਉਹਦੇ ਬਾਰੇ ਤੁਸੀਂ ਅਪਡੇਟ ਦੱਸੋ ਜੀ, ਵੀ ਕੀ ਹੁਣ CBI ਦਾ ਜੋ ਮੜ ਜਾ ਉੱਥੇ ਦਾ ਜਿੰਨਾ ਕੁ ਇਤਿਹਾਸ, ਜੋ ਉੱਥੇ ਦਾ ਦੇਖਿਆ, ਜੋ ਹੁੰਦਾ ਆ ਪੰਜਾਬ ਨਾਲ, ਜਾਂ ਜੋ ਆਪਣੇ ਸਿੱਖਾਂ ਨਾਲ ਹੁੰਦਾ ਰਿਹਾ, ਜੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਉਸ ਵੇਲੇ ਦੀ ਗਵਰਨਮੈਂਟ ਨੇ ਵੀ ਕੀਤਾ, ਹੁਣ ਦੀ ਨੇ ਵੀ ਜੋ ਕਰ ਰਹੇ, ਇੰਨਾ ਟਾਈਮ ਲੱਗਦਾ, ਉਹਨੂੰ ਮੱਦੇ ਨਜ਼ਰ ਰੱਖਦੇ ਮੈਂ ਦੱਸਿਆ ਸੀ ਵੀ ਜੇ ਇਹ ਥੋੜੇ ਜਿਹੇ ਪ੍ਰੇਮੀ ਜਿਹੜੇ ਆ ਵੀ ਗਏ ਹੈ ਤਾਂ ਬਹੁਤ ਜ਼ਿਆਦਾ ਹੋਣਗੇ, ਜਿਨ੍ਹਾਂ ਨੇ ਉਹਨਾਂ ਨੂੰ ਪੜ੍ਹਾਇਆ ਗਿਆ ਹੋਊਗਾ ਸਿਰਸੇ ਵਾਲੇ ਵੱਲੋਂ ਵੀ ਤੁਸੀਂ ਇਹ ਬੇਅਦਬੀ ਕਰੋ। ਏਦਾਂ ਦੇ ਉਹਦੇ ਕੰਮ ਤਾਂ ਏਦਾਂ ਦੇ ਸੀਗੇ। ਉਹ ਕਿਹੜਾ ਕੋਈ ਪੈਗੰਬਰ ਆਇਆ ਸੀ ਉੱਪਰੋਂ ਉੱਠ ਕੇ, ਕੋਈ ਨਾ ਉਹਦੀ ਕੋਈ ਕੁਰਬਾਨੀ ਸੀ। ਲੋਕੀ ਵੀ ਪਤਾ ਨਹੀਂ ਕਿੱਦਾਂ ਲੱਗ ਜਾਂਦੇ, ਉਦਾਂ ਹੀ ਦੇਖੀ ਪੋਲੀਟੀਕਲ ਬੰਦਾ ਇੱਕ ਦੋ ਜਾਂਦੇ ਉੱਥੇ ਮਗਰ ਲੱਗ ਜਾਂਦੇ ਵੋਟਾਂ ਜਾਂ ਉਹ ਕਰਨ ਨੂੰ ਖਾਤਰ। ਤੇ ਉਹ ਭਾਜੀ ਦੇਖੋ ਵੀ ਜਿਹਨੇ ਹਿੰਦ ਬਚਾਈ, ਸਾਰਾ ਕੁਛ ਕੀਤਾ, ਜਿਸ ਨੇ ਇੰਡੀਆ ਨੂੰ ਇਹ ਹੋਂਦ ਦੇ ਵਿੱਚ ਰੱਖਿਆ,
ਉਸ ਗੁਰੂ ਗ੍ਰੰਥ ਸਾਹਿਬ ਨੂੰ ਜਿਨ੍ਹਾਂ ਨੇ ਲਿਖਵਾਇਆ ਗੁਰੂ ਅਰਜਨ ਦੇਵ ਜੀ ਨੇ, ਉਹਦੀ ਬੇਅਦਬੀ ਤੁਸੀਂ ਕਰਦੇ ਹੋ, ਉਹਦੇ ਨਤੀਜੇ ਤੇ ਇਹਨਾਂ ਨੂੰ ਭੁਗਤਣੇ ਪੈਣਗੇ ਇੱਕ ਦਿਨ। ਪਰ ਉਹ ਆਸ ਹੀ ਉਦੋਂ ਹੋਈ ਸੀ ਵੀ ਜਿਹੜੀ ਸਿੱਟ ਨੇ ਰਿਪੋਰਟ ਬਣਾਈ ਆ ਉਹਦੇ ਵਿੱਚ ਸਿਰਸੇ ਵਾਲੇ ਦਾ ਨਾਮ ਵੱਜਦਾ। ਪਰ ਮੈਂ ਤੁਹਾਨੂੰ ਇਹ ਦੱਸਦਾ ਸੀ ਵੀ ਜਦ ਰਾਜ ਹੀ ਉਹਨਾਂ ਦਾ ਸਾਰਾ ਕੁਝ ਹੀ ਏਦਾਂ ਆ, ਉਹ ਫਿਰ CBI ਨੇ, ਹੁਣ ਸੁਣਨ ਦੇ ਵਿੱਚ ਇਹੀ ਆ ਵੀ CBI ਨੇ ਉਹਨੂੰ ਜਿਹੜੀ ਉੱਥੇ ਦੀ ਅਦਾਲਤ ਦੇ ਵਿੱਚ ਜਿਹੜੀ ਮਿਸਟਰ ਸੇਖੋਂ ਵਾਲੀ ਅਦਾਲਤ ਦੇ ਵਿੱਚ ਉਹਨੂੰ ਚੈਲੰਜ ਕਰ ਦਿੱਤਾ, ਨਹੀਂ ਜੀ ਵੀ ਇਹਦੀ ਤੁਸੀਂ ਜਿਹੜੀ ਆ ਸਿੱਟ ਨੇ ਜਾਂ ਪੰਜਾਬ ਪੁਲਿਸ ਨੇ ਜਿਹੜੀ ਰਿਪੋਰਟ ਬਣਾਈ ਆ ਇਹ ਗਲਤ ਆ। ਉਹ ਤਾਂ ਹੋਣਾ ਹੀ ਸੀਗਾ ਜੀ, ਉਹਨੂੰ ਤਾਂ ਨਹੀਂ ਬਚਾ ਕੇ ਰੱਖਣਾ ਆ, ਕਿਉਂਕਿ ਉਹ ਆਪ ਉਹਨਾਂ ਦਾ ਪੈਦਾ ਕੀਤਾ ਹੋਇਆ ਬੰਦਾ ਹੁੰਦਾ ਆ ਜਿਹੜਾ ਕਿ ਇਦਾਂ ਦੇ ਕੰਮ ਕਰਾਉਂਦੇ, ਉਹਦੀ ਬੈਕ ਤੇ ਬੜਾ ਕੁਝ ਹੁੰਦਾ ਆ। ਪਰ ਇਹ ਆ ਵੀ ਇਦਾਂ ਦਾ ਜਿਹੜੇ ਚਾਹੇ ਇਹ ਤਾਂ ਔਰੰਗਜ਼ੇਬ ਵਰਗੇ ਨਹੀਂ ਰਹੇ ਜੀ। ਇੱਥੇ ਮੈਂ ਵੀ ਕਹਿੰਦਾ ਡਰਨ ਦੀ ਲੋੜ ਨਹੀਂ ਕਿਸੇ ਨੂੰ, ਪੰਜਾਬ ਪੁਲਿਸ ਨੂੰ ਵੀ ਜਾਂ ਹੋਰ ਸਿੱਟ ਵਾਲਿਆਂ ਨੂੰ ਜਿਹੜੇ ਸਹੀ ਰਿਪੋਰਟ ਕਰਦੇ ਇਹਨਾਂ ਨੂੰ ਕਰ ਲੈਣੀ ਚਾਹੀਦੀ ਆ। ਇਹਨਾਂ ਦਾ ਅੰਤ ਐਂਡ ਨੂੰ ਹੁੰਦਾ ਹੀ ਹੁੰਦਾ। ਔਰੰਗਜ਼ੇਬ ਨੇ ਕਿੰਨਾ ਜ਼ੁਲਮ ਕਰ ਲਿਆ, ਹੋਰ ਸਾਰਿਆਂ ਨੇ ਜਿਹੜੇ ਵੀ ਕੋਈ ਇਦਾਂ ਦੇ ਆਏ ਆ ਉਦੋਂ ਜਿਹੜੇ ਵੀ ਘੱਟ ਗਿਣਤੀਆਂ ਦੇ ਜਾਂ ਹੋਰ ਤੇ ਅਤਿਆਚਾਰ ਕਰਦੇ ਆ, ਜਾਂ ਕਿਸੇ ਦੀ ਵੀ, ਮੈਂ ਅੱਗੇ ਵੀ ਕਹਿੰਦਾ ਕੱਲਾ ਸਿੱਖਾਂ ਦੀ ਨਹੀਂ, ਕੋਈ ਵੀ ਧਾਰਮਿਕ ਕਿਸੇ ਦਾ ਵੀ ਕੋਈ ਗ੍ਰੰਥ ਹੋਵੇ ਉਹਦਾ ਨਾਲ ਕਰਨਾ ਇਹ ਬਹੁਤ ਹੀ ਮਾੜੀ ਤੇ ਮੰਦਭਾਗੀ ਜਿਹੜੀ ਘਟਨਾ। ਇਹਦਾ ਕਿ ਇਹਨਾਂ ਨੂੰ ਦੇਣਾ ਚਾਹੀਦਾ ਨਤੀਜਾ, ਇਹਨਾਂ ਬੰਦਿਆਂ ਨੂੰ ਫੜਨਾ ਚਾਹੀਦਾ, ਇਹਨਾਂ ਨੂੰ ਸਜ਼ਾ ਲਾਉਣੀ ਚਾਹੀਦੀ ਆ। ਲੋਕਾਂ ਦੇ ਬਲੀਵ, ਲੋਕਾਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ। ਬਿਲਕੁਲ ਬਿਲਕੁਲ। ਚਲੋ ਇਹ ਤਾਂ ਰਾਜਨੀਤੀ ਆਪਾਂ ਨੂੰ ਪਤਾ ਚੱਲਦੀ ਹੈ, ਵਾਕਈ ਵੈਸੇ ਦੱਸਦੇ ਕਿ ਇਹ ਕੰਮ ਜਿਹੜੇ ਸ਼ੁਰੂ ਹੋ ਗਏ ਨੇ, ਉਹਨਾਂ ਨੇ ਉਹਦੇ ਪੁਲਿਸ ਨੇ ਉਹਨੂੰ ਚਾਰਜ ਕੀਤਾ ਤੇ ਜਾਂ ਉਹਦੇ ਤੇ ਕੇਸ ਪਾਇਆ ਤੇ ਉਧਰੋਂ ਦੀ CBI ਆ ਜਾਂਦੀ ਆ। ਹੁਣ CBI ਕਿਹਦੇ ਹੱਥ 'ਚ ਸਾਨੂੰ ਸਾਰਿਆਂ ਨੂੰ ਪਤਾ ਆ, ਠੀਕ ਹੈ ਜੀ। ਤਾਂ ਆਪਾਂ ਫੈਡਰਲਿਜ਼ਮ ਦੀ ਗੱਲ ਕਰਦੇ ਸੀਗੇ ਤਾਂ ਉਧਰ ਹੀ ਹੈਗੀ ਹੈ CBI, ਤਾਂ ਉਹ ਕੀ ਕੰਮ ਕਰ ਰਹੀ ਹੈ। ਔਰ ਪਿਛਲੇ ਦਿਨਾਂ ਵਿੱਚ ਤੁਸੀਂ ਦੇਖੋ ਜੀ CBI ਦਾ ਵੀ ਹਾਲ ਪਿੱਛੇ ਜੇ ਕੀ ਹੋਇਆ ਸੀ, ਸਾਨੂੰ ਸਾਰਿਆਂ ਨੂੰ ਪਤਾ ਕਿ ਕਿਵੇਂ ਬੰਦੇ ਇਹਨਾਂ ਦੇ ਵਿੱਚ ਤੋੜ ਕੇ, ਸਰਕਾਰ ਨੇ ਜਦੋਂ ਆਈ ਹੈ ਮੋਦੀ ਸਰਕਾਰ, ਇਹਨਾਂ ਨੇ ਕਿੱਦਾਂ ਬੰਦੇ ਤੋੜ ਕੇ ਥੱਲੇ ਉੱਪਰ ਵਾਲਾ ਕੱਢ ਦਿੱਤਾ, ਥੱਲੇ ਵਾਲਾ ਲਿਆਤਾ, ਤੀਜੇ ਨੰਬਰ ਵਾਲਾ ਬੰਦਾ ਲਿਆ ਕੇ ਉੱਪਰ ਬਿਠਾ ਦਿੱਤਾ ਤੇ ਬੜਾ ਕੁਝ। ਜਿੰਨੇ ਫੈਡਰਲ ਢਾਂਚੇ ਦੇ ਵਿੱਚ ਵੱਡੇ ਸੰਸਥਾਨ ਸੀਗੇ, CBI ਜਿੱਦਾਂ ਕਿਸੇ ਸਰਕਾਰ ਦੇ ਕਿਸੇ ਵੀ ਇਹਦੇ ਮੰਤਰੀ ਦੇ ਤਹਿਤ ਨਹੀਂ ਆਉਂਦੀ ਸੀ, ਬਟ ਇਹਨੂੰ ਲਿਆਂਦਾ ਗਿਆ ਵਾ, ਠੀਕ ਹੈ ਜੀ। ਉਹਦੇ ਵਿੱਚ ਸੁਪਰੀਮ ਕੋਰਟ ਹੋ ਗਈ, CBI ਹੋ ਗਈ, ਹੋਰ ਇਲੈਕਸ਼ਨ ਕਮਿਸ਼ਨ ਹੋ ਗਿਆ, ਇਹ ਜਿੱਡੇ ਵੱਡੇ ਇੰਸਟੀਟਿਊਟ ਨੇ ਇਹ ਜਿਹੜੀ ਕਿਸੇ ਵੀ ਸਰਕਾਰ ਦੇ। ਹੁਣ ਇਹ ਸਾਫ਼ ਪਤਾ ਲੱਗ ਰਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਸਿਰਫ ਤੇ ਸਿਰਫ ਜਿਹੜੀ ਸਰਕਾਰ ਜਿਹੜੀ ਹੁੰਦੀ ਹੈ, ਜਿਹੜੀ ਵੀ ਸਰਕਾਰ ਹੁੰਦੀ ਹੈ, ਉਹਦੇ ਬੰਦੇ ਜਿਹੜੇ ਨੇ ਉਹਨੂੰ ਆਪਣੇ ਹਿਸਾਬ ਦੇ ਨਾਲ ਵਰਤਦੇ ਨੇ, ਆਪਣੇ ਬੰਦੇ ਲਿਆ ਕੇ ਉਹਨੂੰ ਵਰਤਦੇ ਨੇ। ਤਾਂ ਇਹ ਤਾਂ ਭਾਜੀ ਚੱਲੀ ਜਾਣਾ ਕੰਮ। ਤਾਂ ਅੱਗੇ ਵੀ ਜੋ ਸਾਡੇ ਕੋਲ ਆਉਗੀਆਂ ਨਿਊਜ਼ ਜਾਂ ਜਿੱਦਾਂ ਵੀ ਆ, ਅਸੀਂ ਉਹ ਤੁਹਾਨੂੰ ਸਾਰਿਆਂ ਨੂੰ ਅਪਡੇਟ ਕਰਦੇ ਰਵਾਂਗੇ। ਪਰ ਹੁਣ ਆਪਾਂ ਉਡਾਰੀ ਮਾਰਦੇ ਹਾਂ ਜੀ ਇੱਧਰੋਂ ਪੰਜਾਬ ਵੱਲ ਨੂੰ। ਤਾਂ ਕਹਿੰਦੇ ਪੰਜਾਬ ਦੇ ਵਿੱਚ ਭਾਜੀ ਵੱਡੇ ਜਿੰਨੇ ਵੀ ਪੁਲਿਸ ਮਹਿਕਮੇ ਨਾਲ ਜੁੜੇ ਹੋਏ SDM DM ਜਿਹੜੇ ਸੀਗੇ, ਉਹ ਵੀ ਕਰੋਨਾ ਦੀ ਮਾਰ ਦੇ ਵਿੱਚ ਆ ਗਏ ਨੇ। ਤਾਂ ਖਾਸ ਤੌਰ 'ਤੇ ਤੁਹਾਡੇ ਇਲਾਕੇ ਤੋਂ ਬੜੀਆਂ ਖਬਰਾਂ ਆਉਣ ਡਈਆਂ ਨੇ, ਫਗਵਾੜੇ ਤੋਂ। ਤਾਂ ਤੁਸੀਂ ਤਾਂ ਇੱਥੇ ਹੋ ਕੇ ਵੀ ਲੋਕਲ ਮੈਨੂੰ ਲੱਗਦਾ ਪੂਰੀ ਨਿਊਜ਼ ਹੁੰਦੀ ਹੈ, ਤੁਸੀਂ ਥੋੜਾ ਜਿਹਾ ਅਪਡੇਟ ਦਵੋ ਜੀ ਉਹਦੇ ਤੇ। ਕਿਉਂਕਿ ਇੰਟਰਨੈਟ ਤੇ ਨੈਟ ਨੇ ਦੁਨੀਆ ਜਿਹੜੀ ਆ ਇੱਕੋ ਜਿਹੀ ਬਣਾਤੀ। ਵੈਸੇ ਤਾਂ ਇੱਕ ਪਰਿਵਾਰ ਹੀ ਸਾਰਾ ਕਰ ਦਿੱਤਾ ਸੀਗਾ, ਤੇ ਮਹਾਰਾਜ ਨੇ ਵੀ ਪਹਿਲਾਂ ਤੋਂ ਇਹੀ ਕਹਿਤਾ ਆ। ਹਾਂਜੀ, ਤੇ ਸਾਰਿਆਂ ਦੀ ਲੁਕਾਈ ਦੁਨੀਆ ਸਾਰੀ ਦੇ ਇਨਸਾਨੀਅਤ ਇੱਕੋ ਹੀ ਆ, ਹਰੇਕ ਦਾ ਫਿਕਰ ਹੋਣਾ ਚਾਹੀਦਾ। ਪਰ ਪੰਜਾਬ ਦੇ ਵਿੱਚ ਵੀ ਦੁਬਾਰਾ ਜਿੱਦਾਂ ਮੈਲਬਨ 'ਚ ਆਇਆ ਨੇ, ਇਦਾਂ ਹੀ ਵੇਵ ਜਿਹੜੀ ਆ ਪੰਜਾਬ ਦੇ ਵਿੱਚ, ਜਿਹੜੇ ਐਡਮਨ ਦੇ ਵਿੱਚ ਵੀ ਜਿਹੜੇ SDM ਵਗੈਰਾ ਤੱਕ ਦੇ ਆਫਿਸਰਾਂ ਨੂੰ ਆ ਗਿਆ ਜੀ। ਪਹਿਲਾਂ ਉੱਥੇ ਦੇ ਸਾਡੇ ਇੱਕ ਉੱਥੇ ਇੰਸਪੈਕਟਰ ਸੀਗਾ, ਉਹਨਾਂ ਨੂੰ ਸੁਣੀ ਸੀ ਖਬਰ ਲਾਸਟ ਵੀਕ ਵੀ ਉੱਥੇ ਉਹਨਾਂ ਨੂੰ ਇੰਸਪੈਕਟਰ ਨੂੰ ਹੋਇਆ, ਉਹਦੇ ਡਿਪਾਰਟਮੈਂਟ ਨੂੰ। ਹੁਣ ਤਾਂ ਕਾਫੀ SDM ਤੇ ਜਿਹੜੇ ਐਡਮਨ ਆਫਿਸ ਉਹਨਾਂ ਦੇ ਵਿੱਚ ਆ ਗਿਆ। ਹੁਣ ਅੱਜ ਦੀ ਖਬਰ ਇਹ ਵੀ ਆ ਵੀ ਸੈਕਟਰੀਏਟ ਦੇ ਵਿੱਚ ਵੀ ਚਲ ਗਿਆ ਜੀ। ਸੈਕਟਰੀਏਟ ਚੰਡੀਗੜ੍ਹ ਕਾਫੀ, ਹਾਂਜੀ, ਜਿੱਥੇ ਕਿ ਕੋਈ ਬੰਦਾ ਜਾ ਨਹੀਂ ਸਕਦਾ ਸੀ, ਕੁਛ ਨਹੀਂ ਹੋ ਸਕਦਾ, ਨਾ ਕੋਈ ਪਾਸ ਲੈ ਤੋਂ ਬਗੈਰ ਜਾ ਸਕਦਾ, ਕੁਛ ਬੰਦਾ ਨਹੀਂ ਜਾ ਸਕਦਾ, ਕਰੋਨਾ ਚਲਾ ਗਿਆ। ਮੈਂ ਕਿਹਾ ਜੀ ਬੰਦਾ ਉਹਦਾ ਪਾਸ ਲੈ ਤੋਂ ਬਗੈਰ ਵੀ, ਤੇ ਆਮ ਬੰਦਾ ਵੀ ਨਹੀਂ ਜਾ ਸਕਦਾ, ਚਿੜੀ ਨਹੀਂ ਫੁਰਕ ਸਕਦੀ। ਉੱਥੇ ਦੇਖ ਲਓ ਵੀ ਇੰਨੇ ਹਾਈਜੈਂਟਲੀ ਬੰਦੇ ਰਹਿੰਦੇ ਆ। ਆਪਾਂ ਇਹ ਨਹੀਂ ਕਹਿੰਦੇ ਵੀ ਜਿੱਦਾਂ ਕੋਈ ਮਾੜਾ ਧੀੜਾ ਬੰਦਾ ਛੋਟੇ ਲੈਵਲ ਤਾਂ ਵੀ ਇੰਨਾ ਹਾਈ ਸਟੈਂਡਰਡ ਕਲਾਸ ਰਹਿਣ ਵਾਲੇ ਬੰਦਿਆਂ ਨੂੰ ਵੀ ਹੋ ਸਕਦਾ ਆ। ਇਹਦੇ ਵਿੱਚ ਇਹ ਆ ਵੀ ਸਾਰਿਆਂ ਨੂੰ ਬੇਨਤੀ ਇਹ ਆ ਵੀ ਆਪਣੀ ਸਿਹਤ ਵਾਸਤੇ ਧਿਆਨ ਰੱਖਣਾ ਹਰੇਕ ਲਈ ਜ਼ਰੂਰੀ ਆ। ਜਿਹਨੂੰ ਵੀ ਹੁੰਦਾ ਉਹ ਹੋਰ ਕਾਫੀ ਬੰਦਿਆਂ ਨੂੰ ਉਹ ਤੋਂ ਬਾਅਦ ਫਿਰ ਹੋ ਸਕਦਾ ਆ। ਸੋ ਇਸ ਕਰਕੇ ਆਪਾਂ ਉਹਨਾਂ ਦੀ ਐਪਰੀਸ਼ੀਏਟ ਵੀ ਕਰਦੇ ਆ, ਜਿਹੜੇ ਬੰਦੇ ਪੁਲਿਸ ਦੇ ਵਿੱਚ ਮੋਹਰੇ ਹੋ ਕੇ ਆਪਣੇ ਜਵਾਨ, ਆਪਣੇ ਕਈਆਂ ਦੇ ਰਿਸ਼ਤੇਦਾਰ ਵੀ ਸਾਰੇ ਇੱਕੋ ਹੀ ਆ, ਜਿਹੜੇ ਵੀ ਆਪਣੇ ਹਾਰਡ ਵਰਕ ਕਰਦੇ ਆ। ਇਦਾਂ ਹੀ ਹੈਲਥ ਦੇ ਵਿੱਚ ਡਾਕਟਰ ਆ, ਨਰਸਸ ਹੈਗੀਆਂ ਆ, ਫਰੰਟ ਤੇ ਇਸ ਵੇਲੇ ਇਸ ਲੜਾਈ ਦੇ ਨਾਲ, ਮਹਾਮਾਰੀ ਨਾਲ ਲੜ ਰਹੇ ਆ, ਉਹਨਾਂ ਦੀ ਐਪਰੀਸ਼ੀਏਸ਼ਨ ਵੀ ਆ।
ਪਰ ਇਹ ਇੱਕ ਗੱਲ ਦੁੱਖ ਦੀ ਵੀ ਆ ਤੇ ਨਾਲ ਇਹ ਸਾਵਧਾਨੀਆਂ ਵਰਤਣ ਲਈ ਆਪਾਂ ਗੱਲ ਕਰਦੇ ਹਾਂ ਜੀ, ਵੀ ਇੱਥੋਂ ਤੱਕ ਵੀ ਜਿਹੜੀ ਪਹੁੰਚ ਗਿਆ, ਵੀ ਇੱਥੋਂ ਤੱਕ ਦੇ ਵੀ ਲੋਕਾਂ ਤੱਕ ਨੂੰ, ਇੱਥੋਂ ਤੱਕ ਦੇ ਅਫੀਸਰਾਂ ਨੂੰ ਵੀ ਹੋ ਗਿਆ। ਤੇ ਇਸ ਕਰਕੇ ਪੰਜਾਬ ਵਾਲਿਆਂ ਤੋਂ ਲੈ ਕੇ ਮੈਲਬਨ ਤੱਕ ਦੀ ਆਪਾਂ ਸਾਰਿਆਂ ਦੀ ਅਰਦਾਸ ਕਰਦੇ ਤੰਦਰੁਸਤੀ ਦੀ ਵੀ, ਪਲੱਸ ਸਾਵਧਾਨੀਆਂ ਜ਼ਰੂਰ ਵਰਤੋ, ਹੱਥ ਧੋਵੋ ਬਾਰ-ਬਾਰ, ਤੇ ਆਪਣੇ ਸਿਹਤ ਦਾ ਖਿਆਲ ਰੱਖੋ। ਜਾਨ ਹੈ ਤਾਂ ਜਹਾਨ ਹੈ, ਪੈਸੇ ਪੂਸੇ ਫੇਰ ਕਮਾ ਹੋ ਜਾਣਗੇ, ਜਿੱਦਾਂ ਜੌਬ ਕੀਪਿੰਗ, ਜੌਬ ਸੀਕਿੰਗ, ਬੜੇ ਕੁਝ ਫੰਡਿੰਗ ਹੈਗੇ ਆ, ਬੜਾ ਕੁਝ ਹੋ ਜਾਂਦਾ ਜੀ। ਸੋ ਉਹ ਇੱਥੇ ਹੀ ਹੈ ਭਾਜੀ, ਉਧਰ ਨਹੀਂ ਹੈਗਾ, ਇਹ ਇੱਥੇ ਹੀ ਹੈ। ਜੌਬ ਸੀਕਰ ਤੁਹਾਨੂੰ ਆਸਟ੍ਰੇਲੀਆ ਦੇ ਲਾਹੇ ਨੇ, ਉੱਥੇ ਨਹੀਂ ਕੁਝ ਮਿਲਦਾ। ਨਹੀਂ, ਉਹੀ ਕਹਿ ਰਹੇ ਨੇ, ਉਧਰ ਤਾਂ ਪ੍ਰਕੋਪ ਜਿਹੜਾ ਜ਼ਿਆਦਾ ਜਾਰੀ ਆ, ਇਹ ਤੋਂ ਬਚਣ ਵਾਲੀ ਗੱਲ ਆ। ਸਾਵਧਾਨੀ ਤਾਂ ਕਰਨੀ ਹੀ ਪੈਣੀ ਜੀ ਹਰੇਕ ਨੂੰ, ਤੇ ਇਹਦੇ ਵਿੱਚ ਹੀ ਆਪਣੇ ਵਿੱਚ ਦੇ ਬਚਾਓ ਕਰਨ ਦੇ ਨਾਲ ਹੀ ਸਾਰਿਆਂ ਦਾ ਬਚਾਓ ਹੈ ਜੀ। ਬਿਲਕੁਲ ਭਾਜੀ, ਇਹੀ ਅਸੀਂ ਸਾਰਿਆਂ ਨੂੰ ਰਿਕੁਐਸਟ ਜਿੱਦਾਂ ਭਾਜੀ ਨੇ ਕੀਤੀ ਹੈ ਕਿ ਭਾਈ ਕਿ ਵੀ ਆਪਣਾ ਧਿਆਨ ਰੱਖੋ, ਖਾਸ ਤੌਰ 'ਤੇ ਪੰਜਾਬ ਵਾਲੇ। ਤਾਂ ਪੰਜਾਬ ਦੇ ਵਿੱਚ ਤਾਂ ਕਿਸੇ ਤਰ੍ਹਾਂ ਦੀ ਨਾ ਤਾਂ ਸਰਕਾਰ ਦੀ ਤਰਫ ਤੋਂ ਕੋਈ ਸਪੋਰਟ ਆ, ਫਾਈਨੈਂਸ਼ੀਅਲ ਸਪੋਰਟ ਜਾਂ ਕਿਸੇ ਤਰ੍ਹਾਂ ਦੀ ਮੈਂਟਲ ਹੈਲਥ ਦੀ ਤਾਂ ਗੱਲ ਹੀ ਛੱਡਦੀ ਹੈ। ਹਾਂਜੀ, ਆਪਾਂ ਮਾਨਸਿਕ ਸਪੋਰਟ ਤਾਂ ਆਪਾਂ ਦੱਸ ਹੀ ਗੱਲ ਹੀ ਛੱਡ ਹੀ ਦਈਏ, ਉਹਦੀ ਤਾਂ ਕਿਸੇ ਤਰ੍ਹਾਂ ਦੀ ਉਹ ਮਿਲੂਗੀ। ਤੇ ਨਾਲ ਹੀ ਭਾਜੀ ਆਪਾਂ ਆਪਣਾ ਅਖੀਰ 'ਚ ਵੀ ਆ ਗਏ ਪ੍ਰੋਗਰਾਮ ਤੇ, ਤਾਂ ਇੱਕ ਅਪਡੇਟ ਕਰ ਦਈਏ ਜੀ ਕਿ ਇਸ ਸਾਲ ਦੇ ਅਖੀਰ ਦੇ ਵਿੱਚ ਵਿਕਟੋਰੀਆ ਦੇ ਵਿੱਚ ਕੌਂਸਲਾਂ ਦੀ ਇਲੈਕਸ਼ਨਾਂ ਹੋ ਰਹੀਆਂ ਨੇ, ਤਾਂ ਜਿਹਦੇ ਵਿੱਚ ਆਪਣੇ ਭਾਈਚਾਰੇ ਦੇ ਪੰਜਾਬੀ ਜਾਂ ਸਿੱਖ ਜਿਹੜੇ ਨੇ, ਕਾਫੀ ਆਪਣੇ ਭਾਈਚਾਰੇ ਦੇ ਲੋਕ ਜਿਹੜੇ ਨੇ, ਜਿਨ੍ਹਾਂ ਨੇ ਅਨਾਊਂਸਮੈਂਟ ਕਰ ਦਿੱਤੀ ਹੈ ਕਿ ਉਹ ਇਲੈਕਸ਼ਨਾਂ ਦੇ ਵਿੱਚ ਪਾਰਟ ਹੋਣਗੇ, ਭਾਗ ਲੈਣਗੇ। ਤਾਂ ਉਹ ਕਿੱਦਾਂ ਉਹ ਇਸ ਚੀਜ਼ ਨੂੰ ਅੱਗੇ ਆਪਣਾ ਕੈਂਪੇਨ ਕਿੱਦਾਂ ਕਰਨਗੇ, ਉਹ ਦੇਖਣ ਵਾਲੀ ਗੱਲ ਹੋਊਗੀ। ਬਟ ਅਸੀਂ ਆਉਣ ਵਾਲੇ ਜ਼ਰੂਰ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀਆਂ ਸ਼ਮੂਲੀਅਤ ਕਰਾਵਾਂਗੇ, ਤਾਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ, ਇੰਟਰਵਿਊ ਲੈ ਕੇ ਆਵਾਂਗੇ ਆਪਣੇ ਸਿੰਘ ਸਟੇਸ਼ਨ ਦੇ ਜਿਹੜਾ ਵੈਬ ਚੈਨਲ ਹੈਗਾ ਉਹਦੇ ਉੱਤੇ, ਤਾਂ ਤੁਹਾਡੇ ਸਾਰਿਆਂ ਦੇ ਰੂਬਰੂ ਕਰਾਵਾਂਗੇ, ਖਾਸ ਤੌਰ 'ਤੇ ਜਿਹੜੇ ਮੈਲਬਨ ਵਾਲੇ ਨੇ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਆਉਣ ਵਾਲੇ ਸਮੇਂ 'ਚ ਆ ਰਹੇ ਨੇ ਕਾਉਂਸਲਾਂ ਦੇ ਵਿੱਚ ਕੀ ਕੁਝ ਲੈ ਕੇ ਆ ਰਹੇ ਨੇ। ਤਾਂ ਇਹ ਇੱਕ ਤਾਂ ਹਜੇ ਤੱਕ ਭਾਜੀ ਬਹੁਤ ਘੱਟ ਨੇ ਸਾਡੇ ਪੋਲੀਟੀਕਲ ਦੇ ਵਿੱਚ ਬੰਦੇ, ਤਾਂ ਬਟ ਕੋਸ਼ਿਸ਼ ਇਹੀ ਹੈ ਸਾਰਿਆਂ ਦੀ ਕਿ ਜ਼ਰੂਰ ਹੋਣੀ ਚਾਹੀਦੀ ਹੈ ਰਿਪਰੈਜ਼ੈਂਟੇਸ਼ਨ। ਬਿਲਕੁਲ। ਤਾਂ ਐਤਕੀ ਕੁਝ ਕੌਂਸਲਾਂ ਹੈਗੀਆਂ ਨੇ ਜਿਨ੍ਹਾਂ ਵਿੱਚ ਇਲੈਕਸ਼ਨ ਨਹੀਂ ਹੋ ਰਹੇ, ਆਪਾਂ ਉਹਦੀ ਵੀ ਤੁਹਾਨੂੰ ਅਪਡੇਟ ਦੇਵਾਂਗੇ। ਤਾਂ ਪਰ ਜਿੱਥੇ ਹੋ ਰਹੇ ਨੇ, ਜਿਹੜੇ ਸਾਡੇ ਕੈਂਡੀਡੇਟ ਆ ਰਹੇ ਨੇ, ਸਾਰਿਆਂ ਦਾ ਅਪਡੇਟ ਤੁਹਾਡੇ ਕੋਲ ਲੈ ਕੇ ਜਲਦ। ਮੈਲਬਨ ਦੇ ਵਿੱਚ ਪੂਰਾ ਪੰਜਾਬੀਆਂ ਦਾ ਭਾਰ ਆ ਜੀ, ਗੜ ਪੈ ਰਿਹਾ ਪੂਰਾ, ਚੰਗੀ ਗੱਲ ਆ। ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਜੀ, ਆਪਣੀ ਕਮਿਊਨਿਟੀ ਨੂੰ, ਜਿਹੜੇ ਹਾਂਜੀ ਵੱਧ ਤੋਂ ਵੱਧ ਆਪਣੀ ਕਮਿਊਨਿਟੀ ਦਾ ਫਾਇਦਾ ਹੋਊਗਾ, ਹਾਂਜੀ ਰਿਪਰੈਜ਼ੈਂਟ ਕਰਨਗੇ। ਬਿਲਕੁਲ ਭਾਜੀ, ਬਿਲਕੁਲ ਆਪਾਂ ਨੂੰ ਚਾਹੀਦਾ, ਕਿਉਂਕਿ ਬਾਕੀ ਮੁਲਕਾਂ ਵਿੱਚ ਕਾਫੀ ਰਿਪਰੈਜ਼ੈਂਟੇਸ਼ਨ ਹੋ ਰਹੀ ਹੈ, ਹਜੇ ਆਸਟ੍ਰੇਲੀਆ ਵਿੱਚ ਥੋੜੀ ਘੱਟ ਆ। ਕੁਝ ਬੰਦੇ ਆਪਣੇ ਆਏ ਨੇ, ਬਟ ਹਜੇ ਆਪਾਂ ਨੂੰ ਕਾਫੀ ਕੰਮ ਕਰਨ ਦੀ ਲੋੜ ਹੈ ਇਹਦੇ ਉੱਤੇ। ਬਿਲਕੁਲ। ਤਾਂ ਭਾਜੀ ਆਪਾਂ ਦੀਆਂ ਹੁਣ ਸਮਾਂ ਵੀ ਹੋ ਗਿਆ, ਤਾਂ ਜੇ ਕੋਈ ਹੋਰ ਖਬਰ ਤੁਸੀਂ ਜਾਣ ਤੋਂ ਪਹਿਲਾਂ ਕੋਈ ਖਬਰ ਰਹਿ ਗਈ ਹੋਵੇ ਜਾਂ ਕੋਈ ਜਾਣਕਾਰੀ ਰਹਿ ਗਈ ਹੋਵੇ, ਤੁਸੀਂ ਉਹ ਵੀ ਸਾਂਝੀ ਕਰ ਲਓ, ਤਾਂ ਫਿਰ ਆਪਾਂ ਅੱਗੇ ਵੱਧਦੇ ਹਾਂ ਜੀ। ਆਪਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਵੀ ਆਪਣੇ ਸੁਝਾਅ ਵੀ ਲਿਖਿਆ ਕਰੋ, ਪਲੱਸ ਜਿਹੜਾ ਜੇ ਹੁਣ ਨਿਊ ਸਾਊਥ ਵੇਲੇਬਲ ਸਿਡਨੀ ਵਾਲਿਆਂ ਨੂੰ ਵੀ ਇਹੀ ਬੇਨਤੀ ਆ, ਕਾਫੀ ਸਾਰੇ ਜੁੜੇ ਹੋਏ ਨੇ, ਸਰ ਸੁਖਵਿੰਦਰ ਸਿੰਘ ਜੀ ਉੱਪਲ ਸਾਹਿਬ ਤੇ ਆਪਣੇ ਮਿਸਟਰ ਗਿੱਲ ਅੱਜ ਫੇਰ ਜੁੜੇ ਹੋਏ ਨੇ, ਜਿਹੜੇ ਪਾਕਿਸਤਾਨੀ ਨੇ ਜੀ, ਉਹ ਆਪਣੇ ਪ੍ਰੀਸਟ ਆ, ਤੇ ਹੋਰ ਬਹੁਤ ਸਾਰੇ ਸੱਜਣ ਆ, ਗੁਰਦੀਪ ਸਿੰਘ ਬਸਰਾ ਜੀ ਕੈਨੇਡਾ ਤੋਂ ਰੋਜ਼ ਜ਼ਰੂਰ ਸੁਣਦੇ ਆ। ਆਪਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਜਿੱਥੇ ਵੀ ਕਿਤੇ ਹੈਗੇ ਆ, ਆਪਣੀ ਕਮਿਊਨਿਟੀ ਦੇ ਨਾਲ ਜੁੜੇ ਰੱਖੋ, ਕਮਿਊਨੀਕੇਸ਼ਨ ਜ਼ਰੂਰ ਰੱਖੋ, ਜਿੰਨਾ ਵੀ ਕਮਿਊਨੀਕੇਸ਼ਨ ਕਰ ਸਕਦੇ ਇੱਕ ਦੂਜੇ ਦੇ ਨਾਲ, ਤੇ ਹਾਲ ਚਾਲ ਪੁੱਛਦੇ ਰਿਹਾ ਕਰੋ, ਭਾਵੇਂ ਬੰਦ ਵੀ ਆ, ਪਰ ਸਿਹਤ ਦਾ ਧਿਆਨ ਜ਼ਰੂਰ ਰੱਖੋ। ਹੱਥ ਪੈਰ ਸਫਾਈ ਸਾਰਾ ਉਹ ਕੰਮ ਵੀ ਕਰਨੇ ਆ, ਕੰਮ ਥੋੜੇ ਘੱਟ ਵੀ ਹੋ ਜਾਊਗੇ, ਘਰੋਂ ਵੀ ਹੋ ਜਾਊਗੇ, ਤਾਂ ਵੀ ਕੋਈ ਗੱਲ ਨਹੀਂ। ਬਿਲਕੁਲ, ਠੀਕ ਹੈ ਜੀ, ਠੀਕ ਹੈ। ਮੈਂ ਇੱਧਰੋਂ ਦਾਦਾ ਜੀ ਹਰਦੀਪ ਬੈਂਸ ਜੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸ਼ਾਨ ਸਿੰਘ ਸਾਡੇ ਨਾਲ ਹਰ ਰੋਜ਼ ਜੁੜਦੇ ਨੇ। ਵਰਿੰਦਰ ਸਿੰਘ ਤੁਹਾਡੇ ਸੂਟ ਦੀ ਤਾਰੀਫ ਕਰ ਰਹੇ ਨੇ, ਕਹਿੰਦੇ ਭਾਜੀ ਨੇ ਅੱਜ ਸੂਟ ਬੜਾ ਸੋਹਣਾ ਪਾਇਆ। ਤਾਂ ਵਿੰਦਰ ਢਿੱਲੋਂ ਜੀ ਸਾਡੇ ਨਾਲ ਜੁੜੇ ਨੇ ਜੀ, ਤਾਂ ਦੀਪ ਸਿੰਘ ਜੀ ਨੇ, ਗੁਰਿੰਦਰ ਕੌਰ, ਤੇ ਨਾਲ ਹੀ ਹਰਜੀਤ ਕੌਰ ਜੀ ਤੇ ਅਮਨਦੀਪ ਕੌਰ, ਤਾਂ ਇਹ ਸਾਰੇ ਸਾਡੇ ਨਾਲ ਜੁੜੇ ਨੇ। ਬਹੁਤ ਬਹੁਤ ਧੰਨਵਾਦ ਜੀ ਇਹਨਾਂ 'ਚ। ਬਹੁਤ ਸਾਰੇ ਦਰਸ਼ਕ ਸਾਡੇ ਰੈਗੂਲਰ ਨੇ, ਮੈਂ ਦੇਖਦਾ ਜੀ ਉਹ ਹਰ ਰੋਜ਼ ਦੇਖਦੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਰੇ ਸਪੋਰਟ ਕਰਦੇ ਹੋ। ਇਸੇ ਸਪੋਰਟ ਦੇ ਨਾਲ ਜੀ ਅਸੀਂ ਇਹ ਵੀ ਹਿੰਮਤ ਕਰਕੇ ਰੋਜ਼ ਪ੍ਰੋਗਰਾਮ ਲੈ ਕੇ ਆ ਜਾਈਦਾ, ਤਾਂ ਤੁਹਾਡੇ ਸਾਰਿਆਂ ਦੀ ਹੌਸਲਾ ਅਫਜ਼ਾਈ ਹੁੰਦੀ ਆ। ਤਾਂ ਧੰਨਵਾਦ ਜੀ। ਜੇ ਮੈਨੂੰ ਜੀ ਪ੍ਰੋਗਰਾਮ ਨਾ ਇੱਕ ਮੈਂ ਦੱਸਦਾ ਜੀ, ਪ੍ਰੋਗਰਾਮ ਸ਼ੁਰੂ ਕਰਨ ਵੇਲੇ ਇੱਕ ਦੋ ਜਿਹੜੀਆਂ ਇੰਟਰਪਸ਼ਨ ਜਿਹੀਆਂ ਆ ਗਈਆਂ ਸੀ ਇੰਟਰਨੈਟ ਕਰਕੇ, ਮੈਲਬਨ ਕਾਫੀ ਯੂਜ਼ ਹੋ ਰਿਹਾ ਹੋਣਾ, ਤੇ ਉਦੋਂ ਇੱਕ ਫੋਨ ਵੀ ਮੈਨੂੰ ਆਇਆ ਜੀ, ਸਾਡੇ ਜੀ ਉਹ ਬੜੇ ਨਾਮ ਬਾਰੇ ਆ, ਹਰ ਕਿਤੇ ਉਹਨਾਂ ਦੀ ਫੋਟੋ ਹੁੰਦੀ ਆ,
ਭਾਜੀ ਜਸਵਿੰਦਰ ਸਿੰਘ ਭੋਗਲ ਜੀ, ਪੱਪੂ ਜੀ, ਅਸੀਂ ਉਹਨਾਂ ਨੂੰ ਕਹਿੰਦੇ ਆ। ਤੇ ਉਹ ਐਡ ਬਾਰੇ ਪੁੱਛਦੇ ਸੀ ਕਿ ਕੋਈ ਐਡ ਤੁਸੀਂ ਨਾਲ ਚਲਾਉਂਦੇ ਹੁੰਦੇ ਜੀ? ਵੀ ਉਹਨਾਂ ਦੀ A1 ਇੰਪਰੂਵਮੈਂਟ ਆ ਜੀ। ਘਰ ਵੀ ਬਣਾਉਣ ਲੱਗ ਪਏ ਅੱਜ ਕੱਲ, ਅੱਗੇ ਪਹਿਲਾਂ ਹੋਰ ਵੀ ਕੰਮ ਬਹੁਤ ਕਰਦੇ ਆ, ਤੇ ਹੋਮ ਇੰਪਰੂਵਮੈਂਟ ਦੀ ਵੀ ਆ। ਜਿੱਦਾਂ ਇੱਥੇ ਨਾ ਅੱਜ ਕੱਲ ਪੈਕੇਜ ਆਏ ਆ ਜੀ ਬੜੇ ਆਸਟ੍ਰੇਲੀਆ ਦੇ ਵਿੱਚ, ਜੇ ਤੁਸੀਂ ਘਰਾਂ ਦੀ ਰੈਨੋਵੇਸ਼ਨ ਕਰਨੀ ਆ ਜਾਂ ਤੁਸੀਂ ਗ੍ਰੈਨੀਫਾਇਰ ਬਣਾਉਣੇ ਆ, ਪਤਾ ਨਹੀਂ ਉਹਦੇ ਵਿੱਚ 20 ਦਾ 30,000 ਏਦਾਂ ਕੁਛ ਹੈਗਾ। ਕੋਈ ਏਦਾਂ ਦੇ ਇੱਕ ਸੱਜਣ ਨਾਲ ਗੱਲ ਕਰਾਓ ਜੀ ਤੁਸੀਂ ਕਿਤੇ, ਤੇ ਉਹ ਉਹਦੇ ਬਾਰੇ ਕਹਿ ਰਹੇ ਵੀ ਅਸੀਂ ਉਹਦੇ ਬਾਰੇ ਐਡ ਵੀ ਤੁਹਾਨੂੰ ਦੇਣੀ ਚਾਹੁੰਦੇ ਆ, ਪਲੱਸ ਤੁਹਾਡੇ ਨਾਲ ਦੱਸ ਵੀ ਦੇਣਗੇ ਉਹਦੇ ਬਾਰੇ, ਜੇ ਤੁਸੀਂ ਉਹਨਾਂ ਨੂੰ ਕੱਲ ਨੂੰ, ਜਾਂ ਆਪਣੇ ਲੋਕਲ ਪਾਵਲਾ ਜੀ ਵੀ ਇੰਡਸਟਰੀ ਤੁਹਾਡੇ ਜੁੜੇ ਹੋਏ ਆ, ਉਹਨਾਂ ਨੂੰ ਵੀ ਦੱਸੋ ਵੀ ਜਿਹੜੇ 10,000 ਜਿਹੜੇ ਹਾਂਗਕਾਂਗ ਤੋਂ ਆ ਰਹੇ ਬੰਦੇ, ਉਹਨਾਂ ਦੇ ਉੱਥੇ ਮਿਲੀਅਨ ਡਾਲਰਾਂ ਦੇ ਵਿੱਚ ਜਿਹੜੇ ਫਲੈਟ ਆ ਜਿਹੜੇ ਉੱਥੇ ਵਿਕਣੇ ਆ ਹਾਂਗਕਾਂਗ ਦੇ ਵਿੱਚ। ਹੋਰ ਵੀ ਵਿਜੇ ਗਵਰਨਮੈਂਟ ਨੇ ਬਹੁਤ ਜਾਰੀ ਕਰਨੇ ਉਹਨਾਂ ਵਾਸਤੇ, ਪ੍ਰਾਇਓਰਟੀ ਦੇ ਰਹੇ ਜੀ ਅਗਲੇ ਸਾਲ। ਤੇ ਘਰਾਂ ਦੀ ਮਾਰਕੀਟ ਵੀ ਕਿੱਧਰ ਨੂੰ ਜਾਣੀ ਆ ਜੀ, ਏਦਾਂ ਦਾ ਵੀ ਇੱਕ ਪ੍ਰੋਗਰਾਮ ਨਾਲ ਲੈ ਕੇ ਆਓ ਜੀ। ਕਾਫੀ ਸਾਰੇ ਅੱਜ ਫੋਨ ਆਏ ਜੀ ਹਾਂਗਕਾਂਗ ਤੋਂ। ਹਾਂਜੀ ਬਿਲਕੁਲ, ਆਪਾਂ ਕੁਝ ਪ੍ਰੋਗਰਾਮਸ ਵੀ ਹੋਰ ਐਡ ਕਰਾਂਗੇ, ਤਾਂ ਬਾਕੀ ਡੈਫੀਨਿਟਲੀ ਤੁਸੀਂ ਜਿੱਦਾਂ ਗੱਲ ਕੀਤੀ ਐਡਵਰਟਾਈਜ਼ਮੈਂਟ ਦੀ, ਉਹ ਵੀ ਅਸੀਂ ਜਲਦ ਸ਼ੁਰੂ ਕਰਨ ਜਾ ਰਹੇ ਹਾਂ। ਅਸੀਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਅਪਰੋਚ ਕਰ ਰਹੇ ਹਾਂ, ਤਾਂ ਉਹ ਹੋਪਫੁਲੀ ਕਿ ਜਲਦ ਅਸੀਂ ਇਦਾਂ ਦਾ ਵੀ ਕਰਾਂਗੇ ਕਿ ਜਿਹੜੇ ਭਾਈਚਾਰੇ ਦੇ ਲੋਕ ਸਾਨੂੰ ਸਪੋਰਟ ਕਰਨਾ ਚਾਹੁੰਦੇ ਨੇ, ਤਾਂ ਉਹ ਜ਼ਰੂਰ ਅਸੀਂ ਉਹਨਾਂ ਦੀ ਐਡਵਰਟਾਈਜ਼ਮੈਂਟ ਆਪਣੇ ਉਹਦੇ ਨਾਲ ਇਹ ਆ ਜੀ ਵੀ ਜਿਹੜਾ ਬਿਜ਼ਨਸ ਹੈ ਨਾ ਆਪਣੀ ਕਮਿਊਨਿਟੀ ਦੇ ਵਿੱਚ ਸ਼ੇਅਰ ਹੁੰਦਾ ਆ। ਜਿੱਦਾਂ ਹੁਣ ਹਨੀ ਟਰਾਂਸਪੋਰਟ ਵਾਲਾ ਜਸਪਾਲ ਸਿੰਘ, ਇੱਕ ਦੂਜੇ ਨਾਲ ਕਈ ਵਾਰੀ ਪਤਾ ਨਹੀਂ ਹੁੰਦਾ। ਮੈਨੂੰ ਕਈ ਵਾਰੀ ਕੋਈ ਪੁੱਛਦੇ ਜੀ ਕੋਈ ਇਲੈਕਟ੍ਰੀਸ਼ੀਅਨ ਵਾਕਫ ਹੈਗਾ ਜੀ, ਜਾਂ ਕੋਈ ਆਹ ਵਾਕਫ ਹੈਗਾ, ਇਦਾਂ ਦਾ ਨਾ ਕਿਸੇ ਟ੍ਰੇਡ ਦੇ ਵਿੱਚ ਇੱਕ ਦੂਜੇ ਨਾਲ ਥੋੜਾ ਲਿੰਕਡ ਹੋ ਜਾਵੇ, ਥੋੜਾ ਜਿਹਾ ਇਦਾਂ ਦਾ ਉੱਪਰ ਹੋ ਜਾਵੇ। ਬਿਲਕੁਲ ਜੀ, ਕੋਸ਼ਿਸ਼ ਕਰਾਂਗੇ ਕਿ ਇਹ ਵੀ ਜਲਦ ਸ਼ੁਰੂ ਹੋ ਜਾਵੇ। ਤਾਂ ਉਮੀਦ ਆ ਜੇ ਤੁਸੀਂ ਵੀ ਕਿਸੇ ਤਰ੍ਹਾਂ ਦਾ ਵੀ ਆਪਣਾ ਜੋ ਵੀ ਕਾਰੋਬਾਰ ਹੈ, ਤੁਸੀਂ ਉਹਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਜਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤੁਸੀਂ ਜ਼ਰੂਰ ਸਾਨੂੰ ਮੈਸੇਜ ਕਰ ਸਕਦੇ ਹੋ, ਸਟੇਸ਼ਨ ਤੇ ਮੈਸੇਜ ਕਰ ਸਕਦੇ ਹੋ। ਜਿਹੜੇ ਕਰਨੈਲ ਸਿੰਘ ਜੀ ਨਾਲ ਜੁੜੇ ਨੇ, ਕਰਨੈਲ ਸਿੰਘ ਜੀ ਉਹਨਾਂ ਨੂੰ ਪਰਸਨਲ ਤੌਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ, ਤਾਂ ਫਿਰ ਅਸੀਂ ਵੱਧ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਜੀ। ਤਾਂ ਠੀਕ ਹੈ ਭਾਜੀ, ਆਪਾਂ ਹੁਣ ਸਾਰਿਆਂ ਨੂੰ ਫਤਿਹ ਬੁਲਾਈਏ। ਤਾਂ ਆਪਾਂ ਤੁਹਾਡੇ ਨਾਲ ਹੁਣ ਸੋਮਵਾਰ ਨੂੰ ਅਸੀਂ ਤੁਹਾਡੇ ਨਾਲ ਜੁੜਾਂਗੇ। ਐਤਵਾਰ ਨੂੰ ਜਿਹੜਾ ਰੈਗੂਲਰ ਵੀਕਲੀ ਪ੍ਰੋਗਰਾਮ ਦਾ ਕੌਰ ਸ਼ੋ ਬੀਬੀਆਂ ਦਾ ਆਉਂਦਾ ਆ, ਤਾਂ ਉਹ ਵੀ ਤੁਸੀਂ ਦੇਖਿਓ। ਤਾਂ ਜਿਹੜਾ ਇੱਕ ਸਾਡਾ ਵੌਇਸ ਆਫ ਯੂਥ ਪ੍ਰੋਗਰਾਮ ਨਵਾਂ ਸ਼ੁਰੂ ਕੀਤਾ ਸੀਗਾ ਵਿਦ ਕੀਰਤਨ ਸਿੰਘ, ਉਹਦਾ ਪਹਿਲਾ ਐਪੀਸੋਡ ਕੱਲ ਅਪਲੋਡ ਹੋ ਗਿਆ ਸੀਗਾ। ਤੁਸੀਂ ਸਾਰਿਆਂ ਨੇ ਬਹੁਤ ਪਿਆਰ ਬਖਸ਼ਿਆ, ਤਾਂ ਅਸੀਂ ਉਹਦਾ ਲਿੰਕ ਵੀ ਜ਼ਰੂਰ ਇੱਥੇ ਕਮੈਂਟ ਵਿੱਚ ਸ਼ੇਅਰ ਕਰਾਂਗੇ। ਤੁਸੀਂ ਉਹਨੂੰ ਵੀ ਅੱਗੇ ਸ਼ੇਅਰ ਕਰਿਓ। ਜੇ ਤੁਸੀਂ ਨਹੀਂ ਦੇਖਿਆ ਜ਼ਰੂਰ ਦੇਖਿਓ, ਜੇ ਤੁਸੀਂ ਦੇਖ ਚੁੱਕੇ ਹੋ ਤਾਂ ਉਹਨੂੰ ਜ਼ਰੂਰ ਅੱਗੇ ਸਾਂਝ ਪਾਓ, ਉਹਨੂੰ ਅੱਗੇ ਸਾਂਝਾ ਕਰੋ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ। ਇੱਕ ਯੂਥ ਦਾ ਪ੍ਰੋਗਰਾਮ ਹੈ, ਬਾਏ ਦਾ ਯੂਥ ਐਂਡ ਫॉर ਦਾ ਯੂਥ, ਤਾਂ ਬਹੁਤ ਅੱਛਾ। ਉਹਨਾਂ ਦੇ ਨਾਲ ਕੋ ਹੋਸਟ ਚਰਨਜੀਤ ਕੌਰ ਸਾਡੇ ਇੱਥੇ ਮੈਲਬਨ ਦੇ ਯੂਥ ਨੇ ਜੀ, ਯੂਨੀ 'ਚ ਪੜ੍ਹਦੇ ਨੇ, ਤਾਂ ਉਹਨਾਂ ਦੋਨਾਂ ਨੇ ਰਲ ਕੇ ਬਹੁਤ ਅੱਛਾ ਪ੍ਰੋਗਰਾਮ ਉਹਨਾਂ ਨੇ ਕੀਤਾ। ਇੱਕ ਇੰਟਰਸਟਿੰਗ ਹੈ, ਮੈਨੂੰ ਲੱਗਦਾ ਯੂਥ ਨੂੰ ਬੜਾ ਪਸੰਦ ਆਊਗਾ। ਇੱਕ ਆਮ ਜਿਹੀਆਂ ਗੱਲਾਂ ਜਿੱਦਾਂ ਯੂਥ ਕਰਦੇ ਨੇ ਉਹਨਾਂ ਦੀ ਭਾਸ਼ਾ ਦੇ ਵਿੱਚ, ਤਾਂ ਜ਼ਰੂਰ ਉਹਨੂੰ ਵੀ ਤੁਸੀਂ ਜ਼ਰੂਰ ਉਹਨੂੰ ਵੀ ਲਾਈਕ ਕਰੋ ਤਾਂ ਦੇਖੋ। ਤਾਂ ਨਾਲ ਹੀ ਜੇ ਕੋਈ ਹੋਰ ਅਪਡੇਟ ਹੁੰਦਾ ਅਸੀਂ ਉਹ ਲੈ ਕੇ ਤੁਹਾਡੇ ਨਾਲ ਕੱਲ ਵੀ ਪ੍ਰੋਗਰਾਮ ਕਰ ਸਕਦੇ ਹਾਂ, ਬਟ ਇਟ ਡਿਪੈਂਡਸ ਕਿ ਕੋਈ ਨਵਾਂ ਅਪਡੇਟ ਆਊਗਾ ਜਾਂ ਕੋਈ ਕਿਸੇ ਗੈਸਟ ਦੇ ਨਾਲ ਕੋਈ ਇੰਟਰਵਿਊ ਆਉਂਦਾ ਆ। ਤਾਂ ਨਹੀਂ ਤਾਂ ਅਸੀਂ ਰੈਗੂਲਰ ਪ੍ਰੋਗਰਾਮ ਜਿਹੜਾ ਹੁੰਦਾ ਜੀ, ਖਬਰਾਂ ਦੀ ਸਾਂਝ ਸ਼ਾਮ ਨੂੰ ਕੋਸ਼ਿਸ਼ ਕਰੀਦੀ 7 ਵਜੇ, ਥੋੜ੍ਹਾ ਬਹੁਤ ਉੱਪਰ ਥੱਲੇ ਹੋ ਜਾਂਦਾ, ਤਾਂ ਬਟ ਇੰਨੇ ਵਜੇ ਅਸੀਂ ਹਰ ਰੋਜ਼ ਮੰਡੇ ਟੂ ਫਰਾਈਡੇ ਲੈ ਕੇ ਤੁਹਾਡੇ ਨਾਲ ਆਉਂਦੇ ਹਾਂ। ਤਾਂ ਸੋਮਵਾਰ ਨੂੰ ਅਸੀਂ ਸ਼ਾਮ ਨੂੰ ਤੁਹਾਡੇ ਨਾਲ ਫੇਰ ਦੁਬਾਰਾ ਇਸੇ ਪ੍ਰੋਗਰਾਮ ਵਿੱਚ ਖਬਰਾਂ ਦੀ ਸਾਂਝ ਪਾਵਾਂਗੇ। ਕਰਨੈਲ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਟੈਕਨੀਕਲ ਪ੍ਰੋਬਲਮ ਦੌਰਾਨ ਜਿਹੜਾ ਤੁਸੀਂ ਪੇਸ਼ੈਂਸ ਦਿਖਾਇਆ ਕਿ ਪੈਨਿਕ ਨਹੀਂ ਹੋਏ, ਤਾਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤਾਂ ਉਹ ਪਤਾ ਹੀ ਆ ਜੀ, ਮੈਲਬਨ 'ਚ ਸਾਰੇ ਘਰਾਂ ਤੋਂ ਯੂਜ਼ ਕਰ ਰਹੇ ਆ ਨਾ ਅੱਜ ਕੱਲ, ਸਾਰਾ ਘਰਾਂ ਤੋਂ ਕੰਮ ਚੱਲ ਰਿਹਾ, ਲੋਡ ਪੈ ਜਾਂਦਾ, ਕਦੀ ਕਦੀ ਉਹ ਟੁੱਟ ਜਾਂਦਾ ਲਿੰਕ। ਠੀਕ ਹੈ ਜੀ ਸਾਰਿਆਂ ਨੂੰ ਜੀ, ਅਸੀਂ ਹੁਣ ਫਤਿਹ ਬੁਲਾਉਂਦੇ ਜੀ। ਤਾਂ ਜਿਹੜਾ ਸਮਾਂ ਹੀ ਇਦਾਂ ਦਾ ਪੇਸ਼ੈਂਸ ਵਾਲਾ ਹੀ ਨਾਲ ਚੱਲਣਾ ਪੈਣਾ ਜੀ, ਜਿਹੜਾ ਚੱਲ ਰਿਹਾ ਜੀ। ਹਾਂਜੀ ਸਹੀ ਗੱਲ ਹੈ ਜੀ, ਠੀਕ ਹੈ ਜੀ। ਮਿਲਦੇ ਹਾਂ ਜੀ ਸੋਮਵਾਰ ਨੂੰ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ, ਖਬਰਾਂ ਦੀ ਸਾਂਝ ਦੇ ਵਿੱਚ। ਤਦ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।